ਸਤਿ ਸ਼੍ਰੀ ਅਕਾਲ ਸਟੂਡੈਂਟਸ। ਸਵਾਗਤ ਹੈ ਆਪ ਸਭ ਦਾ ਆਪਣੇ YouTube ਦੇ ਇਸ ਚੈਨਲ ਡੈਲਚ ਲਰਨਿੰਗ ਪੁਆਇੰਟ ਦੇ ਉੱਪਰ। ਸਟੂਡੈਂਟਸ, ਅੱਜ ਅਸੀਂ ਜੋ ਪਾਰਟ ਸਟਾਰਟ ਕਰਾਂਗੇ ਉਹ ਹੈ ਅਰਥ ਸ਼ਾਸਤਰ ਯਾਨੀ ਕਿ ਇਕਨੋਮਿਕਸ। ਸਾਡੇ ETT ਕੈਡਰ ਦੇ ਲਈ ਸਮਾਜਿਕ ਜੋ ਹੈ ਉਹ 15 ਮਾਰਕਸ ਦੀ ਜਿਹੜੀ ਆਉਣੀ ਹੈ। ਸੋ ਉਹਦੇ 4 ਪਾਰਟਸ ਨੇ ਸਾਡੇ ਕੋਲ। ਭੂਗੋਲ ਹੈ, ਇਤਿਹਾਸ ਹੈ, ਨਾਗਰਿਕ ਸ਼ਾਸਤਰ ਹੈ ਅਤੇ ਅਰਥ ਸ਼ਾਸਤਰ ਹੈ। ਸੋ ਸਾਰੇ ਹੀ ਇਕੁਅਲੀ ਇੰਪੋਰਟੈਂਸ ਰੱਖਦੇ ਨੇ। ਸੋ 3 ਮਾਰਕਸ ਦਾ ਜੋ ਕੰਮ ਹੈ ਉਹ ਸਾਨੂੰ ਅਰਥ ਸ਼ਾਸਤਰ ਦੇ ਵਿੱਚੋਂ ਵੀ ਦੇਖਣ ਨੂੰ ਮਿਲੇਗਾ। ਸੋ ਹੁਣ ਅਰਥ ਸ਼ਾਸਤਰ ਦੇ ਵਿੱਚੋਂ ਮੇਨ ਜਿਹੜਾ ਅਸੀਂ ਜੇਕਰ ਮੈਂ ਕੋਈ ਪੁਆਇੰਟ ਦੀ ਗੱਲ ਕਰਾਂ, ਸੋ ਪੁਆਇੰਟ ਬੇਸਿਕਲੀ ਇਹ ਹੈ ਕਿ ਅਰਥ ਸ਼ਾਸਤਰ ਦੇ ਵਿੱਚ ਜਿਹੜਾ ਹੈ ਟੋਟਲੀ ਸਾਨੂੰ ਜਿਹੜੇ ਨੇ ਉਹ 4 ਟੌਪਿਕ ਜਿਹੜੇ ਦਿੱਤੇ ਗਏ ਨੇ। ਸੋ ਅਸੀਂ ਉਹ 4 ਟੌਪਿਕਸ ਦੇ ਵਿੱਚੋਂ ਹੀ ਸਾਨੂੰ ਜਿਹੜਾ ਹੈ ਇਕਨੋਮਿਕਸ ਦਾ ਜੋ ਪੇਪਰ ਹੈ ਉਹ ਆਏਗਾ। ਮਤਲਬ 3 ਮਾਰਕਸ ਦਾ ਪੇਪਰ ਸਾਡੇ ਕੋਲ 4 ਟੌਪਿਕਸ 'ਚੋਂ ਆਏਗਾ। ਨੋਰਮਲੀ ਸਾਡੇ ਕੋਲ ਦਿਨ ਥੋੜ੍ਹੇ ਨੇ, ਬਟ ਇਹਦੇ ਵਿੱਚ ਅਸੀਂ ਕਰ ਕੀ ਸਕਦੇ ਹਾਂ ਇਕਨੋਮਿਕਸ ਦਾ। ਸੋ ਇਹ ਇੰਪੋਰਟੈਂਟ ਕੰਮ ਹੈ। ਸੋ ਅੱਜ ਅਸੀਂ ਜੋ ਖਾਸ ਕੰਮ ਇਸ ਲੈਕਚਰ ਦੇ ਵਿੱਚ ਕਰਨ ਜਾ ਰਹੇ ਹਾਂ ਉਹ ਇਹ ਹੈ ਕਿ ਅਸੀਂ ਸਾਰੀ ਹੀ ਇਕਨੋਮਿਕਸ, ਮਤਲਬ ਜਿੰਨਾ ਵੀ ਇਕਨੋਮਿਕਸ ਦਾ ਸਿਲੇਬਸ ETT ਕੈਡਰ ਲਈ ਦਿੱਤਾ ਗਿਆ ਹੈ ਉਹ ਅਸੀਂ ਇੱਕੋ ਹੀ ਲੈਕਚਰ ਦੇ ਵਿੱਚ ਜਿਹੜਾ ਉਹ ਡਿਸਕਸ ਕਰਾਂਗੇ। ਇਹ ਇੱਕ ਬੁੱਕ ਜੋ ਹੈ ਉਹਦੇ ਵਿੱਚੋਂ ਆਪਣੇ ਟੌਪਿਕ ਨਾਲ ਰਿਲੇਟਿਡ ਹਰ ਇੱਕ ਚੀਜ਼ ਜਿਹੜੀ ਹੈ ਕਵਰ ਕੀਤੀ ਗਈ ਹੈ ਅਤੇ ਹਰ ਇੱਕ ਚੀਜ਼ ਨੂੰ ਸਮਝਾਇਆ ਵੀ ਜਾਏਗਾ। MCQs ਤੁਸੀਂ ਕਿਤੋਂ ਵੀ ਸੋਲਵ ਕਰ ਸਕਦੇ ਹੋ, ਜਾਂ ਇਹ ਕਹਾਂ ਮੈਂ ਕਿ MCQs ਦੀ ਜਿਹੜੀ ਹੈ PDF ਵੀ ਜਿਹੜੀ ਤੁਹਾਨੂੰ ਅਵੇਲੇਬਲ ਕਰਵਾ ਦਿੱਤੀ ਜਾਏਗੀ। ਪਰ ਇਸ ਵੀਡੀਓ ਲੈਕਚਰ ਦੇ ਵਿੱਚ ਅਸੀਂ ਸਿਰਫ ਔਰ ਸਿਰਫ ਕਨਸੈਪਟਸ ਜਿਹੜੇ ਇਹਦੇ ਕਰਾਂਗੇ, ਔਰ ਟੋਟਲੀ ਥਿਊਰੀ ਜੋ ਇਕਨੋਮਿਕਸ ਦੀ ਹੈ ਜੋ ETT ਕੈਡਰ ਦੇ ਲਈ ਉਹ ਅਸੀਂ ਸਿਰਫ ਇੱਕ ਲੈਕਚਰ ਦੇ ਵਿੱਚ ਜਿਹੜੀ ਉਹ ਅੱਜ ਕਵਰ ਕਰਾਂਗੇ। ਲੈਕਚਰ ਥੋੜ੍ਹਾ ਲੰਬਾ ਹੋ ਸਕਦਾ, ਲੈਕਚਰ ਥੋੜ੍ਹਾ ਬੋਰਿੰਗ ਹੋ ਸਕਦਾ, ਪਰ ਤੁਸੀਂ ਪੇਸ਼ੈਂਸ ਰੱਖ ਕੇ ਸਾਰੀ ਦੀ ਸਾਰੀ ਚੀਜ਼ਾਂ ਨੂੰ ਸਮਝਣਾ ਹੈ, ਹਰ ਇੱਕ ਵਰਡਿੰਗ ਨੂੰ ਸਮਝਣਾ ਹੈ, ਕਿਉਂਕਿ ਪੇਪਰ ਜਿਹੜਾ ਹੈ ਉਹ ਟਰਮੀਨੋਲੋਜੀ ਦੇ ਬੇਸ 'ਤੇ ਆਉਂਦਾ ਹੈ ਇਕਨੋਮਿਕਸ ਦਾ। ਕਿਉਂਕਿ ਇਕਨੋਮਿਕਸ ਦਾ ਕੋਈ ਬਹੁਤਾ ਸਿਲੇਬਸ ਨਹੀਂ ਦਿੱਤਾ ਗਿਆ, ਇਸ ਕਰਕੇ ਸਾਰਾ ਪੇਪਰ ਜੋ ਹੈ ਇਕਨੋਮਿਕਸ ਦਾ ਉਹ ਟਰਮੀਨੋਲੋਜੀ ਬੇਸਡ ਰਹੇਗਾ ਜਾਂ ਕੁਝ ਫੈਕਟਸ ਦੇ ਬੇਸ 'ਤੇ ਰਹੇਗਾ। ਸੋ ਆਓ ਆਪਾਂ ਸਟਾਰਟ ਕਰਦੇ ਹਾਂ। ਸਾਡਾ ਇਕਨੋਮਿਕਸ ਦੇ ਵਿੱਚ ਜੋ ਮੇਨ ਪਾਰਟ ਹੈ ਫਸਟ ਉਹ ਹੈ ਬੇਸਿਕ ਕਨਸੈਪਟਸ ਦਾ। ਉਸ ਤੋਂ ਬਾਅਦ ਸਾਡੇ ਕੋਲ 3 ਹੋਰ ਟੌਪਿਕਸ ਨੇ ਜਿਹੜੇ ਅਸੀਂ ਡਿਸਕਸ ਕਰਨੇ ਨੇ। ਸੋ ਉਹਦੇ ਨਾਲ ਇਕਨੋਮਿਕਸ ਦਾ ਪ੍ਰੋਪਰਲੀ ਜਿਹੜਾ ਸਿਲੇਬਸ ਹੈ ਉਹ ਕਵਰ ਹੋ ਜਾਏਗਾ। ਸੋ ਮੈਂ ਹੁਣ ਬਹੁਤਾ ਸਮਾਂ ਜਿਹੜਾ ਹੈ ਮੈਂ ਨਹੀਂ ਲੈਂਦਾ, ਸੋ ਆਪਾਂ ਸਟਾਰਟ ਕਰਦੇ ਹਾਂ। ਸੋ ਉਮੀਦ ਕਰਦਾ ਕਿ ਤੁਸੀਂ ਪੂਰੀ ਦੀ ਪੂਰੀ ਵੀਡੀਓ ਨੂੰ ਬਿਲਕੁਲ ਅੰਤ ਤੱਕ ਜ਼ਰੂਰ ਦੇਖੋਗੇ ਅਤੇ ਚੀਜ਼ਾਂ ਨੂੰ ਸਮਝੋਗੇ। ਅਤੇ ਤੁਹਾਡੇ ਸਾਹਮਣੇ ਹੀ ਸਭ ਕੁਝ ਲਿਖਿਆ ਹੋਇਆ ਹੈ, ਪਰ ਤੁਸੀਂ ਇਸ ਆਡੀਓ ਨੂੰ ਬੜੇ ਧਿਆਨ ਨਾਲ ਸੁਣਨਾ ਹੈ। ਇਹੀ ਤੁਹਾਡੇ ਪੇਪਰ ਦੇ ਵਿੱਚ ਬਹੁਤ ਜ਼ਿਆਦਾ ਕੰਮ ਆਏਗੀ। ਸੋ ਮੈਂ ਤੁਹਾਨੂੰ ਇੱਥੇ ਦੱਸ ਦੇਣਾ ਚਾਹੁੰਦਾ ਕਿ ਮੈਂ ਇਕਨੋਮਿਕਸ ਨੂੰ ਪੜ੍ਹਿਆ ਹੋਇਆ ਅਤੇ ਇਕਨੋਮਿਕਸ ਹੀ ਪੜ੍ਹਾਉਣ ਦਾ ਜਿਹੜਾ ਹੈ ਮੈਨੂੰ ਜਿਹੜਾ ਹੈ ਮੈਂ ਇਹ ਕਹਿ ਸਕਦਾ ਐਕਸਪੀਰੀਅੰਸ ਵੀ ਹੈ, ਅਤੇ ਇਕਨੋਮਿਕਸ ਨੂੰ ਮੈਂ ਆਪਣੇ ਗ੍ਰੈਜੂਏਸ਼ਨ ਲੈਵਲ ਤੱਕ ਕੀਤਾ ਵੀ ਹੋਇਆ। ਸੋ ਇਕਨੋਮਿਕਸ ਨੂੰ ਅਸੀਂ ਬੜੇ ਅੱਛੇ ਤਰੀਕੇ ਨਾਲ ਜਿਹੜਾ ਹੈ ਮੈਂ ਕਰਵਾ ਸਕਦਾ। ਸੋ ਇਸੇ ਕਰਕੇ ਮੈਂ ਇਕਨੋਮਿਕਸ ਨੂੰ ਇੱਕ ਹੀ ਵੀਡੀਓ ਦੇ ਵਿੱਚ ਇਕੱਠਾ ਕਰਨ ਦੇ ਵਿੱਚ ਜਿਹੜਾ ਹੈ ਮੈਨੂੰ ਸੌਖ ਜਿਹੜੀ ਉਹ ਹੋਈ ਹੈ, ਅਤੇ ਮੈਂ ਕਰਵਾ ਵੀ ਅੱਛੇ ਤਰੀਕੇ ਨਾਲ ਸਕਦਾ। ਸੋ ਉਮੀਦ ਕਰਦਾ ਤੁਸੀਂ ਜ਼ਰੂਰ ਸਮਝੋਗੇ ਅਤੇ ਸੁਣੋਗੇ। ਸੋ ਫਸਟਲੀ ਅਸੀਂ ਦੇਖਦੇ ਹਾਂ ਕਿ ਅਰਥ ਸ਼ਾਸਤਰ 'ਚ ਕੁਝ ਸ਼ਬਦਾਂ ਦਾ ਪ੍ਰਯੋਗ ਜਿਹੜਾ ਖਾਸ ਅਰਥਾਂ 'ਚ ਲਿਆ ਜਾਂਦਾ ਹੈ, ਯਾਨੀ ਕਿ ਕੁਝ ਟਰਮੀਨੋਲੋਜੀ ਹੁੰਦੀ ਹੈ ਇਕਨੋਮਿਕਸ ਦੀ। ਸੋ ਉਹਨਾਂ ਹੀ ਸ਼ਬਦਾਂ ਨੂੰ ਅਸੀਂ ਮੁੱਢਲੀਆਂ ਧਾਰਨਾਵਾਂ ਕਹਿੰਦੇ ਹਾਂ, ਯਾਨੀ ਕਿ ਕੁਝ ਕਨਸੈਪਟਸ ਜਿਹੜੇ ਅਸੀਂ ਇਕਨੋਮਿਕਸ 'ਚ ਪੜ੍ਹਦੇ ਹਾਂ ਉਹ ਟਰਮੀਨੋਲੋਜੀ ਸਾਨੂੰ ਜਿਹੜੀਆਂ ਪਤਾ ਹੋਣੀ ਚਾਹੀਦੀਆਂ। ਸੋ ਬੇਸਿਕਲੀ ਉਹ ਟਰਮੀਨੋਲੋਜੀਜ਼ ਕੀ ਨੇ, ਜਿਵੇਂ ਰਾਸ਼ਟਰੀ ਆਮਦਨ ਕੀ ਹੁੰਦਾ, ਪ੍ਰਤੀ ਵਿਅਕਤੀ ਆਮਦਨ ਕੀ ਹੁੰਦਾ, ਉਪਭੋਗ ਕੀ ਹੁੰਦਾ, ਬੱਚਤ ਕੀ ਹੁੰਦਾ ਅਤੇ ਨਿਵੇਸ਼ ਕੀ ਹੁੰਦਾ। ਠੀਕ ਹੈ ਜੀ। ਸੋ ਮੈਂ ਇੱਥੇ ਦੱਸ ਦੇਣਾ ਚਾਹੁੰਦਾ ਕਿ ਰਾਸ਼ਟਰੀ ਆਮਦਨ ਨੈਸ਼ਨਲ ਇਨਕਮ, ਪ੍ਰਤੀ ਵਿਅਕਤੀ ਆਮਦਨ, ਪਰ ਕੈਪੀਟਾ ਇਨਕਮ, ਉਪਭੋਗ ਯਾਨੀ ਕਿ ਕੰਜ਼ੰਪਸ਼ਨ, ਬੱਚਤ ਯਾਨੀ ਕਿ ਸੇਵਿੰਗ ਅਤੇ ਨਿਵੇਸ਼ ਯਾਨੀ ਕਿ ਇਨਵੈਸਟਮੈਂਟ। ਸੋ ਇਹ ਸਾਰੀਆਂ ਹੀ ਚੀਜ਼ਾਂ ਦੀ ਜਿਹੜੀ ਅਸੀਂ ਡੈਫੀਨੇਸ਼ਨ ਪੜ੍ਹਨੀ ਹੈ, ਕਿਉਂਕਿ ਪੇਪਰ 'ਚ ਕੁਝ ਵੀ ਡੈਫੀਨੇਸ਼ਨ ਬੇਸਡ ਪੁੱਛਿਆ ਜਾ ਸਕਦਾ ਹੈ। ਸਭ ਤੋਂ ਪਹਿਲਾਂ ਅਸੀਂ ਦੇਖਦੇ ਹਾਂ ਰਾਸ਼ਟਰੀ ਆਮਦਨ। ਸੋ ਇੱਕ ਦੇਸ਼ ਦੇ ਆਮ ਲੋਕਾਂ ਦੀ ਇੱਕ ਸਾਲ ਦੀ ਜੋ ਕਮਾਈ ਹੁੰਦੀ ਉਸਨੂੰ ਅਸੀਂ ਰਾਸ਼ਟਰੀ ਆਮਦਨ ਕਹਿ ਦਿੰਦੇ ਹਾਂ। ਠੀਕ ਹੈ ਜੀ। ਉਪਭੋਗ ਬੇਸਿਕਲੀ ਜੋ ਚੀਜ਼ ਆ ਉਹ ਹੈ ਖਰਚਾ। ਜੋ ਅਸੀਂ ਖਰਚ ਕਰਦੇ ਹਾਂ ਉਹੀ ਉਸਨੂੰ ਉਪਭੋਗ ਕਿਹਾ ਜਾਂਦਾ, ਅਤੇ ਜੋ ਖਰਚ ਕਰਦਾ ਹੈ ਉਸਨੂੰ ਉਪਭੋਗਤਾ ਕਿਹਾ ਜਾਂਦਾ। ਠੀਕ ਹੈ ਜੀ। ਉਪਭੋਗਤਾ ਜੋ ਖਰਚਦਾ ਹੈ ਉਸਨੂੰ ਉਪਭੋਗਤਾ, ਅਤੇ ਉਪਭੋਗ ਮਾਨੇ ਖਰਚ। ਅਸੀਂ ਆਮਦਨ ਤੋਂ ਬਾਅਦ ਜੋ ਖਰਚ ਕਰਦੇ ਹਾਂ ਉਸ ਖਰਚ ਨੂੰ ਉਪਭੋਗ ਕਿਹਾ ਜਾਂਦਾ ਹੈ। ਬੱਚਤ ਬੇਸਿਕਲੀ ਕੀ ਹੁੰਦੀ ਕਿ ਆਮਦਨ ਦੇ ਵਿੱਚੋਂ ਜਦੋਂ ਅਸੀਂ ਉਪਭੋਗ ਸੰਬੰਧੀ ਖਰਚੇ ਨੂੰ ਮਾਈਨਸ ਕਰ ਦਿੰਦੇ ਹਾਂ, ਸੋ ਜੋ ਬਚਦਾ ਉਹਨੂੰ ਅਸੀਂ ਬੱਚਤ ਕਹਿ ਦਿੰਦੇ ਹਾਂ। ਯਾਨੀ ਕਿ ਤੁਹਾਡੀ ਇਨਕਮ ਅਗਰ 10 ਰੁਪਏ ਹੈ, ਤੁਸੀਂ 2 ਰੁਪਏ ਉਪਭੋਗ ਕਰਤਾ, ਸੋ ਜੋ 8 ਰੁਪਏ ਹੈ ਉਹ ਹੁਣ ਤੁਹਾਡੀ ਬੱਚਤ ਹੋ ਗਈ। ਸੋ ਇਹ ਬੱਚਤ ਹੈ ਜੀ। ਨਿਵੇਸ਼
ਨਿਵੇਸ਼ ਕੀ ਹੁੰਦਾ ਕਿ ਪੂੰਜੀ ਵਿੱਚ ਕੀਤਾ ਜਾਣ ਵਾਲਾ ਵਾਧਾ ਜੋ ਹੈ ਉਹ ਨਿਵੇਸ਼ ਹੁੰਦਾ ਹੈ। ਪੂੰਜੀ ਵਿੱਚ ਕੀਤਾ ਜਾਣ ਵਾਲਾ ਵਾਧਾ ਯਾਨੀ ਕਿ ਜਦੋਂ ਅਸੀਂ ਆਪਣੇ ਪੈਸੇ ਨੂੰ ਹੋਰ ਵਧਾਉਣ ਦੇ ਲਈ ਕੁਝ ਕਰਦੇ ਹਾਂ, ਸੋ ਉਸ ਲਗਾਈ ਗਈ ਪੂੰਜੀ ਨੂੰ ਹੀ, ਉਸ ਪੂੰਜੀ ਵਿੱਚ ਕੀਤੇ ਗਏ ਵਾਧੇ ਨੂੰ ਹੀ ਜਿਹੜਾ ਹੈ ਸਾਡੇ ਵੱਲੋਂ ਨਿਵੇਸ਼ ਜਿਹੜਾ ਉਹ ਕਿਹਾ ਜਾਂਦਾ ਹੈ। ਪੂੰਜੀ ਨਿਰਮਾਣ ਕੀ ਹੁੰਦਾ ਕਿ ਜਦੋਂ ਨਿਵੇਸ਼ ਕਰ ਲੈਣ ਤੋਂ ਬਾਅਦ ਟੋਟਲ ਪੂੰਜੀ ਦੇ ਵਿੱਚ ਜਦੋਂ ਵਾਧਾ ਹੋ ਜਾਂਦਾ ਹੈ, ਕਿਉਂਕਿ ਅਸੀਂ ਪੈਸਾ ਲਗਾਉਣੇ ਤਾਂ ਕਿ ਸਾਡੀ ਪੂੰਜੀ ਵਧੇ। ਸੋ ਬੇਸਿਕਲੀ ਜਦੋਂ ਪੂੰਜੀ ਵੱਧ ਜਾਂਦੀ ਹੈ, ਸੋ ਉਸ ਚੀਜ਼ ਨੂੰ ਹੀ ਪੂੰਜੀ ਨਿਰਮਾਣ ਕਿਹਾ ਜਾਂਦਾ ਹੈ। ਨੈਕਸਟ ਜਿਹੜੀ ਟਰਮੀਨੋਲੋਜੀ ਹੈ ਉਹ ਸਾਡੇ ਕੋਲ ਹੈ ਛੁਪੀ ਹੋਈ ਬੇਰੁਜ਼ਗਾਰੀ। ਛੁਪੀ ਹੋਈ ਬੇਰੁਜ਼ਗਾਰੀ ਕੀ ਹੁੰਦੀ ਹੈ ਕਿ ਬਹੁਤ ਵਾਰੀ ਕੀ ਹੁੰਦਾ ਕਿ ਖੇਤਾਂ ਦੇ ਵਿੱਚ ਲੋੜ ਜੋ 5 ਮਜ਼ਦੂਰਾਂ ਦੀ ਹੁੰਦੀ ਹੈ, ਪਰ ਉੱਥੇ ਕੰਮ 7 ਲੋਕ ਕਰ ਰਹੇ ਹੁੰਦੇ ਨੇ। ਸੋ ਬੇਸਿਕਲੀ ਉਹ ਕੰਮ ਜੇਕਰ 5 ਬੰਦੇ ਵੀ ਕਰ ਸਕਦੇ ਸੀ, ਸੋ ਉਹ 2 ਬੰਦੇ ਕੁਝ ਹੋਰ ਕੰਮ ਵੀ ਕਰ ਸਕਦੇ ਸੀ, ਪਰ ਉਹ ਉਸੇ ਦੇ ਵਿੱਚ ਲੱਗੇ ਹੋਏ ਨੇ। ਯਾਨੀ ਕਿ ਉਹੀ ਇੱਕ ਛੁਪੀ ਹੋਈ ਬੇਰੁਜ਼ਗਾਰੀ ਹੈ, ਜਿਹੜੀ ਦੇਖਣ ਵਿੱਚ ਬੇਰੁਜ਼ਗਾਰੀ ਨਹੀਂ ਲੱਗਦੀ, ਕਿਉਂਕਿ ਉਹ ਇੱਦਾਂ ਲੱਗਦਾ ਕਿ ਹਾਂ ਸਾਰੇ ਲੋਕ ਆਪਣੇ ਆਪਣੇ ਕੰਮ ਲੱਗੇ ਹੋਏ ਨੇ, ਪਰ ਅਸਲ ਵਿੱਚ ਉਹ ਜੋ ਬੇਰੁਜ਼ਗਾਰੀ ਉਹ ਛੁਪੀ ਹੋਈ ਬੇਰੁਜ਼ਗਾਰੀ ਹੈ ਜੋ ਦਿਖਦੀ ਨਹੀਂ। ਇਸੇ ਤਰੀਕੇ ਨਾਲ ਦੁਕਾਨਾਂ ਦੇ ਵਿੱਚ ਵੀ ਹੁੰਦਾ ਹੈ ਕਿ ਕਈ ਵਾਰ ਉੱਥੇ 2 ਹੀ ਬੰਦੇ ਦੀ ਲੋੜ ਹੁੰਦੀ ਹੈ, ਬਟ ਉੱਥੇ 4 ਬੰਦੇ ਬੈਠੇ ਹੁੰਦੇ ਨੇ। ਸੋ ਉਹ ਵੀ ਕਿਤੇ ਨਾ ਕਿਤੇ ਇੱਕ ਛੁਪੀ ਹੋਈ ਬੇਰੁਜ਼ਗਾਰੀ ਹੀ ਹੁੰਦੀ ਹੈ। ਉਹ ਅਵਸਥਾ ਜਿਸ ਵਿੱਚ ਜਿੰਨੇ ਮਜ਼ਦੂਰ ਕਿਸੇ ਕੰਮ ਤੇ ਲੱਗੇ ਹੋਏ ਹਨ, ਉਹਨਾਂ ਤੋਂ ਕਿਤੇ ਘੱਟ ਮਾਤਰਾ ਦੇ ਵਿੱਚ ਲੋੜ ਹੁੰਦੀ ਹੈ, ਪਰ ਉਹ ਕੰਮ ਤੇ ਲਗਾਇਆ ਗਿਆ ਹੁੰਦਾ ਹੈ। ਉਸ ਤੋਂ ਬਾਅਦ ਹੈ ਜੀ ਪੂਰਨ ਰੁਜ਼ਗਾਰ। ਪੂਰਨ ਰੁਜ਼ਗਾਰ ਦਾ ਮਤਲਬ ਹੁੰਦਾ ਉਹ ਅਵਸਥਾ ਜਿਸ ਵਿੱਚ ਕੋਈ ਵੀ ਮਨੁੱਖ ਬੇਰੁਜ਼ਗਾਰ ਨਹੀਂ ਹੁੰਦਾ, ਮਤਲਬ ਇਸ ਦਾ ਮਤਲਬ ਹੁੰਦਾ ਪੂਰਨ ਰੁਜ਼ਗਾਰ। ਦੂਸਰੀ ਚੀਜ਼ ਇਹ ਵੀ ਕੁਐਸਚਨ ਆ ਸਕਦਾ ਕਿ ਪੂਰਨ ਰੁਜ਼ਗਾਰ ਦੀ ਸਥਿਤੀ ਪ੍ਰਾਪਤ ਕਦੋਂ ਹੁੰਦੀ ਹੈ, ਮਤਲਬ ਕਿ ਇੱਕ ਇਨਸਾਨ ਨੂੰ ਬੇਰੁਜ਼ਗਾਰ ਕਦੋਂ ਕਿਹਾ ਜਾਂਦਾ ਹੈ। ਠੀਕ ਹੈ ਜੀ। ਸੋ ਇਹਦੀ ਡੈਫੀਨੇਸ਼ਨ ਹੁੰਦੀ ਹੈ ਕਿ ਇੱਕ ਇਨਸਾਨ ਨੂੰ ਉਦੋਂ ਬੇਰੁਜ਼ਗਾਰ ਕਿਹਾ ਜਾਂਦਾ ਹੈ ਜਿਵੇਂ ਮੰਨ ਲਓ ਕਿ ਤੁਸੀਂ ਪੜ੍ਹੇ ਲਿਖੇ ਹੋ, ਪਰ ਤੁਹਾਨੂੰ ਕੰਮ ਮਿਲ ਰਿਹਾ ਹੈ 10 ਰੁਪਏ ਦੇ ਉੱਪਰ, ਜਾਂ ਚਲੋ ਅੱਜ ਦੇ ਸਮੇਂ ਦੀ ਐਗਜ਼ਾਮਪਲ ਲੈ ਰਹੇ ਨੇ 10,000 ਦੇ ਉੱਪਰ ਤੁਹਾਨੂੰ ਕੰਮ ਮਿਲ ਰਿਹਾ ਹੈ, ਪਰ ਤੁਸੀਂ ਉਸ ਕੰਮ ਨੂੰ 10,000 ਰੁਪਏ 'ਚ ਕਰਨ ਨੂੰ ਤਿਆਰ ਨਹੀਂ ਹੋ। ਸੋ ਹੁਣ ਤੁਸੀਂ ਬੇਰੁਜ਼ਗਾਰ ਨਹੀਂ ਕਹਿਲਾਓਗੇ। ਕੀ ਹੁੰਦਾ ਹੈ ਬੇਰੁਜ਼ਗਾਰੀ ਦੀ ਡੈਫੀਨੇਸ਼ਨ ਇਹ ਹੁੰਦੀ ਹੈ ਕਿ ਇੱਕ ਇਨਸਾਨ ਨੂੰ ਕੰਮ ਮਿਲ ਰਿਹਾ ਹੈ, ਮਤਲਬ ਕਿਸੇ ਇਨਸਾਨ ਨੂੰ ਕੰਮ ਮਿਲ ਰਿਹਾ ਪਰ ਉਸ ਕੰਮ ਨੂੰ ਕਰਨ ਲਈ ਤਿਆਰ ਨਹੀਂ ਹੈ, ਸੋ ਇਹਦਾ ਮਤਲਬ ਬੇਰੁਜ਼ਗਾਰ ਨਹੀਂ ਹੈ। ਬੇਰੁਜ਼ਗਾਰੀ ਦੇ ਅਰਥ ਇਹ ਕੱਢੇ ਜਾਂਦੇ ਨੇ ਕਿ ਤੁਹਾਨੂੰ ਕੋਈ ਵੀ ਕੰਮ ਅਗਰ ਮਿਲ ਰਿਹਾ ਹੈ ਤੇ ਤੁਸੀਂ ਉਸ ਨੂੰ ਕਰਨ ਲਈ ਵੀ ਤਿਆਰ ਹੋ, ਸੋ ਇਹਦਾ ਮਤਲਬ ਤੁਹਾਡੇ ਕੋਲ ਰੁਜ਼ਗਾਰ ਹੈ। ਅਗਰ ਤੁਸੀਂ ਨਹੀਂ ਕਰਨਾ ਚਾਹੁੰਦੇ, ਦੈਟ ਮੀਨਸ ਤੁਸੀਂ ਬੇਰੁਜ਼ਗਾਰ ਨਹੀਂ ਹੋ। ਠੀਕ ਹੈ ਜੀ। ਸੋ ਡੈਫੀਨੇਸ਼ਨ ਹੁੰਦੀ ਇਕਨੋਮਿਕਸ ਦੀ ਆਪਣੇ ਸ਼ਬਦਾਂ ਦੇ ਵਿੱਚ। ਉਸ ਤੋਂ ਬਾਅਦ ਹੈ ਜੀ ਮੁਦਰਾ ਸਫੀਤੀ। ਮੁਦਰਾ ਸਫੀਤੀ ਹੁੰਦਾ ਜੀ ਕੀਮਤਾਂ ਦੇ ਵਿੱਚ ਜੋ ਲਗਾਤਾਰ ਵਾਧਾ ਹੁੰਦਾ, ਉਸੇ ਨੂੰ ਮੁਦਰਾ ਸਫੀਤੀ ਕਿਹਾ ਜਾਂਦਾ। ਜਿਵੇਂ ਅੱਜ ਦੇ ਸਮੇਂ 'ਚ ਹਰ ਇੱਕ ਚੀਜ਼ ਦਾ ਰੇਟ ਜਿਹੜਾ ਵੱਧਦਾ ਰਹਿੰਦਾ, ਪਿਆਜ਼ਾਂ ਦਾ ਜਾਂ ਹੋਰ ਸਾਰੀਆਂ ਸਬਜ਼ੀਆਂ ਦਾ। ਸੋ ਇਹ ਸਾਰਾ ਮੁਦਰਾ ਸਫੀਤੀ ਦੇ ਅੰਡਰ ਹੀ ਆਉਂਦਾ। ਸੋ ਸਿੰਪਲ ਜਿਹਾ ਤੁਹਾਨੂੰ ਕਾਰਨ ਵੀ ਪਤਾ ਲੱਗ ਗਿਆ ਹੋਏਗਾ ਕਿ ਮੁਦਰਾ ਸਫੀਤੀ ਦਾ ਕਾਰਨ ਕੀ ਹੁੰਦਾ। ਮੁਦਰਾ ਸਫੀਤੀ ਦਾ ਬੇਸਿਕਲੀ ਕਾਰਨ ਹੀ ਇਹੀ ਹੁੰਦਾ ਕਿ ਜਦੋਂ ਜੋ ਡਿਮਾਂਡ ਹੈ ਤੇ ਜੋ ਸਪਲਾਈ ਹੁੰਦੀ ਹੈ, ਮਤਲਬ ਸਪਲਾਈ ਜੋ ਹੈ ਉਹ ਘੱਟ ਰਹਿ ਜਾਂਦੀ ਹੈ ਤੇ ਡਿਮਾਂਡ ਜਿਹੜੀ ਬਹੁਤ ਜ਼ਿਆਦਾ ਹੋਣੀ ਸ਼ੁਰੂ ਹੋ ਜਾਂਦੀ ਹੈ, ਫਿਰ ਮੁਦਰਾ ਸਫੀਤੀ ਜਿਹੜੀ ਹੈ ਉਹ ਆਉਣੀ ਸ਼ੁਰੂ ਹੋ ਜਾਂਦੀ ਹੈ। ਸੋ ਬੇਸਿਕਲੀ ਮੁਦਰਾ ਸਫੀਤੀ ਹੁੰਦਾ ਕੀਮਤਾਂ 'ਚ ਵਾਧਾ ਹੋਣਾ, ਪਰ ਉਹ ਮੁਦਰਾ ਸਫੀਤੀ ਹੁੰਦੀ ਕਿਉਂ ਹੈ? ਇਸ ਕਰਕੇ ਕਿਉਂਕਿ ਸਪਲਾਈ ਘੱਟ ਹੋਈ ਪਈ ਹੁੰਦੀ ਹੈ, ਪਰ ਮੰਗ ਜਿਹੜੀ ਹੈ ਬਹੁਤ ਜ਼ਿਆਦਾ ਹੁੰਦੀ ਹੈ ਮਾਰਕੀਟ 'ਚ। ਠੀਕ ਹੈ ਜੀ। ਦੈਨ ਨੈਕਸਟ ਕਨਸੈਪਟ ਆ ਜਾਂਦਾ ਜੀ ਸਾਡਾ ਬਜਟ ਦਾ। ਬਜਟ, ਸੋ ਆਮਦਨ ਖਰਚ ਦਾ ਵੇਰਵਾ ਹੀ ਜਿਹੜਾ ਉਹ ਬਜਟ ਹੁੰਦਾ। ਬੇਸਿਕਲੀ ਅਸੀਂ ਬਜਟ ਦੇ ਵਿੱਚ ਉਹੀ ਚੀਜ਼ਾਂ ਪਾਉਣੇ ਜਿਹੜਾ ਕੁਛ ਅਸੀਂ ਖਰਚਣਾ ਹੁੰਦਾ। ਕਦੇ ਵੀ ਅਸੀਂ ਆਮਦਨ ਮਤਲਬ ਪੈਸਾ ਜਿੰਨਾ ਹੁੰਦਾ ਉਹ ਅਲੱਗ ਹੈ, ਪਰ ਜੋ ਅਸੀਂ ਖਰਚਣਾ ਹੈ ਬੇਸਿਕਲੀ ਉਹੀ ਬਜਟ ਦਾ ਹਿੱਸਾ ਹੁੰਦਾ। ਸੋ ਬਜਟ ਹੋ ਗਿਆ ਜੀ। ਉਸ ਤੋਂ ਬਾਅਦ ਆ ਗਿਆ ਜੀ ਵਿਕਾਸ ਦਰ। ਵਿਕਾਸ ਦਰ ਉਹ ਹੁੰਦਾ ਕਿ ਜਿਸ ਤੋਂ ਸਾਨੂੰ ਪਤਾ ਲੱਗਦਾ ਕਿ ਪਿਛਲੇ ਸਾਲ ਦੀ ਸਾਡੀ ਇੰਨੀ ਗਰੋਥ ਹੋਈ ਸੀ, ਪਰ ਇਸ ਸਾਲ ਸਾਡੀ ਰਾਸ਼ਟਰੀ ਆਮਦਨ ਜਿਹੜੀ ਉਹ ਇੰਨੀ ਹੋਈ ਹੈ। ਸੋ ਇਹਦੇ ਵਿੱਚ ਦਾ ਜੋ ਗੈਪ ਹੁੰਦਾ ਇੱਕ ਪਰਸੈਂਟੇਜ, ਔਰ ਪਿਛਲੇ ਸਾਲ ਤੋਂ ਉਸ ਤੋਂ ਪਿਛਲੇ ਸਾਲ ਦੇ ਵਿੱਚੋਂ ਗੈਪ ਕਿੰਨਾ ਸੀ, ਕਿੰਨੇ ਪਰਸੈਂਟ ਵਧੇ ਆ। ਸੋ ਬੇਸਿਕਲੀ 2 ਸਾਲ ਦਾ ਕੰਪੈਰੀਜ਼ਨ ਕਰਕੇ ਅਸੀਂ ਦੱਸਦੇ ਹਾਂ ਕਿ ਵਿਕਾਸ ਦਰ ਜ਼ਿਆਦਾ ਹੈ ਜਾਂ ਘੱਟ ਹੋਈ ਹੈ। ਸੋ ਇਹ ਹੁੰਦਾ ਜੀ। ਉਸ ਤੋਂ ਬਾਅਦ ਹੈ ਜੀ ਭੁਗਤਾਨ ਸੰਤੁਲਨ। ਭੁਗਤਾਨ ਸੰਤੁਲਨ ਬੇਸਿਕਲੀ ਕੀ ਹੁੰਦਾ ਕਿ ਜਦੋਂ ਇੱਕ ਦੇਸ਼ ਜਿਹੜਾ ਹੈ, ਮੰਨ ਲਓ ਸਾਡਾ ਇੰਡੀਆ ਹੈ ਅਤੇ ਇੱਧਰ ਅਮੈਰੀਕਾ ਹੈ, ਸੋ ਇੰਡੀਆ ਦਾ ਅਮੈਰੀਕਾ ਨਾਲ ਜੋ ਲੈਣ ਦੇਣ ਹੈ, ਅਤੇ ਉਹੀ ਜੇਕਰ ਇੰਡੀਆ ਦਾ ਅਸੀਂ ਸਾਰੇ ਹੀ ਦੇਸ਼ਾਂ ਨਾਲ, ਸਾਰੀਆਂ ਹੀ ਫੋਰਨ ਕੰਟਰੀਜ਼ ਨਾਲ ਦੇਖੀਏ, ਸੋ ਸਾਰੀਆਂ ਫੋਰਨ ਕੰਟਰੀਜ਼ ਨਾਲ ਜੋ ਸਾਡਾ ਲੈਣ ਦੇਣ ਹੁੰਦਾ ਹੈ, ਸੋ ਬੇਸਿਕਲੀ ਉਹ ਜੋ ਇੱਕ ਅਕਾਊਂਟ ਹੈ ਉਸ ਚੀਜ਼ ਨੂੰ ਅਸੀਂ ਭੁਗਤਾਨ ਸੰਤੁਲਨ ਕਹਿੰਦੇ ਹਾਂ। ਹੁਣ ਭੁਗਤਾਨ ਸੰਤੁਲਨ ਸਾਡੇ ਹੱਕ 'ਚ ਹੁੰਦਾ ਜਾਂ ਸਾਡੇ ਉਲਟ ਹੁੰਦਾ, ਉਹ ਇੱਕ ਅਲੱਗ ਚੀਜ਼ ਹੁੰਦੀ ਹੈ। ਵੈਸੇ ਤਾਂ ਇੰਡੀਆ ਦੇ ਭੁਗਤਾਨ ਸੰਤੁਲਨ ਜੋ ਹੈ ਹਮੇਸ਼ਾ ਉਲਟ ਯਾਨੀ ਕਿ ਪ੍ਰਤੀਕੂਲ ਹੀ ਰਹਿੰਦਾ, ਕਿਉਂਕਿ ਅਸੀਂ ਬਹੁਤ ਜ਼ਿਆਦਾ ਚੀਜ਼ਾਂ ਮੰਗਵਾਉਂਦੇ ਹਾਂ ਔਰ ਭੇਜਦੇ ਬਹੁਤ ਘੱਟ ਹਾਂ। ਯਾਨੀ ਕਿ ਅਸੀਂ ਕਣਕਾਂ ਉੱਥੇ ਘੱਟ ਭੇਜਦੇ ਹਾਂ, ਮਸਾਲੇ ਘੱਟ ਭੇਜਦੇ ਹਾਂ, ਮਤਲਬ ਮਸਾਲੇ ਅਸੀਂ ਭੇਜਦੇ ਬਹੁਤ ਮਾਤਰਾ 'ਚ, ਪਰ ਉਹਨਾਂ ਦਾ ਰੇਟ ਬਹੁਤ ਘੱਟ ਹੁੰਦਾ। ਪਰ ਅਸੀਂ ਮੰਗਵਾਉਂਦੇ ਮਸ਼ੀਨਾਂ ਹਾਂ, ਫੋਨ ਮੰਗਵਾਉਂਦੇ ਹਾਂ, ਜਿਸ ਕਰਕੇ ਸਾਡਾ ਭੁਗਤਾਨ ਸੰਤੁਲਨ ਜੋ ਹੁੰਦਾ ਉਹ ਹਮੇਸ਼ਾ ਪ੍ਰਤੀਕੂਲ ਹੀ ਰਹਿੰਦਾ, ਸਾਡੇ ਹੱਕ ਵਿੱਚ ਨਹੀਂ ਹੁੰਦਾ ਕਦੇ ਵੀ। ਠੀਕ ਹੈ ਜੀ। ਸੋ ਆਓ ਨੈਕਸਟ ਆਪਾਂ ਕੁਐਸਚਨਸ ਦੇਖਦੇ ਹਾਂ।
ਮੈਨੂੰ ਸਪੀਡ ਇਸ ਕਰਕੇ ਰੱਖਣੀ ਪੈ ਰਹੀ ਹੈ ਕਿਉਂਕਿ ਅਸੀਂ ਬਹੁਤ ਲੰਬਾ ਇਸ ਲੈਕਚਰ ਨੂੰ ਕਰਨਾ ਹੈ। ਸਾਡਾ ਟੌਪਿਕ ਬਹੁਤ ਲੰਬਾ ਹੈ। ਅਸੀਂ ਸਾਰੀ ਹੀ ਇਕਨੋਮਿਕਸ ਨੂੰ ਇੱਕ ਹੀ ਮਤਲਬ ਲੈਕਚਰ ਦੇ ਵਿੱਚ ਜਿਹੜੀ ਹੈ ਕਵਰ ਕਰਨ ਦਾ ਜਿਹੜਾ ਟੀਚਾ ਰੱਖਿਆ ਹੈ। ਸੋ ਤੁਹਾਨੂੰ ਥੋੜ੍ਹਾ ਤੁਸੀਂ ਇਸ ਦੀ ਸਪੀਡ ਨੂੰ ਖੁਦ ਜਿਹੜੀ ਹੈ ਸਲੋ ਕਰ ਸਕਦੇ ਹੋ। ਤੁਸੀਂ 0.75 'ਤੇ ਇਸ ਨੂੰ ਕਰਕੇ ਰੱਖ ਸਕਦੇ ਹੋ। ਸੋ ਨੈਕਸਟ ਆਪਾਂ ਫਿਰ ਉੱਥੇ ਹੀ ਹੈ। ਫਸਟ ਕੁਐਸਚਨ ਇਹ ਹੈ ਜੀ ਕਿ ਮੁੱਢਲੀਆਂ ਧਾਰਨਾਵਾਂ ਕੀ ਹੈ। ਸੋ ਮੁੱਢਲੀਆਂ ਧਾਰਨਾਵਾਂ ਜਿਹਦੀ ਕਿਸੇ ਵੀ ਚੀਜ਼ ਨੂੰ ਪੜ੍ਹਨ ਲਈ ਉਹਦੀ ਮੈਥੋਡੋਲੋਜੀ ਹੁੰਦੀ ਹੈ। ਜਾਂ ਅਗਰ ਤੁਸੀਂ ਹਿਸਟਰੀ ਦੇ ਸਟੂਡੈਂਟ ਹੋ, ਅਗਰ ਤੁਸੀਂ ਆਰਟਸ ਪੜ੍ਹੀ ਹੈ, ਸੋ ਤੁਹਾਨੂੰ ਕੁਛ ਮੈਥੋਡੋਲੋਜੀਜ਼ ਜਿਹੜੀਆਂ ਉਹ ਪਤਾ ਹੁੰਦੀਆਂ। ਤੁਹਾਨੂੰ ਕੁਛ ਚੀਜ਼ਾਂ ਯਾਦ ਕਰਨ ਦੇ ਤਰੀਕੇ ਪਤਾ ਹੁੰਦੇ ਨੇ। ਜਿਵੇਂ ਤੁਸੀਂ ਹਿਸਟਰੀ ਪੜ੍ਹਦੇ ਹੋ ਤਾਂ ਤੁਹਾਨੂੰ ਸਨ ਕਿਵੇਂ ਯਾਦ ਕਰਨੇ ਹੈ, ਕਿਵੇਂ ਸੀਕੁਐਂਸ 'ਚ ਕਹਾਣੀ ਵਾਂਗ ਤੁਸੀਂ ਚੀਜ਼ਾਂ ਨੂੰ ਪੜ੍ਹਨਾ ਹੈ। ਅਗਰ ਤੁਸੀਂ ਮੈਥ ਦੇ ਹੋ ਤਾਂ ਤੁਹਾਨੂੰ ਥੀਟਾ ਹੋ ਗਿਆ ਜਾਂ ਕੁਛ ਐਂਗਲ ਹੋ ਗਿਆ, ਇਹ ਚੀਜ਼ਾਂ ਤੁਹਾਡੀ ਮੈਥੋਡੋਲੋਜੀ ਹੁੰਦੀਆਂ ਨੇ। ਠੀਕ ਹੈ ਜੀ। ਪ੍ਰਤੀ ਵਿਅਕਤੀ ਆਮਦਨ ਦੀ ਡੈਫੀਨੇਸ਼ਨ ਅਸੀਂ ਕਰ ਚੁੱਕੇ ਹਾਂ। ਸੋ ਪ੍ਰਤੀ ਵਿਅਕਤੀ ਆਮਦਨ ਹੁੰਦਾ ਕੀ ਕਿ ਕਿਸੇ ਦੇਸ਼ ਦੇ ਲੋਕਾਂ ਦੀ ਇੱਕ ਨਿਸ਼ਚਿਤ ਸਮੇਂ 'ਚ ਪ੍ਰਾਪਤ ਹੋਣ ਵਾਲੀ ਔਸਤ ਆਮਦਨ। ਮਤਲਬ ਇੱਦਾਂ ਨਹੀਂ ਹੈ ਕਿ ਹਰ ਇੱਕ ਬੰਦੇ ਨੂੰ ਉਸਦੀ ਆਮਦਨ ਪੁੱਛੀ ਜਾਂਦੀ ਹੈ। ਬੇਸਿਕਲੀ ਇਹ ਦੇਖਿਆ ਜਾਂਦਾ ਕਿ ਪੂਰੇ ਦੇਸ਼ ਦੇ ਵਿੱਚ ਇੰਨਾ ਕੁਛ ਖਰਚ ਹੋ ਰਿਹਾ ਔਰ ਉਸ ਨੂੰ ਡਿਵਾਈਡ ਕਰ ਲੈਂਦੇ ਨੇ। ਆਮਦਨ ਕਿੰਨੀ ਹੋ ਰਹੀ ਹੈ ਲੋਕਾਂ ਨੂੰ, ਮਤਲਬ ਇਹ ਦੇਖਿਆ ਜਾਂਦਾ ਕਿ ਪੂਰੇ ਦੇਸ਼ ਦੇ ਲੋਕਾਂ ਨੂੰ ਇੰਨੀ ਇਨਕਮ ਹੋ ਰਹੀ ਹੈ ਔਰ ਜਿੰਨੀ ਪੋਪੂਲੇਸ਼ਨ ਹੈ ਉਹਦੇ ਨਾਲ ਡਿਵਾਈਡ ਕਰਕੇ ਅਸੀਂ ਉਹਨਾਂ ਦੀ ਔਸਤ ਆਮਦਨ ਜਿਹੜੀ ਉਹ ਕੱਢ ਲੈਂਦੇ ਹਾਂ, ਪ੍ਰਤੀ ਵਿਅਕਤੀ ਆਮਦਨ। ਬੱਚਤ ਤੋਂ ਕੀ ਭਾਵ ਹੈ। ਬੱਚਤ ਬੇਸਿਕਲੀ ਉਹੀ ਆਮਦਨ ਅਤੇ ਉਪਭੋਗ ਦੇ ਅੰਤਰ ਨੂੰ ਜਿਹੜਾ ਹੈ ਬੱਚਤ ਕਹਿ ਦਿੰਦੇ ਹੈ। ਸੋ ਕਿਸੇ ਦੇਸ਼ ਦੇ ਲੋਕਾਂ ਦਾ ਜੀਵਨ ਪੱਧਰ ਕਿਸ ਗੱਲ 'ਤੇ ਨਿਰਭਰ ਕਰਦਾ। ਬੇਸਿਕਲੀ ਪ੍ਰਤੀ ਵਿਅਕਤੀ ਆਮਦਨ ਕਿਹੋ ਜਿਹੀ ਹੈ। ਅਗਰ ਅਸੀਂ ਕੰਪੇਅਰ ਕਰਦੇ ਹਾਂ ਕਿ ਇੰਡੀਆ ਅਮੈਰੀਕਾ ਨਾਲੋਂ ਪਿੱਛੇ ਕਿਉਂ ਹੈ, ਸੋ ਇਸ ਕਰਕੇ ਪਿੱਛੇ ਹੈ ਕਿਉਂਕਿ ਅਗਰ ਇੰਡੀਆ ਦੇ ਵਿੱਚ $500 ਸਾਲ ਦਾ ਪ੍ਰਤੀ ਵਿਅਕਤੀ ਆਮਦਨ ਹੋਏਗੀ ਤਾਂ ਅਮਰੀਕਾ ਦੇ ਵਿੱਚ ਉਹ 1800 ਜਾਂ ਅਗਰ ਮੈਂ ਸਹੀ ਹੋਵਾਂ ਤਾਂ $4200 ਜਿਹੜਾ ਹੈ ਇੰਨਾ ਜਿਹੜਾ ਅੰਤਰ ਹੁੰਦਾ ਹੈ। ਮਤਲਬ ਕਿ ਵਿਚਾਲੇ $3700 ਦਾ ਜਿਹੜਾ ਹੈ ਫ਼ਰਕ ਹੈ ਉਹ ਅਮੈਰੀਕਾ ਦੇ ਨਾਲ ਸਾਡਾ ਹੁੰਦਾ ਹੈ। ਇਸੇ ਕਰਕੇ ਅਸੀਂ ਪਿਛੜੇ ਹੋਏ ਦੇਸ਼ਾਂ ਦੇ ਵਿੱਚ ਗਿਣਤੀ ਹੁੰਦੀ ਹੈ ਸਾਡੀ। ਉਸ ਤੋਂ ਬਾਅਦ ਹੈ ਜੀ ਘਰੇਲੂ ਸਾਧਨ ਆਮਦਨ। ਘਰੇਲੂ ਸਾਧਨ ਆਮਦਨ ਤੋਂ ਕੀ ਭਾਵ ਹੈ। ਉਹ ਕਹਿੰਦੇ ਦੇਸ਼ ਦੀ ਘਰੇਲੂ ਸੀਮਾ ਦੇ ਅੰਦਰ ਭਿੰਨ ਭਿੰਨ ਉਤਪਾਦਨਾਂ ਦੇ ਸਾਧਨ। ਦੇਖੋ ਘਰੇਲੂ ਸਾਧਨ ਆਮਦਨ ਕੀ ਹੁੰਦਾ ਹੈ ਬੇਸਿਕਲੀ ਕਿ ਘਰੇਲੂ ਇੱਕ ਤਾਂ ਸਾਡੇ ਘਰ ਦੇ ਅੰਦਰ ਯਾਨੀ ਕਿ ਸਾਡੇ ਦੇਸ਼ 'ਚ ਸਾਧਨ ਆਮਦਨ। ਹੁਣ ਸਾਡੇ ਦੇਸ਼ 'ਚ ਕਿਹੜੇ ਕਿਹੜੇ ਸਾਧਨ ਨੇ ਜਿਹੜੇ ਆਮਦਨ ਦੇ ਸਕਦੇ ਆ। ਸੋ ਕੀ ਹੁੰਦਾ ਭਿੰਨ ਭਿੰਨ ਉਤਪਾਦਨ ਦੇ ਸਾਧਨ। ਹੁਣ ਦੇਖੋ ਉਤਪਾਦਨ ਕਿਸੇ ਇੱਕ ਚੀਜ਼ ਨਾਲ ਤਾਂ ਹੁੰਦਾ ਨਹੀਂ, ਕਿਸੇ ਮਸ਼ੀਨ ਤੋਂ ਤਾਂ ਹੁੰਦਾ ਨਹੀਂ। ਉਸ ਮਸ਼ੀਨ ਨੂੰ ਲਾਉਣ ਲਈ ਭੂਮੀ ਵੀ ਚਾਹੀਦੀ ਹੈ, ਉਸ ਮਸ਼ੀਨ ਨੂੰ ਚਲਾਉਣ ਲਈ ਮਜ਼ਦੂਰ ਵੀ ਚਾਹੀਦਾ ਹੈ, ਉਸ ਮਸ਼ੀਨ ਨੂੰ ਲਿਆਉਣ ਲਈ ਪੂੰਜੀ ਵੀ ਚਾਹੀਦੀ ਸੀ ਅਤੇ ਉਸ ਮਸ਼ੀਨ 'ਤੇ ਪੈਸਾ ਲਾਉਣ ਲਈ ਉੱਦਮੀ ਵੀ ਚਾਹੀਦਾ ਸੀ ਜਿਹਨੇ ਪੈਸਾ ਲਾਉਣਾ ਸੀ। ਬੇਸਿਕ ਇਹ ਚੀਜ਼ ਹੈ ਜੀ। ਹੁਣ ਕੀ ਹੈ ਕਿ ਦੇਸ਼ ਕੋਲ ਚਾਰ ਸਾਧਨ ਤਾਂ ਹੈ, ਭੂਮੀ ਹੈ, ਮਜ਼ਦੂਰੀ ਹੈ, ਪੂੰਜੀ ਵੀ ਹੈ ਅਤੇ ਉੱਦਮੀ ਵੀ ਹੈ। ਸੋ ਹੁਣ ਉਹੀ ਤੁਹਾਨੂੰ ਆਮਦਨ ਦੇਣਗੇ ਅਤੇ ਉਹ ਆਮਦਨ ਕਿਸ ਰੂਪ 'ਚ ਹੋਏਗੀ ਦੇਸ਼ ਨੂੰ। ਭੂਮੀ ਤੋਂ ਜਿਹੜੀ ਆਮਦਨ ਹੈ ਉਹ ਕਿਰਾਏ ਦੇ ਰੂਪ 'ਚ ਹੋ ਜਾਏਗੀ। ਮਜ਼ਦੂਰੀ ਨੂੰ ਮਜ਼ਦੂਰ ਜਿਹੜਾ ਮਜ਼ਦੂਰੀ ਕਰੇਗਾ ਸੋ ਉਸ ਨੂੰ ਮਜ਼ਦੂਰੀ ਦੇ ਰੂਪ 'ਚ ਇਨਕਮ ਹੋਏਗੀ। ਜਿਹੜਾ ਪੂੰਜੀਪਤੀ ਹੈ ਉਸ ਨੂੰ ਵਿਆਜ ਦੇ ਰੂਪ 'ਚ ਜਿਹੜੀ ਹੈ ਇਨਕਮ ਹੋ ਜਾਏਗੀ ਅਤੇ ਜੋ ਉੱਦਮੀ ਹੈ ਜੋ ਪੈਸਾ ਲਾਉਂਦਾ ਹੈ ਉਹਨੂੰ ਲਾਭ ਦੇ ਰੂਪ 'ਚ ਜਿਹੜੀ ਉਹ ਇਨਕਮ ਹੋ ਜਾਏਗੀ। ਸੋ ਘਰੇਲੂ ਸਾਧਨ ਆਮਦਨ ਦਾ ਮਤਲਬ ਹੁੰਦਾ ਕਿ ਸਾਡੀ ਬਾਊਂਡਰੀ, ਘਰ ਦੀ ਬਾਊਂਡਰੀ, ਦੇਸ਼ ਦੀ ਬਾਊਂਡਰੀ ਦੇ ਵਿੱਚ ਹੀ ਜਿਹੜੀ ਸਾਨੂੰ ਇਨਕਮ ਹੁੰਦੀ ਉਹ ਬੇਸਿਕਲੀ ਇਸ ਤਰੀਕੇ ਨਾਲ ਹੁੰਦੀ ਹੈ। ਸੋ ਇਹ ਵੀ ਕੁਐਸਚਨ ਤੁਹਾਡੇ ਤੋਂ ਪੁੱਛਿਆ ਜਾ ਸਕਦਾ ਕਿ ਇਹ ਚਾਰ ਚੀਜ਼ਾਂ ਨੂੰ ਜਿਸ ਤਰੀਕੇ ਨਾਲ ਮੈਂ ਦੱਸਿਆ ਹੈ ਇੱਥੇ ਤੁਸੀਂ ਐਵੇਂ ਵੀ ਸਮਝ ਸਕਦੇ ਹੋ। ਉਸ ਤੋਂ ਬਾਅਦ ਜੀ ਦੇਸ਼ ਦੇ ਆਮ ਨਿਵਾਸੀ ਤੋਂ ਕੀ ਭਾਵ ਹੈ। ਉਹ ਕਹਿੰਦੇ ਦੇਸ਼ ਦੇ ਆਮ ਨਿਵਾਸੀ ਤੋਂ ਭਾਵ ਹੈ ਕਿ ਜੋ ਆਮ ਤੌਰ 'ਤੇ ਦੇਸ਼ 'ਚ ਰਹਿੰਦਾ ਹੈ ਉਸਦਾ ਲਾਭ ਹਾਨੀ ਸਾਰਾ ਕੁਝ ਹੀ ਜਿਹੜਾ ਹੈ ਉਹ ਦੇਸ਼ ਦੇ ਨਾਲ ਹੀ ਰਹਿੰਦਾ ਹੈ। ਠੀਕ ਹੈ ਜੀ। ਆਮਦਨ ਅਤੇ ਉਪਭੋਗ ਦੇ ਵਿੱਚ ਕਿਹੋ ਜਿਹਾ ਸੰਬੰਧ ਹੈ। ਦੇਖੋ ਜੀ ਬੇਸਿਕਲੀ ਕੁਐਸਚਨ ਬੜਾ ਸਿੰਪਲ ਜਿਹਾ ਹੈ ਪਰ ਪੇਪਰ ਦੇ ਵਿੱਚ ਬੜੀ ਕਈ ਵਾਰੀ ਘੁਮਾ ਕੇ ਪੁੱਛ ਲਿਆ ਜਾਂਦਾ। ਸੋ ਤੁਸੀਂ ਕਨਸੈਪਟਸ ਜ਼ਰੂਰ ਸਿੱਖਣੇ ਹੈ। ਆਮਦਨ ਅਤੇ ਉਪਭੋਗ 'ਚ ਕਿਹੋ ਜਿਹਾ ਸੰਬੰਧ ਹੈ। ਦੇਖੋ ਹੁਣ ਉਹ ਪੁੱਛ ਰਹੇ ਨੇ ਕਿ ਤੁਸੀਂ ਕਮਾਉਂਦੇ ਕਿੰਨਾ ਹੋ ਤਾਂ ਤੁਸੀਂ ਖਰਚਦੇ ਕਿੰਨਾ ਹੋ, ਇਹਦੇ ਵਿੱਚ ਕੀ ਸੰਬੰਧ ਹੈ। ਦੇਖੋ ਸਿੰਪਲ ਜੀ ਚੀਜ਼ ਹੈ। ਅਗਰ ਤੁਹਾਡੀ ਇਨਕਮ ਬਹੁਤ ਜ਼ਿਆਦਾ ਹੈ ਤਾਂ ਤੁਹਾਡਾ ਖਰਚਾ ਵੀ ਬਹੁਤ ਜ਼ਿਆਦਾ ਹੋਏਗਾ। ਅਗਰ ਤੁਹਾਡੀ ਇਨਕਮ ਘੱਟ ਹੈ ਤਾਂ ਤੁਹਾਡੇ ਖਰਚੇ ਵੀ ਘੱਟ ਹੋਣਗੇ। ਸੋ ਆਮਦਨ ਅਤੇ ਉਪਭੋਗ 'ਚ ਇੱਕ ਪੋਜ਼ੀਟਿਵ ਸੰਬੰਧ ਪਾਇਆ ਜਾਂਦਾ ਹੈ ਕਿ ਆਮਦਨ ਜਿੰਨੀ ਜ਼ਿਆਦਾ ਹੋਏਗੀ ਖਰਚਾ ਉਨਾ ਹੀ ਜ਼ਿਆਦਾ ਹੋਏਗਾ। ਆਮਦਨ ਜਿੰਨੀ ਘੱਟ ਹੋਏਗੀ ਖਰਚਾ ਵੀ ਉਵੇਂ ਹੀ ਘੱਟ ਜਾਏਗਾ। ਸੋ ਇਹਨਾਂ ਦੇ ਵਿੱਚ ਇੱਕ ਪੋਜ਼ੀਟਿਵ ਸੰਬੰਧ ਪਾਇਆ ਜਾਂਦਾ, ਧਨਾਤਮਕ ਸੰਬੰਧ ਪਾਇਆ ਜਾਂਦਾ ਹੈ। ਭਾਵ ਕਿ ਆਮਦਨ ਵਧਣ ਨਾਲੋਂ ਭੋਗ ਵੱਧ ਜਾਂਦਾ ਅਤੇ ਭੋਗ ਵਿੱਚ ਹੋਣ ਵਾਲੀ ਆਮਦਨ 'ਚ ਹੋਣ ਵਾਲੇ ਵਾਧੇ ਦੀ ਤੁਲਨਾ ਨਾਲੋਂ ਜ਼ਿਆਦਾ ਮਤਲਬ ਹੁੰਦੀ ਹੈ। ਮਤਲਬ ਇਹ ਹੁੰਦਾ ਕਿ ਆਮਦਨ ਜਿੰਨੀ ਵੱਧਦੀ ਹੈ ਉਪਭੋਗ ਕਈ ਵਾਰੀ ਉਨਾ ਨਹੀਂ ਵੱਧ ਪਾਉਂਦਾ। ਮੰਨ ਲਓ ਤੁਸੀਂ 10,000 ਕਮਾਉਂਦੇ ਹੋ ਅਤੇ ਤੁਹਾਡੀ ਇਨਕਮ 11 ਹੋ ਜਾਂਦੀ ਹੈ। ਇਹਦਾ ਮਤਲਬ ਇਹ ਨਹੀਂ ਕਿ ਤੁਸੀਂ ਜੋ ਤੁਹਾਡਾ ਖਰਚਾ ਅਗਰ 5 ਸੀ ਤਾਂ ਉਹ 6,000 ਹੀ ਹੋ ਜਾਏਗਾ। ਨਹੀਂ, ਖਰਚ ਜਿਹੜਾ ਹੈ ਥੋੜ੍ਹੀ ਘੱਟ ਮਾਤਰਾ ਵਿੱਚ ਜਿਹੜਾ ਹੈ ਵੱਧਦਾ ਹੈ ਪਰ ਵੱਧਦਾ ਜ਼ਰੂਰ ਹੈ। ਉਸ ਤੋਂ ਬਾਅਦ ਜੀ ਸੀਮਾਂਤ ਉਪਭੋਗ ਪ੍ਰਵਿਰਤੀ ਦੀਆਂ ਸੀਮਾਵਾਂ ਦੱਸੋ। ਦੇਖੋ ਸੀਮਾਂਤ ਉਪਭੋਗ ਪ੍ਰਵਿਰਤੀ, ਪਹਿਲੀ ਚੀਜ਼ ਜਿਹੜੀ ਮੈਂ ਤੁਹਾਨੂੰ ਦੱਸਦਾ ਸੀਮਾਂਤ ਵਰਡ ਕਿਸ ਲਈ ਯੂਜ਼ ਕੀਤਾ ਜਾਂਦਾ ਹੈ। ਸੀਮਾਂਤ ਵਰਡ ਇਸ ਲਈ ਯੂਜ਼ ਕੀਤਾ ਜਾਂਦਾ ਕਿ ਮੰਨ ਲਓ ਤੁਹਾਡੀ ਇਨਕਮ ਪਹਿਲਾਂ 10,000 ਸੀ, ਤੁਸੀਂ 5 ਜਿਹੜਾ ਹੈ ਉਹ ਖਰਚ ਕਰਦੇ ਸੀ। ਉਸ ਤੋਂ ਬਾਅਦ ਤੁਹਾਡੀ ਇਨਕਮ 11 ਹੋ ਗਈ, ਤੁਸੀਂ 5100 ਯੂਜ਼ ਕਰਨ ਲੱਗ ਗਏ। ਉਸ ਤੋਂ ਬਾਅਦ ਤੁਹਾਡੀ ਇਨਕਮ 12,000 ਹੋਈ, ਤੁਸੀਂ 5500 ਜਿਹੜਾ ਹੈ ਉਹ ਯੂਜ਼ ਕਰਨ ਲੱਗ ਗਏ।
ਜਾਂ ਕਈ ਵਾਰੀ ਕੀ ਹੁੰਦਾ ਤੁਹਾਡੀ ਇਨਕਮ 15 ਵੀ ਹੋ ਜਾਂਦੀ ਹੈ ਤਾਂ ਵੀ ਤੁਸੀਂ ਜਿਹੜਾ ਹੈ 5500 ਹੀ ਅਗਲੀ ਵਾਰ ਜਿਹੜਾ ਹੈ ਆਪਣਾ ਖਰਚਾ ਕਰਦੇ ਹੋ। ਸੋ ਬੇਸਿਕਲੀ ਕੀ ਹੁੰਦਾ ਕਿ ਖਰਚਾ ਹਮੇਸ਼ਾ ਹੀ ਔਰ ਕਦੇ ਵੀ ਘਟ ਕੇ ਨਹੀਂ ਆਉਂਦਾ। ਜਦੋਂ ਵੀ ਇਨਕਮ ਵੱਧਦੀ ਹੈ ਤਾਂ ਖਰਚਾ ਘਟਦਾ ਨਹੀਂ ਹੈ। ਸੀਮਾਂਤ ਦਾ ਮਤਲਬ ਇਹ ਹੁੰਦਾ ਜੋ ਇਹ ਤੁਸੀਂ ਮਾਈਨਸ ਕਰਦੇ ਰਹਿੰਦੇ ਹੋ ਕਿ ਇੱਥੇ 100 ਰੁਪਏ ਦਾ ਵਾਧਾ ਹੋਇਆ ਸੀ, ਇਹ ਸੀਮਾਂਤ ਜੋ ਹੈ 10 ਤੋਂ 11 ਦੇ ਵਿੱਚ ਜੋ ਸੀਮਾਂਤ ਹੈ ਉਹ 100 ਹੈ, 11 ਤੋਂ 12 ਦੇ ਵਿੱਚ ਜੋ ਸੀਮਾਂਤ ਹੈ ਉਹ 400 ਹੈ। ਬੇਸਿਕਲੀ ਇਹ ਸੀਮਾਂਤ ਹੁੰਦਾ। ਠੀਕ ਹੈ ਜੀ। ਤਾਂ ਇਸੇ ਕਰਕੇ ਉਹਨਾਂ ਨੇ ਕਿਹਾ ਕਿ ਸੀਮਾਂਤ ਉਪਭੋਗ ਪ੍ਰਵਿਰਤੀ ਦੀਆਂ ਸੀਮਾਵਾਂ ਦੱਸੋ, ਕਿ ਸੀਮਾਂਤ ਉਪਭੋਗ ਪ੍ਰਵਿਰਤੀ ਜੋ ਖਰਚ ਦੀ ਜੋ ਪ੍ਰਵਿਰਤੀ ਹੈ ਅਤੇ ਸੀਮਾਂਤ ਯਾਨੀ ਕਿ ਉਹ ਕਿੰਨੀ ਕਿੰਨੀ ਵੱਧ ਰਹੀ ਹੈ, ਸੋ ਉਹਦੀਆਂ ਸੀਮਾਵਾਂ, ਉਹਦੀ ਲਿਮਿਟੇਸ਼ਨਸ ਕੀ ਨੇ। ਸੋ ਕਹਿੰਦੇ ਨੇ ਇਹ 0 ਤੋਂ ਵੱਧ ਹੁੰਦੀ ਹੈ ਹਮੇਸ਼ਾ ਹੀ, ਮਤਲਬ ਕੁਛ ਨਾ ਕੁਛ ਜ਼ਰੂਰ ਹੋਏਗੀ, ਅਤੇ 1 ਤੋਂ ਘੱਟ ਹੁੰਦੀ ਹੈ। ਠੀਕ ਹੈ ਜੀ। ਆਮਦਨ ਦੇ ਵਧਣ ਦੇ ਨਾਲ ਲੋਕਾਂ ਦੇ ਖਰਚ 'ਚ ਵਾਧਾ ਹੁੰਦਾ, ਪਰੰਤੂ ਓਨਾ ਵਾਧਾ ਨਹੀਂ ਹੁੰਦਾ ਜਿੰਨਾ ਆਮਦਨ ਵੱਧਦੀ ਹੈ, ਇਹ ਵੀ ਹੈ। ਉਸ ਤੋਂ ਬਾਅਦ ਆ ਜੀ ਕਿ ਵਿਦੇਸ਼ਾਂ ਤੋਂ ਪ੍ਰਾਪਤ ਸ਼ੁੱਧ ਆਮਦਨ ਤੋਂ ਕੀ ਭਾਵ ਹੈ। ਦੇਖੋ ਜੀ, ਵਿਦੇਸ਼ਾਂ ਤੋਂ ਪ੍ਰਾਪਤ ਸ਼ੁੱਧ ਆਮਦਨ ਦੀ ਦੋ ਚੀਜ਼ਾਂ ਹੁੰਦੀਆਂ ਨੇ। ਜਿਵੇਂ ਇੰਡੀਆ ਦਾ ਕੋਈ ਬੈਂਕ, ਜਿਵੇਂ ਸਟੇਟ ਬੈਂਕ ਆਫ ਇੰਡੀਆ ਫੋਰਨ ਦੇ ਵਿੱਚ ਖੋਲ੍ਹਿਆ ਜਾਂਦਾ, ਸੋ ਉੱਥੋਂ ਜੋ ਇਨਕਮ ਹੁੰਦੀ ਹੈ ਵਿਆਜ ਦੇ ਰੂਪ 'ਚ ਜਾਂ ਕੁਛ ਵੀ, ਉਹ ਸਾਡੇ ਲਈ ਵਿਦੇਸ਼ੀ ਆਮਦਨ ਹੋ ਗਈ, ਵਿਦੇਸ਼ਾਂ ਤੋਂ ਪ੍ਰਾਪਤ ਸਾਡੀ ਸ਼ੁੱਧ ਆਮਦਨ। ਕਲੀਅਰ ਹੈ ਜੀ। ਸੋ ਇਸ ਤਰੀਕੇ ਦੀਆਂ ਚੀਜ਼ਾਂ ਨੂੰ ਜਿਹੜਾ ਹੈ ਵਿਦੇਸ਼ਾਂ ਤੋਂ ਪ੍ਰਾਪਤ ਸ਼ੁੱਧ ਆਮਦਨ ਕਿਹਾ ਜਾਂਦਾ ਹੈ, ਜਦੋਂ ਅਸੀਂ ਆਪਣੀ ਕੋਈ ਚੀਜ਼ਾਂ ਉੱਥੇ ਲਗਾਉਂਦੇ ਹਾਂ। ਕਲੀਅਰ ਹੈ। ਜਿਵੇਂ ਮੈਕਡੀ ਜਿਹੜਾ ਹੈ ਉਹ ਇੰਡੀਆ ਦੇ ਵਿੱਚ ਖੁੱਲ੍ਹਿਆ ਹੋਇਆ ਹੈ, ਡੋਮੀਨੋਜ਼ ਜੋ ਹੈ ਉਹ ਇੰਡੀਆ ਦੇ ਵਿੱਚ ਹੈਗੇ ਨੇ। ਸੋ ਬੇਸਿਕਲੀ ਇਹਨਾਂ ਤੋਂ ਜੋ ਸ਼ੁੱਧ ਆਮਦਨ ਹੁੰਦੀ ਹੈ ਉਹ ਬੇਸਿਕ ਮਤਲਬ ਅਮਰੀਕਾ ਦੇ ਲਈ ਜਾਂ ਕਿਸੇ ਵੀ ਦੇਸ਼ ਤੋਂ ਅਗਰ ਉਹ ਕੰਪਨੀ ਹੁੰਦੀ ਹੈ, ਸੋ ਉਹਨਾਂ ਨੂੰ ਸ਼ੁੱਧ ਆਮਦਨ ਹੁੰਦੀ ਹੈ, ਨਾ ਕਿ ਸਾਡੇ ਦੇਸ਼ ਨੂੰ। ਹਾਲਾਂਕਿ ਸਾਡੇ ਦੇਸ਼ ਨੇ ਉਹਦੇ ਵਿੱਚ ਇੱਕ ਟੈਕਸ ਰੱਖਿਆ ਹੁੰਦਾ, ਪਰ ਫਿਰ ਵੀ ਉਹਦੇ ਤੋਂ ਜੋ ਆਮਦਨ ਵੀ ਹੁੰਦੀ ਹੈ ਉਹ ਉਹਨਾਂ ਦੇ ਦੇਸ਼ ਦੀ ਸ਼ੁੱਧ ਆਮਦਨ ਜਿਹੜੀ ਹੈ ਉਹ ਮੰਨੀ ਜਾਂਦੀ ਹੈ। ਕਲੀਅਰ ਹੈ ਜੀ। ਉਸ ਤੋਂ ਬਾਅਦ ਹੈ ਜੀ ਸ਼ੁੱਧ ਨਿਵੇਸ਼ ਤੋਂ ਕੀ ਭਾਵ ਹੈ। ਦੇਖੋ, ਤੁਸੀਂ ਨਿਵੇਸ਼ ਤਾਂ ਪੜ੍ਹਿਆ ਕਿ ਪੈਸਾ ਲਗਾਉਣਾ, ਪਰ ਸ਼ੁੱਧ ਨਿਵੇਸ਼ ਕੀ ਹੁੰਦਾ। ਬੇਸਿਕਲੀ ਮੰਨ ਲਓ ਤੁਸੀਂ ਆਪਣੇ ਕਾਰੋਬਾਰ ਦੇ ਵਿੱਚ ਸਾਲ ਬਾਅਦ ਲੱਖ ਰੁਪਇਆ ਲਗਾਉਂਦੇ ਹੋ, 1 ਲੱਖ ਰੁਪਇਆ ਲਗਾਉਂਦੇ ਹੁੰਦੇ ਹੋ। ਕੀ ਹੁੰਦਾ ਕਿ ਤੁਸੀਂ ਜੋ 1 ਲੱਖ ਲਗਾ ਰਹੇ ਹੋ ਉਹਦੇ ਵਿੱਚੋਂ 15,000 ਰੁਪਇਆ ਤਾਂ ਤੁਹਾਡੀਆਂ ਮਸ਼ੀਨਾਂ ਨੂੰ ਠੀਕ ਕਰਵਾਉਣ 'ਤੇ ਲੱਗ ਗਿਆ, ਜੋ ਪੂਰਾ ਸਾਲ ਚੱਲੀਆਂ ਸੀ ਉਹਨਾਂ 'ਤੇ ਸਰਵਿਸ ਦੇ ਉੱਪਰ 15,000 ਲੱਗ ਗਿਆ। ਸੋ ਬੇਸਿਕਲੀ ਸ਼ੁੱਧ ਨਿਵੇਸ਼ ਕੀ ਹੁੰਦਾ ਕਿ ਤੁਸੀਂ ਜੋ ਲੱਖ ਰੁਪਇਆ ਖਰਚਾ ਉਹ ਨਿਵੇਸ਼ ਤੁਸੀਂ ਕਹਿ ਸਕਦੇ ਹੋ, ਪਰ ਸ਼ੁੱਧ ਨਿਵੇਸ਼ ਦਾ ਮਤਲਬ ਇਹ ਨਿਕਲਦਾ ਹੈ ਕਿ ਤੁਸੀਂ ਉਸ ਨੂੰ ਬਿਲਕੁਲ ਹੀ ਨਵੀਂ ਚੀਜ਼ 'ਤੇ ਲਗਾਇਆ ਜਾਂ ਘਿਸਾਵਟ ਦੇ ਉੱਪਰ ਲਗਾਇਆ। ਸੋ ਬੇਸਿਕਲੀ 15,000 ਘਿਸਾਵਟ ਸੀ, ਸੋ ਜੋ 1 ਲੱਖ ਰੁਪਏ ਲੱਗਿਆ ਉਹ ਸ਼ੁੱਧ ਨਿਵੇਸ਼ ਨਹੀਂ ਹੋ ਸਕਦਾ। ਉਸ ਘਿਸਾਵਟ ਨੂੰ ਤੁਹਾਨੂੰ ਬਾਹਰ ਕੱਢਣਾ ਪਏਗਾ, ਯਾਨੀ ਕਿ ਤੁਸੀਂ ਸਿਰਫ 85,000 ਦਾ ਹੀ ਨਿਵੇਸ਼ ਕੀਤਾ ਹੈ, 15,000 ਤਾਂ ਜਸਟ ਘਿਸਾਵਟ ਸੀ। ਠੀਕ ਹੈ ਜੀ। ਸੋ ਇਹ ਬੇਸਿਕਲੀ ਹੁੰਦਾ ਸ਼ੁੱਧ ਨਿਵੇਸ਼। ਉਸ ਤੋਂ ਬਾਅਦ ਨੈਕਸਟ ਕਨਸੈਪਟ ਹੈ ਜੀ ਪ੍ਰਤੀਸਥਾਪਨ ਨਿਵੇਸ਼ ਕੀ ਹੁੰਦਾ ਹੈ। ਪ੍ਰਤੀਸਥਾਪਨ ਹੁੰਦਾ ਸਬਸਟੀਚਿਊਟ, ਮਤਲਬ ਚੇਂਜ ਕਰ ਦੇਣਾ ਜਾਂ ਇੱਕ ਦੀ ਜਗ੍ਹਾ 'ਤੇ ਦੂਸਰੇ ਨੂੰ ਕਰ ਲੈਣਾ। ਸੋ ਸਬਸਟੀਚਿਊਟ ਨਿਵੇਸ਼ ਇਨਵੈਸਟਮੈਂਟ ਕੀ ਹੁੰਦੀ ਹੈ। ਸੋ ਕਹਿੰਦੇ ਨੇ ਕਿ ਮੰਨ ਲਓ ਹਰ ਸਾਲ ਤਾਂ ਤੁਹਾਡੀ ਘਿਸਾਵਟ ਓਨੀ ਨਹੀਂ ਹੋਏਗੀ। ਮੰਨ ਲਓ ਤੁਸੀਂ 1 ਲੱਖ ਰੁਪਇਆ ਜਿਹੜਾ ਹੈ ਇਨਵੈਸਟਮੈਂਟ ਕਰਦੇ ਹੋ, ਹਰ ਸਾਲ ਆਪਣਾ ਪੈਸਾ ਲਗਾਉਂਦੇ ਹੋ, ਤਾਂ ਹਰ ਸਾਲ ਤਾਂ 15,000 ਦੀ ਘਿਸਾਵਟ ਨਹੀਂ ਹੋਏਗੀ। ਅਗਰ ਤੁਸੀਂ 1 ਸਾਲ ਸਰਵਿਸ ਕਰਵਾ ਚੁੱਕੇ ਹੋ, ਸੋ ਨੈਕਸਟ ਈਅਰ ਤੁਹਾਨੂੰ ਉਹ ਚੀਜ਼ ਦੀ ਲੋੜ ਨਹੀਂ ਪਏਗੀ। ਸੋ ਇਹਦਾ ਮਤਲਬ ਇਹ ਨਹੀਂ ਹੈ ਕਿ ਹੁਣ ਤੁਸੀਂ 85,000 ਦੀ ਇਨਵੈਸਟਮੈਂਟ ਕਰੋਗੇ, ਨਹੀਂ। ਤੁਸੀਂ ਅਗਰ ਫਿਰ 1 ਲੱਖ ਰੁਪਇਆ ਹੀ ਇਨਵੈਸਟਮੈਂਟ ਅਗਰ ਕਰਦੇ ਹੋ ਆਪਣੀ, ਹੁਣ 15,000 ਤੁਹਾਡਾ ਉੱਥੇ ਨਹੀਂ ਲੱਗ ਰਿਹਾ, ਤਾਂ ਤੁਸੀਂ ਉਸੇ 15,000 ਦੀ ਕੋਈ ਨਵੀਂ ਮਸ਼ੀਨ ਲੈ ਆਏ ਜਾਂ ਤੁਸੀਂ ਕੁਛ ਹੋਰ ਬੰਦਾ ਰੱਖ ਲਿਆ ਜਾਂ ਕੁਛ ਵੀ ਕੀਤਾ। ਸੋ ਬੇਸਿਕਲੀ ਜੋ ਤੁਸੀਂ ਇਨਵੈਸਟਮੈਂਟ ਇਹ 15,000 ਘਿਸਾਵਟ ਵਾਲੀ ਇਨਵੈਸਟਮੈਂਟ ਨੂੰ ਤੁਸੀਂ ਸ਼ਿਫਟ ਕੀਤਾ ਕਿਸੇ ਹੋਰ ਜਗ੍ਹਾ 'ਤੇ। ਸੋ ਬੇਸਿਕਲੀ ਇਸ ਸ਼ਿਫਟਿੰਗ ਨੂੰ ਹੀ ਸਬਸਟੀਚਿਊਟ ਇਨਵੈਸਟਮੈਂਟ ਜਿਹੜਾ ਉਹ ਕਿਹਾ ਜਾਂਦਾ ਹੈ। ਸੋ ਬੇਸਿਕ ਇਹੀ ਇਹਦੀ ਐਗਜ਼ਾਮਪਲ ਬਣਦੀ ਹੈ ਪ੍ਰਤੀਸਥਾਪਨ ਨਿਵੇਸ਼। ਉਸ ਤੋਂ ਬਾਅਦ ਹੈ ਜੀ ਪੂੰਜੀ ਨਿਰਮਾਣ ਕਿੰਨੀ ਤਰ੍ਹਾਂ ਦਾ ਹੋ ਸਕਦਾ ਹੈ। ਪੂੰਜੀ ਨਿਰਮਾਣ ਦੇਖੋ ਜੀ, ਸਾਨੂੰ ਪਤਾ ਨਿਵੇਸ਼ ਤੋਂ ਬਾਅਦ ਜੋ ਨਿਰਮਾਣ ਹੈ ਉਹ ਪੂੰਜੀ ਦਾ ਹੁੰਦਾ, ਉਸੇ ਨੂੰ ਪੂੰਜੀ ਨਿਰਮਾਣ ਅਸੀਂ ਕਹਿੰਦੇ ਹਾਂ। ਸੋ ਦੋ ਹੀ ਤਰ੍ਹਾਂ ਦਾ ਨਿਰਮਾਣ ਹੁੰਦਾ ਜੀ, ਪਹਿਲਾ ਕੁੱਲ ਪੂੰਜੀ ਨਿਰਮਾਣ ਅਤੇ ਦੂਸਰਾ ਸ਼ੁੱਧ ਪੂੰਜੀ ਨਿਰਮਾਣ। ਮਤਲਬ ਕਿ ਇੱਕ ਤਾਂ ਟੋਟਲ ਹੀ ਜਿਹੜਾ ਆ ਗਿਆ ਤੁਹਾਨੂੰ, ਇੱਕ ਹੁੰਦਾ ਦੂਸਰਾ ਸ਼ੁੱਧ ਪੂੰਜੀ ਨਿਰਮਾਣ, ਯਾਨੀ ਕਿ ਉਹਦੇ 'ਚ ਕੁਛ ਹੋਰ ਖਰਚੇ, ਜਿਵੇਂ ਅਸੀਂ ਸ਼ੁੱਧ ਨਿਵੇਸ਼ ਦੇ ਵਿੱਚੋਂ ਘਿਸਾਵਟ ਬਾਹਰ ਕੱਢਦੇ ਹਾਂ, ਉਸੇ ਤਰੀਕੇ ਨਾਲ ਇਹਦੇ ਵਿੱਚ ਵੀ ਕੰਡੀਸ਼ਨ ਹੁੰਦੀ ਹੈ। ਉਹ ਕਰ ਲੈਣ ਤੋਂ ਬਾਅਦ ਅਸੀਂ ਕਹਿੰਦੇ ਹਾਂ ਕਿ ਇਹ ਸ਼ੁੱਧ ਪੂੰਜੀ ਨਿਰਮਾਣ ਹੈ ਸਾਡੇ ਕੋਲ, ਮਤਲਬ ਜੋ ਸਾਡੇ ਕੋਲ ਐਗਜ਼ੈਕਟ ਪ੍ਰੋਫਿਟ ਦੇ ਰੂਪ ਵਿੱਚ ਆ ਗਿਆ, ਮਤਲਬ ਨਵੀਂ ਪੂੰਜੀ ਬਣ ਕੇ ਆ ਗਈ। ਅਤੇ ਇੱਕ ਹੁੰਦਾ ਕੁੱਲ ਪੂੰਜੀ ਨਿਰਮਾਣ, ਜੋ ਸਿਰਫ ਆਈ, ਮਤਲਬ ਜਿਹੜੀ ਅਸੀਂ ਇੰਨੀ ਨਹੀਂ ਰੱਖ ਸਕਦੇ। ਠੀਕ ਹੈ ਜੀ। ਇਸ ਤਰੀਕੇ ਨਾਲ ਮੁਦਰਾ ਸਫੀਤੀ ਦੇ ਮੁੱਖ ਜ਼ਿੰਮੇਵਾਰ ਕਾਰਕ ਕਿਹੜੇ ਹੁੰਦੇ ਨੇ। ਸੋ ਇਹ ਬੇਸਿਕ ਮੈਂ ਪਹਿਲਾਂ ਹੀ ਤੁਹਾਨੂੰ ਸਮਝਾ ਚੁੱਕਿਆ ਕਿ ਜਦੋਂ ਮੰਗ ਜਿਹੜੀ ਹੈ ਜ਼ਿਆਦਾ ਹੁੰਦੀ ਹੈ, ਪਰ ਪੂਰਤੀ ਜੋ ਸਪਲਾਈ ਹੈ ਉਹ ਘੱਟ ਜਾਂਦੀ ਹੈ। ਠੀਕ ਹੈ ਜੀ। ਸੋ ਬੇਸਿਕ ਇਹੀ ਹੈ। ਮੁਦਰਾ ਦੀ ਪੂਰਤੀ ਦੇ ਮੁੱਖ ਅੰਗ ਕਿਹੜੇ ਨੇ, ਮਤਲਬ ਪੈਸੇ ਦੀ ਪੂਰਤੀ ਕਿੱਥੋਂ ਹੋ ਪਾਉਂਦੀ ਹੈ, ਜੋ ਮੁਦਰਾ ਦੀ ਪੂਰਤੀ ਹੈ। ਸੋ ਮੁਦਰਾ ਪੂਰਤੀ ਦੇ ਮੁੱਖ ਅੰਗ ਕੀ ਨੇ ਜੀ। ਕਰੰਸੀ ਅਤੇ ਬੈਂਕ ਜਮ੍ਹਾਂ, ਇਹ ਮੁਦਰਾ ਪੂਰਤੀ ਦੇ ਜਿਹੜੇ ਮੁੱਖ ਅੰਗ ਨੇ। ਠੀਕ ਹੈ ਜੀ। ਕਰੰਸੀ ਇਸ ਦੇ ਅੰਤਰਗਤ ਨੋਟ ਅਤੇ ਸਿੱਕੇ ਆ ਜਾਂਦੇ ਨੇ, ਅਤੇ ਬੈਂਕ ਜਮ੍ਹਾਂ ਇਹਦੇ ਲਈ ਮਤਲਬ ਚੈੱਕ ਚੁੱਕ ਜਾਰੀ ਕੀਤੇ ਜਾਂਦੇ। ਸੋ ਇਹਦੇ ਮੁੱਖ ਅੰਗ ਜਿਹੜੇ ਨੇ ਉਹ ਇਹੀ ਨੇ, ਕਰੰਸੀ, ਬੈਂਕ ਜਮ੍ਹਾਂ। ਠੀਕ ਹੈ ਜੀ। ਦੋ ਹੀ ਇਹਦੇ ਤੱਤ ਨੇ। ਉਸ ਤੋਂ ਬਾਅਦ ਜੀ ਘਾਟੇ ਦਾ ਬਜਟ ਕਿਸ ਨੂੰ ਕਿਹਾ ਜਾਂਦਾ ਹੈ। ਜਦੋਂ ਸਰਕਾਰ ਦੀ ਜਿਹੜੀ ਆਮਦਨ ਜੋ ਹੈ
ਤਾਂ ਖਰਚ ਜਿਹੜਾ ਜ਼ਿਆਦਾ ਵੱਧ ਜਾਂਦਾ ਹੈ, ਮਤਲਬ ਸਰਕਾਰ ਦਾ ਘਾਟੇ ਦਾ ਬਜਟ ਹੋ ਜਾਂਦਾ ਜਦੋਂ ਖਰਚਾ ਜ਼ਿਆਦਾ ਹੋ ਜਾਂਦਾ ਅਤੇ ਆਮਦਨ ਜਿਹੜੀ ਹੈ ਸਰਕਾਰ ਨੂੰ ਘੱਟ ਹੁੰਦੀ ਹੈ। ਉਸ ਤੋਂ ਬਾਅਦ ਨੈਕਸਟ ਟਰਮ ਹੈ ਜੀ ਸਾਡੇ ਕੋਲ ਪ੍ਰਤੱਖ ਅਤੇ ਅਪ੍ਰਤੱਖ ਕਰ। ਸੋ ਅੱਜ ਕੱਲ੍ਹ ਤਾਂ ਪ੍ਰਤੱਖ ਔਰ ਅਪ੍ਰਤੱਖ ਕਰ ਵਾਲਾ ਕੰਮ ਹੀ ਖਤਮ ਹੋ ਗਿਆ, ਸਿੱਧੀ GST ਲੱਗਦੀ ਹੈ। ਸੋ ਸਾਰਾ ਹੀ ਜਿਹੜਾ ਹੈ ਪ੍ਰਤੱਖ ਹੀ ਹੋ ਗਿਆ। ਨਹੀਂ ਤਾਂ ਅੱਗੇ ਕੀ ਹੁੰਦਾ ਸੀ ਕਿ ਨੋਰਮਲ ਟੋਫੀਆਂ ਜਿਵੇਂ ਅਸੀਂ ਲੈਂਦੇ ਸੀ ਜਾਂ ਅਸੀਂ ਕੋਈ ਸ਼ੈਂਪੂ ਲੈਣਾ ਹੈ ਉਹਦੇ ਉੱਪਰ ਲਿਖਿਆ ਹੁੰਦਾ MRP ਇਨਕਲੂਸਿਵ ਆਫ ਆਲ ਟੈਕਸਿਸ। ਸੋ ਮਤਲਬ ਉਹ ਅਪ੍ਰਤੱਖ ਰੂਪ ਦੇ ਵਿੱਚ ਸਾਡੇ ਤੋਂ ਟੈਕਸ ਲੈ ਰਹੇ ਹੁੰਦੇ ਨੇ। ਪਰ ਫਿਰ ਵੀ ਇੱਥੇ ਅਸੀਂ ਦੇਖਦੇ ਹਾਂ ਪ੍ਰਤੱਖ ਕਰ ਕੀ ਹੁੰਦਾ ਅਤੇ ਅਪ੍ਰਤੱਖ ਕਰ ਕੀ ਹੁੰਦਾ, ਕਿਉਂਕਿ ਅਸੀਂ ਇਕਨੋਮਿਕਸ ਪੜ੍ਹ ਰਹੇ ਹਾਂ। ਇਹ ਨਹੀਂ ਹੈ ਕਿ ਅਗਰ ਸਾਡੇ ਦੇਸ਼ 'ਚ ਸਾਰੀ ਹੀ GST ਲਾਗੂ ਹੋ ਗਈ ਹੈ ਸੋ ਅਸੀਂ ਕਨਸੈਪਟ ਹੀ ਪੜ੍ਹਨੇ ਛੱਡ ਦਈਏ, ਨਹੀਂ। ਸੋ ਪ੍ਰਤੱਖ ਅਤੇ ਅਪ੍ਰਤੱਖ ਕਰ ਕੀ ਹੁੰਦੇ ਨੇ, ਜਿਵੇਂ ਪ੍ਰਤੱਖ ਕਰ ਜਿਵੇਂ ਤੁਹਾਡੀ ਇਨਕਮ 'ਤੇ ਟੈਕਸ ਲੱਗ ਜਾਂਦਾ ਹੈ, ਤੁਹਾਡੇ ਤੋਹਫਿਆਂ 'ਤੇ ਕਰ ਲੱਗ ਜਾਂਦਾ ਹੈ, ਨਿਗਮ ਕਰ ਲੱਗਦੇ ਨੇ, ਸੰਪਤੀ ਦੇ ਕਰ ਲੱਗਦੇ ਨੇ। ਸੋ ਪ੍ਰਤੱਖ ਕਰ ਨੇ ਜੋ ਤੁਹਾਡੇ ਤੋਂ ਦੱਸ ਕੇ ਲਏ ਜਾਂਦੇ ਨੇ। ਅਪ੍ਰਤੱਖ ਕਿਹੜੇ ਹੁੰਦੇ ਨੇ, ਜਿਵੇਂ ਅਪ੍ਰਤੱਖ ਹੁੰਦੇ ਨੇ ਜੀ ਜਿਵੇਂ ਵਿਕਰੀ ਕਰ, ਮਨੋਰੰਜਨ ਦੇ ਕਰ। ਅਸੀਂ ਫਿਲਮ ਦੇਖਣ ਗਏ ਉੱਥੇ ਟਿਕਟ ਦੇ ਵਿੱਚ ਹੀ ਸਾਡੇ ਤੋਂ ਜਿਹੜਾ ਹੈ ਟੈਕਸ ਲੱਗ ਜਾਂਦਾ ਹੈ। ਉਤਪਾਦਨ ਕਰ, ਜਦੋਂ ਅਸੀਂ ਕੁਛ ਪ੍ਰੋਡਕਸ਼ਨ ਕਰਦੇ ਹਾਂ ਸਾਨੂੰ ਉਦੋਂ ਟੈਕਸ ਲੈ ਲਿੱਤਾ ਜਾਂਦਾ। ਆਯਾਤ ਨਿਰਯਾਤ, ਤੁਸੀਂ ਕਈ ਵਾਰੀ ਕੋਈ ਚੀਜ਼ ਮੰਗਵਾਉਂਦੇ ਹੋ ਐਮਾਜ਼ੋਨ ਤੋਂ ਮੰਗਵਾ ਲਈ ਜਾਂ ਤੁਸੀਂ ਕਿਤੋਂ ਹੋਰ ਮੰਗਵਾ ਲਈ, ਸੋ ਉਹਦੇ 'ਤੇ ਵੀ ਜਿਹੜਾ ਸਰਕਾਰ ਟੈਕਸ ਲੈ ਲੈਂਦੀ ਹੈ। ਸੋ ਬੇਸਿਕਲੀ ਇਹ ਅਪ੍ਰਤੱਖ ਕਰ ਹੁੰਦੇ ਜਿਹੜੇ ਸਾਨੂੰ ਨਹੀਂ ਪਤਾ ਹੁੰਦੇ। ਵਿਕਾਸ ਦਰ ਕਿਸ ਨੂੰ ਕਹਿੰਦੇ ਨੇ, ਇਹ ਵੀ ਅਸੀਂ ਪੜ੍ਹ ਚੁੱਕੇ ਹਾਂ ਕਿ ਵਿਕਾਸ ਦਰ ਜਿਹੜੀ ਹੈ ਸਿੱਧੀ ਨਹੀਂ ਮਾਪੀ ਜਾਂਦੀ। ਤੁਸੀਂ ਕਿਸੇ ਚੀਜ਼ ਨਾਲ ਕੰਪੇਅਰ ਕਰਨਾ ਹੈ, ਯਾਨੀ ਕਿ ਵਿਕਾਸ ਦਰ ਦੇਖਣ ਲਈ ਵੀ ਤੁਹਾਨੂੰ ਘੱਟੋ ਘੱਟ ਪਹਿਲਾਂ 2 ਸਾਲ ਦਾ ਡਾਟਾ ਹੋਣਾ ਚਾਹੀਦਾ ਕਿ ਆਹ ਸਾਲ ਇੰਨਾ ਸੀ, ਆਵਲੇ ਸਾਲ ਇੰਨਾ ਸੀ। ਸੋ ਇਹ ਫ਼ਰਕ ਆਇਆ। ਬੇਸਿਕਲੀ ਇਹ ਜੋ ਫ਼ਰਕ ਹੋਏਗਾ ਉਸਨੂੰ ਅਸੀਂ ਪਰਸੈਂਟੇਜ 'ਚ ਦੇਖਾਂਗੇ, ਉਹ ਵਿਕਾਸ ਦਰ ਹੁੰਦੀ ਹੈ। ਠੀਕ ਹੈ ਜੀ। ਪੋਰਟਫੋਲੀਓ ਨਿਵੇਸ਼ ਦਾ ਅਰਥ ਕੀ ਨਿਕਲਦਾ ਹੈ। ਸੋ ਪੋਰਟਫੋਲੀਓ ਨਿਵੇਸ਼ ਜੋ ਬੇਸਿਕਲੀ ਹੁੰਦਾ ਨੇ ਜੀ, ਇਹ ਵਿਦੇਸ਼ੀ ਪੂੰਜੀ ਦਾ ਇੱਕ ਰੂਪ ਹੁੰਦਾ ਕਿ ਜਦੋਂ ਬਾਹਰਲੇ ਸਾਡੇ ਦੇਸ਼ 'ਚ ਕੋਈ ਨਿਵੇਸ਼ ਕਰਦੇ ਹੈ, ਸੋ ਬਸ ਇਸੇ ਹੀ ਚੀਜ਼ ਦੇ ਲਈ ਵਰਲਡ ਜਿਹੜਾ ਯੂਜ਼ ਕੀਤਾ ਹੈ। ਜਦੋਂ ਵਿਦੇਸ਼ੀ ਕੰਪਨੀਆਂ ਸਾਡੇ ਦੇਸ਼ ਆ ਕੇ ਨਿਵੇਸ਼ ਕਰਦੀਆਂ, ਸੋ ਸ਼ੇਅਰ ਮਾਰਕੀਟ 'ਚ ਜਦੋਂ ਪੈਸਾ ਲਾਉਂਦੇ ਸੋ ਉਦੋਂ ਵਰਲਡ ਜੋ ਯੂਜ਼ ਕੀਤਾ ਜਾਂਦਾ ਉਹ ਪੋਰਟਫੋਲੀਓ ਨਿਵੇਸ਼ ਹੁੰਦਾ ਹੈ। ਠੀਕ ਹੈ ਜੀ। ਇੰਪੋਰਟੈਂਟ ਚੀਜ਼, ਉਧਾਰ ਅਤੇ ਅਨੁਦਾਰ ਕਰਜ਼ਾ। ਉਧਾਰ ਅਤੇ ਅਨੁਦਾਰ ਕਰਜ਼ਾ, ਬੇਸਿਕਲੀ ਕਰਜ਼ੇ ਵੀ 2 ਤਰ੍ਹਾਂ ਦੇ ਹੋ ਗਏ। ਉਧਾਰ ਕਰਜ਼ਾ ਹੁੰਦਾ ਕਿ ਜਦੋਂ ਤੁਹਾਨੂੰ ਪੈਸਾ ਜ਼ਿਆਦਾ ਸਮੇਂ ਲਈ ਚਾਹੀਦਾ ਪਰ ਵਿਆਜ ਦੀ ਘੱਟ ਦਰ ਹੁੰਦੀ ਹੈ, ਸੋ ਉਸ ਕਰਜ਼ੇ ਨੂੰ ਉਧਾਰ ਕਰਜ਼ਾ ਕਿਹਾ ਜਾਂਦਾ ਹੈ। ਇਸ ਦੇ ਉਲਟ ਜਦੋਂ ਤੁਹਾਨੂੰ ਪੈਸਾ ਘੱਟ ਸਮੇਂ ਲਈ ਚਾਹੀਦਾ ਤਾਂ ਉਹਦੇ 'ਤੇ ਵਿਆਜ ਦੀ ਦਰ ਜਿਹੜੀ ਜ਼ਿਆਦਾ ਲੱਗਦੀ ਹੈ, ਸੋ ਉਹਨੂੰ ਅਨੁਦਾਰ ਕਰਜ਼ਾ ਕਿਹਾ ਜਾਂਦਾ ਹੈ। ਸੋ ਇਹ ਚੀਜ਼ਾਂ ਨੂੰ ਸਮਝੋ ਧਿਆਨ ਨਾਲ। ਉਸ ਤੋਂ ਬਾਅਦ ਜੀ ਵਪਾਰ ਬਾਕੀ ਤੋਂ ਕੀ ਭਾਵ ਹੈ। ਸੋ ਕਹਿੰਦੇ ਨੇ ਜਿਵੇਂ ਮਸ਼ੀਨਾਂ, ਚਾਹ, ਤੰਬਾਕੂ, ਇਹਨਾਂ ਸਾਰਿਆਂ ਦੇ ਆਯਾਤ ਨਿਰਯਾਤ ਦਾ ਜੋ ਵੀ ਤੁਸੀਂ ਲੇਖਾ ਜੋਖਾ ਲਿਖਦੇ ਹੋ ਉਸਨੂੰ ਵਪਾਰ ਬਾਕੀ ਕਿਹਾ ਜਾਂਦਾ ਹੈ। ਠੀਕ ਹੈ ਜੀ। ਆਯਾਤ ਅਤੇ ਨਿਰਯਾਤ ਦਾ ਅੰਤਰ, ਮਤਲਬ ਤੁਸੀਂ ਕਿੰਨੀ ਚੀਜ਼, ਇੱਕ ਬੱਚੇ ਨੂੰ ਆਯਾਤ ਅਤੇ ਨਿਰਯਾਤ ਨਹੀਂ ਪਤਾ ਹੁੰਦਾ। ਆਯਾਤ ਅਤੇ ਨਿਰਯਾਤ, ਆਯਾਤ ਮਤਲਬ ਆਉਣਾ, ਜਿਹੜਾ ਐੜੇ ਤੋਂ ਸ਼ੁਰੂ ਹੋ ਗਿਆ ਮਤਲਬ ਆਉਣਾ, ਕਮ, ਹੈ ਨਾ। ਸੋ ਨਿਰਯਾਤ ਹੁੰਦਾ ਜੀ ਮਤਲਬ ਜਾਣਾ। ਠੀਕ ਹੈ ਜੀ। ਮਤਲਬ ਇਹੀ ਯਾਦ ਰੱਖ ਲਓ, ਜਿਹੜਾ ਐੜੇ ਤੋਂ ਹੈ ਮਤਲਬ ਆਉਣਾ ਅਤੇ ਨਿਰਯਾਤ ਮਤਲਬ ਭੇਜਣਾ, ਜੋ ਜਾਣਾ। ਇਸੇ ਤਰੀਕੇ ਨਾਲ ਇੰਪੋਰਟ ਅਤੇ ਐਕਸਪੋਰਟ, ਇੰਪੋਰਟ ਮਾਨੇ IM, ਤਾਂ ਉਹਨੂੰ ਤੁਸੀਂ ਇਨ ਯਾਦ ਰੱਖ ਸਕਦੇ ਹੋ, ਇਨ ਮਤਲਬ ਆਉਣਾ ਅਤੇ ਐਕਸਪੋਰਟ ਮਾਨੇ ਭੇਜਣਾ। ਠੀਕ ਹੈ ਜੀ। ਸੋ ਇਹ ਹੁੰਦਾ ਜੀ। ਉਸ ਤੋਂ ਬਾਅਦ ਹੈ ਜੀ ਪ੍ਰਤੀਕੂਲ ਭੁਗਤਾਨ ਬਾਕੀ ਤੋਂ ਕੀ ਭਾਵ ਹੈ। ਪ੍ਰਤੀਕੂਲ ਭੁਗਤਾਨ ਬਾਕੀ, ਸੋ ਕਹਿੰਦੇ ਨੇ ਜੇਕਰ ਵਿਦੇਸ਼ਾਂ ਨੂੰ ਕੀਤੇ ਜਾਣ ਵਾਲੇ ਪ੍ਰਤੀਕੂਲ ਭੁਗਤਾਨ ਬਾਕੀ ਦਾ ਮਤਲਬ ਮੈਂ ਭੁਗਤਾਨ ਬਾਕੀ ਤੁਹਾਨੂੰ ਦੱਸ ਹੀ ਚੁੱਕਿਆ ਕਿ ਆਯਾਤ ਅਤੇ ਨਿਰਯਾਤ ਦੇ ਅੰਤਰ ਨੂੰ ਭੁਗਤਾਨ ਬਾਕੀ ਕਿਹਾ ਜਾਂਦਾ ਹੈ। ਜੇਕਰ ਪ੍ਰਤੀਕੂਲ ਹੋ ਜਾਏ ਇਹਦਾ ਮਤਲਬ ਇਹ ਹੈ ਕਿ ਅਸੀਂ ਚੀਜ਼ਾਂ ਮੰਗਵਾ ਜ਼ਿਆਦਾ ਲਈਆਂ ਪਰ ਭੇਜ ਬਹੁਤ ਘੱਟ ਪਾਏ। ਸੋ ਇਹ ਜੇਕਰ ਇਸ ਚੀਜ਼ ਨੂੰ ਅਸੀਂ ਪ੍ਰਤੀਕੂਲ ਕਹਿ ਦਿੰਦੇ ਹਾਂ। ਜੇਕਰ ਇੱਦਾਂ ਹੁੰਦਾ ਕਿ ਅਸੀਂ ਜੋ ਭੇਜਿਆ ਉਹ ਬਹੁਤ ਜ਼ਿਆਦਾ ਹੈ ਅਤੇ ਜੋ ਅਸੀਂ ਮੰਗਵਾਇਆ ਉਹ ਬਹੁਤ ਘੱਟ ਸੀ, ਤਾਂ ਉਹ ਸਾਡੇ ਅਨੁਕੂਲ ਹੋ ਜਾਂਦਾ ਹੈ। ਠੀਕ ਹੈ ਜੀ। ਉਸ ਤੋਂ ਬਾਅਦ ਜੋ ਇੰਪੋਰਟੈਂਟ ਚੀਜ਼ ਹੈ ਉਹ ਇਹ ਹੈ ਕਿ ਰਾਜਕੋਸ਼ੀ ਨੀਤੀ ਦੇ ਮੁੱਖ ਉਪਕਰਨ ਕਿਹੜੇ ਹੈ। ਸੋ ਇਹ ਤੁਸੀਂ ਡਾਇਰੈਕਟ ਪੁਆਇੰਟ ਯਾਦ ਕਰ ਸਕਦੇ ਹੋ ਇਹਦੇ। ਰਾਜਕੋਸ਼ੀ ਨੀਤੀ ਯਾਨੀ ਕਿ ਪੂਰੇ ਦੇਸ਼ ਦੀ ਜੋ ਨੀਤੀ ਹੈ ਉਹਦੇ ਮੁੱਖ ਤੱਤ ਕਿਹੜੇ ਸੀ। ਸੋ ਪਹਿਲਾ ਸੀ ਜੀ ਟੈਕਸ, ਸਰਵਜਨਿਕ ਕਰਜ਼ੇ, ਮਤਲਬ ਸਰਕਾਰ ਜਿਹੜੀ ਹੈ ਲੋਨ ਦਿੰਦੀ ਹੈ, ਸਰਕਾਰੀ ਲੋਨ। ਕਰਜ਼ੇ ਮਤਲਬ ਲੋਨ, ਸਰਵਜਨਿਕ ਮਾਨੇ ਸਰਕਾਰੀ। ਘਾਟੇ ਦੀ ਵਿੱਤ ਵਿਵਸਥਾ, ਮਤਲਬ ਦੇਸ਼ ਨੂੰ ਕੁਛ ਘਾਟਾ ਵੀ ਹੁੰਦਾ ਸੋ ਉਹਨੂੰ ਵੀ ਦੇਖਦੇ ਹੋਏ ਦੇਸ਼ ਨੂੰ ਚਲਾਉਣਾ, ਉਹ ਚੀਜ਼ਾਂ। ਸਰਵਜਨਿਕ ਖਰਚ, ਜੋ ਦੇਸ਼ ਖਰਚਾ ਕਰ ਰਿਹਾ। ਸੋ ਬੇਸਿਕਲੀ ਸਰਕਾਰ ਦੀ ਜੋ ਰਾਜਕੋਸ਼ੀ ਨੀਤੀ ਹੁੰਦੀ ਹੈ ਉਹਦੇ ਵਿੱਚ ਇਹੀ 4 ਤੱਤ ਇੰਪੋਰਟੈਂਟ ਹੁੰਦੇ ਹੈ ਕਿ ਸਰਵਜਨਿਕ ਕਰ ਅਤੇ ਸਰਵਜਨਿਕ ਕਰਜ਼ੇ। ਠੀਕ ਹੈ ਜੀ। ਇਹ ਸਰਕਾਰ ਲੈਂਦੀ ਹੈ। ਉਸ ਤੋਂ ਬਾਅਦ ਸਰਵਜਨਿਕ ਖਰਚ ਕਰਨਾ ਅਤੇ ਘਾਟੇ ਦੀ ਵਿੱਤ ਵਿਵਸਥਾ ਨੂੰ ਚਲਾਉਣਾ ਵੀ, ਕਿਉਂਕਿ ਅਗਰ ਸਰਕਾਰ ਘਾਟੇ 'ਚ ਹੈ ਤਾਂ ਉਸਨੂੰ ਚਲਾਉਣਾ ਵੀ। ਸੋ ਬੇਸਿਕਲੀ ਇਹੀ ਚੀਜ਼ ਹੈ ਜੀ। ਸੋ ਆਪਾਂ ਨੈਕਸਟ ਜਿਹੜਾ ਹੈ ਆਪਣੇ ਟੌਪਿਕ ਨੂੰ ਦੇਖਦੇ ਹਾਂ। ਸੋ ਨੈਕਸਟ ਟੌਪਿਕ ਆਪਣਾ ਇਹੀ ਹੈ ਜੀ। ਹਾਂਜੀ, ਸਾਡਾ ਨੈਕਸਟ ਜੋ ਟੌਪਿਕ ਹੈ ਉਹ ਇਹ ਹੈ ਕਿ ਇਨਫਰਾਸਟਰਕਚਰ ਆਫ ਇੰਡੀਅਨ ਇਕਨੋਮੀ, ਕਿ ਭਾਰਤੀ ਅਰਥ ਵਿਵਸਥਾ ਦੀ ਆਧਾਰਕ ਸੰਰਚਨਾ ਜਿਹੜੀ ਉਹ ਕਿਹੋ ਜਿਹੀ ਹੈ।
ਸੋ ਹੁੰਦਾ ਕੀ ਹੈ ਜੀ, ਕਿਸੇ ਅਰਥ ਵਿਵਸਥਾ ਦੇ ਪੂੰਜੀ ਸਟਾਕ, ਪਹਿਲਾਂ ਅਸੀਂ ਇਹਦੀ ਇੰਟਰੋਡਕਸ਼ਨ ਪੜ੍ਹਨੀ ਬਹੁਤ ਇੰਪੋਰਟੈਂਟ ਹੁੰਦੀ ਹੈ ਸਾਨੂੰ। ਜਿਵੇਂ ਕਿ ਤੁਸੀਂ ਪਿਛਲੇ ਟੌਪਿਕ 'ਚ ਦੇਖਿਆ ਹੋਏਗਾ ਕਿ ਅਸੀਂ ਇੰਟਰੋਡਕਸ਼ਨ 'ਚ ਬਹੁਤ ਸਾਰੀਆਂ ਚੀਜ਼ਾਂ ਕਵਰ ਕਰ ਲਿੱਤੀਆਂ ਸੀ। ਸੋ ਕਿਸੇ ਵੀ ਅਰਥ ਵਿਵਸਥਾ ਦੇ ਪੂੰਜੀ ਸਟਾਕ ਦੇ ਉਸ ਭਾਗ ਨੂੰ, ਮਤਲਬ ਜੋ ਸਾਡੇ ਕੋਲ ਪੂੰਜੀ ਦਾ ਸਟਾਕ ਹੈ, ਜੋ ਸਾਡੇ ਕੋਲ ਪੈਸਾ ਹੈ, ਉਸ ਭਾਗ ਨੂੰ ਜਿਹੜਾ ਵੱਖ-ਵੱਖ ਪ੍ਰਕਾਰ ਦੀਆਂ ਸੇਵਾਵਾਂ ਪ੍ਰਦਾਨ ਕਰਨ ਦੀ ਦ੍ਰਿਸ਼ਟੀ ਤੋਂ ਜ਼ਰੂਰੀ ਹੁੰਦਾ ਹੈ। ਮਤਲਬ ਜੋ ਅਸੀਂ ਵੱਖ-ਵੱਖ ਤਰ੍ਹਾਂ ਦੀਆਂ ਸਰਵਿਸਿਜ਼ ਉਹਦੇ ਤੋਂ ਜਿਹੜੀਆਂ ਲੈਣੀਆਂ ਹੁੰਦੀਆਂ ਜਾਂ ਦੇਣੀਆਂ ਹੁੰਦੀਆਂ, ਉਸ ਪੱਖ ਤੋਂ ਜਿਹੜਾ ਬਹੁਤ ਜ਼ਰੂਰੀ ਹੁੰਦਾ ਹੈ। ਸੋ ਇਹੀ ਚੀਜ਼ਾਂ ਜੋ ਪੈਸੇ ਦੇ ਨਾਲ ਅਸੀਂ ਸਰਵਿਸ ਲੈਣੀਆਂ ਜਾਂ ਦੇਣੀਆਂ, ਸੋ ਬੇਸਿਕਲੀ ਇਸੇ ਨੂੰ ਹੀ ਅਸੀਂ ਇਨਫਰਾਸਟਰਕਚਰ ਕਹਿ ਦਿੰਦੇ ਹਾਂ। ਠੀਕ ਹੈ ਜੀ। ਜਦੋਂ ਅਸੀਂ ਕਿਸੇ ਬੈਂਕ 'ਚ ਜਾਂਦੇ ਹਾਂ, ਸੋ ਅਸੀਂ ਕਹਿੰਦੇ ਇਹਨਾਂ ਦਾ ਇਨਫਰਾਸਟਰਕਚਰ ਬੜਾ ਮਤਲਬ ਜੋ ਹੈ ਉਹ ਬਹੁਤ ਅੱਛਾ ਹੈ, ਕਿਉਂਕਿ ਜੋ ਸਾਡੇ ਤੋਂ ਪੈਸਾ ਲੈ ਰਹੇ ਨੇ, ਸੋ ਜੋ ਪੈਸੇ ਦਾ ਆਦਾਨ ਪ੍ਰਦਾਨ ਕਰ ਰਹੇ ਨੇ ਬੇਸਿਕਲੀ, ਸੋ ਉਹਦੇ ਨਾਲੋਂ ਸਾਨੂੰ ਸਰਵਿਸ ਬੜੀ ਅੱਛੀ ਦੇ ਰਹੇ ਨੇ। ਸੋ ਸਾਨੂੰ ਉਹੀ ਮਤਲਬ ਇਸੇ ਚੀਜ਼ ਨੂੰ ਅਸੀਂ ਇਨਫਰਾਸਟਰਕਚਰ ਕਹਿੰਦੇ ਹਾਂ। ਉਸ ਤੋਂ ਬਾਅਦ ਹੈ ਜੀ ਹਰ ਇੱਕ ਮਨੁੱਖ ਇੱਕ ਉਪਭੋਗਤਾ ਅਤੇ ਉਤਪਾਦਕ ਦੇ ਰੂਪ 'ਚ ਹੁੰਦਾ ਹੈ, ਹਮੇਸ਼ਾ ਆਪਣੀਆਂ ਲੋੜਾਂ ਦੀ ਸੰਤੁਸ਼ਟੀ ਕਰਦਾ ਹੈ, ਕੇਵਲ ਚੀਜ਼ਾਂ ਦੀ ਮੰਗ ਹੀ ਨਹੀਂ ਕਰਦਾ ਬਲਕਿ ਸੇਵਾਵਾਂ ਦੀ ਮੰਗ ਵੀ ਕਰਦਾ ਹੈ। ਇਸੇ ਲਈ ਸਾਨੂੰ ਇਹ ਨਹੀਂ ਹੁੰਦਾ ਕਿ ਸਾਨੂੰ ਚੀਜ਼ ਮਿਲੇ ਜਿੱਥੋਂ ਸਾਨੂੰ ਬਾਇੱਜ਼ਤ ਚੀਜ਼ ਮਿਲੇ, ਯਾਨੀ ਕਿ ਜਿੱਥੇ ਸਾਨੂੰ ਪਿਆਰ ਨਾਲ ਬੋਲ ਕੇ ਜਾਂ ਪਿਆਰ ਨਾਲ ਸਾਡੇ ਨਾਲ ਵਰਤਾਰਾ ਕਰਕੇ ਸਾਨੂੰ ਚੀਜ਼ ਮਿਲੇ, ਅਸੀਂ ਉਸ ਚੀਜ਼ ਦੀ ਵੀ ਮੰਗ ਕਰਦੇ ਹਾਂ, ਇੱਕ ਸਰਵਿਸ ਦੀ, ਚਾਹੇ ਅਸੀਂ ਉਪਭੋਗਤਾ ਹੋਈਏ ਅਤੇ ਚਾਹੇ ਅਸੀਂ ਉਤਪਾਦਕ ਹੋਈਏ। ਠੀਕ ਹੈ ਜੀ। ਉਦਾਹਰਣ ਵਜੋਂ ਇੱਕ ਉਪਭੋਗਤਾ ਸਿਰਫ ਰੋਟੀ, ਕੱਪੜਾ, ਮਕਾਨ, ਰੇਡੀਓ ਜਾਂ ਫਰਿੱਜ ਦੀ ਹੀ ਮੰਗ ਨਹੀਂ ਕਰਦਾ, ਬਲਕਿ ਉਹ ਸਿੱਖਿਆ, ਸਿਹਤ ਸੰਬੰਧੀ ਸੇਵਾਵਾਂ, ਆਵਾਜਾਈ ਦੀਆਂ ਸੇਵਾਵਾਂ ਆਦਿ ਦੀ ਵੀ ਮੰਗ ਜਿਹੜੀ ਉਹ ਕਰਦਾ ਹੈ। ਇਸੇ ਕਰਕੇ ਜਦੋਂ ਸਰਕਾਰ ਸਾਡੇ ਤੋਂ ਟੈਕਸ ਲੈਂਦੀ ਹੈ ਤਾਂ ਅਸੀਂ ਉਸ ਪੈਸੇ ਨੂੰ ਇਸ ਕਰਕੇ ਦਿੰਦੇ ਹਾਂ ਕਿਉਂਕਿ ਅਸੀਂ ਉਸ ਦੇ ਬਦਲੇ 'ਚ ਸਿਹਤ ਸੰਬੰਧੀ, ਸਿੱਖਿਆ ਸੰਬੰਧੀ, ਆਵਾਜਾਈ ਸੰਬੰਧੀ, ਸੜਕਾਂ ਸੰਬੰਧੀ, ਹੋਰ ਇਸ ਤਰੀਕੇ ਦੀਆਂ ਸਾਰੀਆਂ ਸਰਵਿਸਿਜ਼ ਚਾਹੁੰਦੇ ਹਾਂ। ਇਹਨਾਂ ਸਰਵਿਸਿਜ਼ ਨੂੰ ਜੋ ਹੈ ਕੰਜ਼ਿਊਮਰ ਸਰਵਿਸਿਜ਼ ਵੀ ਕਿਹਾ ਜਾਂਦਾ ਹੈ। ਠੀਕ ਹੈ ਜੀ। ਸੋ ਤੁਸੀਂ ਇਸ ਚੀਜ਼ ਨੂੰ ਵੀ ਯਾਦ ਰੱਖਣਾ ਕਿ ਕੰਜ਼ਿਊਮਰ ਸਰਵਿਸਿਜ਼ ਦਾ ਮਤਲਬ ਕੀ ਹੁੰਦਾ ਹੈ। ਕੰਜ਼ਿਊਮਰ ਸਰਵਿਸ ਦਾ ਮਤਲਬ ਇਹੀ ਹੈ ਕਿ ਅਗਰ ਸਰਕਾਰ ਟੈਕਸ ਲੈਂਦੀ ਹੈ, ਸੋ ਉਹਦੇ ਬਦਲੇ ਵਿੱਚ ਸਾਨੂੰ ਇਹ ਸੇਵਾਵਾਂ ਵੀ ਦੇਣੀਆਂ ਹੋਣ। ਸੋ ਬੇਸਿਕਲੀ ਇਹ ਸੇਵਾਵਾਂ ਦੇਣ ਨੂੰ ਹੀ ਕੰਜ਼ਿਊਮਰ ਸਰਵਿਸ ਕਿਹਾ ਜਾਂਦਾ ਹੈ। ਕਲੀਅਰ ਹੈ ਜੀ। ਇਸੇ ਤਰ੍ਹਾਂ ਇੱਕ ਉਤਪਾਦਕ ਨੂੰ ਕੱਚਾ ਮਾਲ ਕਾਰਖਾਨੇ ਤੱਕ ਪਹੁੰਚਾਉਣ ਲਈ, ਤਿਆਰ ਮਾਲ ਨੂੰ ਕਾਰਖਾਨੇ ਤੋਂ ਬਾਜ਼ਾਰ ਤੱਕ ਮੰਗਵਾਉਣ ਲਈ, ਢੋਆ ਢੁਆਈ ਦੀਆਂ ਸੇਵਾਵਾਂ, ਮਸ਼ੀਨਾਂ ਚਲਾਉਣ ਲਈ ਬਿਜਲੀ, ਖੇਤੀ ਦੀ ਸਿੰਜਾਈ ਲਈ ਪਾਣੀ, ਮਜ਼ਦੂਰਾਂ ਦੀ ਕਾਰਜਕੁਸ਼ਲਤਾ ਵਧਾਉਣ ਲਈ ਸਿੱਖਿਆ ਅਤੇ ਸਿਹਤ ਨਾਲ ਸੰਬੰਧਿਤ ਸੇਵਾਵਾਂ ਦੀ ਲੋੜ ਹੁੰਦੀ ਹੈ। ਸੋ ਜੋ ਇੱਕ ਉਤਪਾਦਕ ਹੈ, ਸੋ ਉਤਪਾਦਕ ਦੇ ਲਈ ਜੋ ਇਨਫਰਾਸਟਰਕਚਰ ਲਈ ਕੰਮ ਕਰੇਗਾ, ਸੋ ਬੇਸਿਕਲੀ ਉਹ ਇਹ ਹੋਏਗਾ ਕਿ ਸਰਕਾਰ ਉਸ ਨੂੰ ਬਿਜਲੀ ਦੇਵੇ, ਸਰਕਾਰ ਉਸ ਨੂੰ ਆਵਾਜਾਈ ਦੇ ਸਾਧਨਾਂ 'ਚ ਕੁਛ ਢਿੱਲ ਦੇਵੇ, ਸਰਕਾਰ ਉਸ ਨੂੰ ਸਿੰਜਾਈ ਲਈ ਪਾਣੀ ਦੇਵੇ, ਸਰਕਾਰ ਉਸ ਨੂੰ ਮਜ਼ਦੂਰਾਂ ਦੀ ਕਾਰਜਕੁਸ਼ਲਤਾ ਵਧਾਉਣ ਲਈ ਚੰਗੇ ਸਿੱਖਿਆ, ਸਿਹਤ, ਇੱਦਾਂ ਦੀਆਂ ਚੀਜ਼ਾਂ ਮੁਹੱਈਆ ਕਰਵਾਵੇ ਪਹਿਲਾਂ। ਠੀਕ ਹੈ ਜੀ। ਸੋ ਇਨਫਰਾਸਟਰਕਚਰ ਦਾ ਕੰਮ ਕਰਦੇ ਹਾਂ। ਸੋ ਬੇਸਿਕਲੀ ਜਦੋਂ ਇੱਕ ਉਤਪਾਦਕ ਦੇ ਵੇ ਨਾਲ ਦੇਖਿਆ ਜਾਂਦਾ, ਸੋ ਉਸਨੂੰ ਪ੍ਰੋਡਿਊਸਰ ਸਰਵਿਸਿਜ਼ ਕਿਹਾ ਜਾਂਦਾ, ਅਤੇ ਜੋ ਕੰਜ਼ਿਊਮਰ ਮੰਗ ਕਰਦਾ ਉਸਨੂੰ ਕੰਜ਼ਿਊਮਰ ਸਰਵਿਸਿਜ਼ ਕਿਹਾ ਜਾਂਦਾ। ਅਤੇ ਬੇਸਿਕਲੀ ਇਹੀ ਚੀਜ਼ਾਂ ਨੂੰ ਸਹੂਲਤਾਂ, ਕਿਰਿਆਵਾਂ ਅਤੇ ਸੇਵਾਵਾਂ ਜੋ ਹਰ ਖੇਤਰ ਦੇ ਸੰਚਾਲਨ ਅਤੇ ਵਿਆਜ ਵਿੱਚ ਸਹਾਇਕ ਹੁੰਦੀਆਂ, ਇਸੇ ਹੀ ਚੀਜ਼ ਨੂੰ ਇਨਫਰਾਸਟਰਕਚਰ ਕਿਹਾ ਜਾਂਦਾ ਕਿਸੇ ਵੀ ਇਕਨੋਮੀ ਦੇ ਲਈ। ਸੋ ਇੰਡੀਅਨ ਇਕਨੋਮੀ ਦਾ ਇਨਫਰਾਸਟਰਕਚਰ ਵੀ ਬੇਸਿਕਲੀ ਇਹੀ ਚੀਜ਼, ਇਹੀ ਢਾਂਚਾ ਜੋ ਹੈ ਉਹ ਹੈ। ਠੀਕ ਹੈ ਜੀ। ਸੋ ਫਿਰ ਅਸੀਂ ਨੈਕਸਟ ਡੈਫੀਨੇਸ਼ਨ 'ਤੇ ਜਾਂਦੇ ਹਾਂ। ਆਧਾਰਿਕ ਸੰਰਚਨਾ ਬੇਸਿਕਲੀ ਉਹੀ ਹੈ ਕਿ ਪੂੰਜੀ ਸਟਾਕ ਦਾ ਉਹ ਭਾਗ ਜਿਹਦੇ ਵਿੱਚ ਅਸੀਂ ਸੇਵਾਵਾਂ ਪ੍ਰਦਾਨ ਕਰਨਾ ਜਿਹੜਾ ਹੈ ਜ਼ਰੂਰੀ ਹੁੰਦਾ, ਉਸ ਨੂੰ ਆਧਾਰਿਕ ਸੰਰਚਨਾ ਜਿਹੜੀ ਕਿਹਾ ਜਾਂਦਾ। ਸੋ ਆਰਥਿਕ ਆਧਾਰਿਕ ਸੰਰਚਨਾ ਕੀ ਹੁੰਦੀ ਹੈ ਕਿ ਉਹ ਵਾਲਾ ਪੂੰਜੀ ਸਟਾਕ ਜਿਹੜਾ ਉਤਪਾਦਨ ਪ੍ਰਣਾਲੀ ਨੂੰ ਪ੍ਰਤੱਖ ਸੇਵਾਵਾਂ ਪ੍ਰਦਾਨ ਕਰੇ। ਠੀਕ ਹੈ ਜੀ। ਮਤਲਬ ਪ੍ਰਤੱਖ ਸੇਵਾਵਾਂ ਪ੍ਰਦਾਨ ਕਰੇ, ਉਸ ਨੂੰ ਅਸੀਂ ਆਧਾਰਿਕ ਸੰਰਚਨਾ ਕਹਿੰਦੇ ਹਾਂ। ਇੱਕ ਹੈ ਜੀ ਉਪਭੋਗਤਾ ਸੰਰਖਣ ਕੀ ਹੁੰਦਾ। ਬੇਸਿਕਲੀ ਇੱਥੇ ਕਿਹਾ ਜਾਂਦਾ ਕਿ ਉਪਭੋਗਤਾ ਵਸਤੂਆਂ ਦੇ ਉਪਭੋਗਤਾਵਾਂ ਦੀ, ਮਤਲਬ ਕਿ ਜੋ ਖਰਚ ਹੋਣ ਵਾਲੀਆਂ ਵਸਤੂਆਂ ਨੇ, ਜੋ ਵੇਚੀਆਂ ਜਾਣ ਵਾਲੀਆਂ ਵਸਤੂਆਂ ਨੇ, ਉਹਨਾਂ ਦੇ ਜੋ ਉਤਪਾਦਕ ਨੇ ਉਹਨਾਂ ਨਾਲ ਕੋਈ ਅਨੁਚਿਤ ਵਿਵਹਾਰ ਨਾ ਹੋ ਪਾਵੇ, ਇਸੇ ਕਰਕੇ ਉਹਨਾਂ ਦਾ ਸ਼ੋਸ਼ਣ ਹੋਣ ਤੋਂ ਬਚਾਇਆ ਜਾ ਸਕੇ। ਇਸ ਦੇ ਲਈ ਜੋ ਹੈ ਉਪਭੋਗਤਾ ਸੰਰਖਣ ਜਿਹੜਾ ਹੈ ਰੱਖਿਆ, ਮਤਲਬ ਇਹ ਹੁੰਦਾ ਹੈ, ਯਾਨੀ ਕਿ ਅਸੀਂ ਚੀਜ਼ਾਂ ਖਰੀਦਦੇ ਹਾਂ, ਸਾਡੇ ਨਾਲ ਕੋਈ ਉਤਪਾਦਕ ਮਾੜਾ ਵਿਵਹਾਰ ਨਾ ਕਰੇ, ਸਾਡਾ ਸ਼ੋਸ਼ਣ ਨਾ ਹੋ ਸਕੇ। ਸੋ ਉਪਭੋਗਤਾ ਸੰਰਖਣ ਜਿਹੜਾ ਉਹ ਹੁੰਦਾ ਹੈ। ਉਸ ਤੋਂ ਬਾਅਦ ਹੈ ਜੀ ਸਰਵਜਨਕ ਵੰਡ ਪ੍ਰਣਾਲੀ। ਸਰਵਜਨਕ ਵੰਡ ਪ੍ਰਣਾਲੀ ਇਹ ਹੁੰਦਾ ਕਿ ਸਰਕਾਰ, ਜਿਵੇਂ ਅੱਜ ਕੱਲ੍ਹ ਸਰਕਾਰ ਜੋ ਹੈ ਉਹ ਲੋਕਾਂ ਨੂੰ ਰਾਸ਼ਨ ਵੰਡਦੀ ਹੈ ਸਰਕਾਰੀ ਦੁਕਾਨਾਂ ਤੋਂ। ਸੋ ਬੇਸਿਕਲੀ ਇਹ ਸਰਵਜਨਕ ਵੰਡ ਪ੍ਰਣਾਲੀ ਇਹੀ ਹੁੰਦੀ ਹੈ ਕਿ ਸਰਕਾਰ ਜਿਨ੍ਹਾਂ ਕੋਲ ਇਨਕਮ ਬਹੁਤ ਜ਼ਿਆਦਾ ਹੁੰਦੀ ਹੈ, ਉਹਨਾਂ ਤੋਂ ਟੈਕਸ ਦੇ ਰੂਪ ਵਿੱਚ ਪੈਸਾ ਲੈ ਕੇ ਅਤੇ ਉਸ ਨੂੰ ਗਰੀਬ ਵਰਗ ਦੇ ਵਿੱਚ ਵੰਡਣਾ। ਸੋ ਇਹੀ ਵੰਡ ਪ੍ਰਣਾਲੀ ਜੋ ਹੁੰਦੀ ਹੈ ਸਰਕਾਰੀ, ਯਾਨੀ ਕਿ ਸਰਵਜਨਕ ਵੰਡ ਪ੍ਰਣਾਲੀ। ਸਰਵਜਨਕ ਮਾਨੇ ਸਰਕਾਰੀ। ਵਿਸ਼ੇਸ਼ ਰੂਪ ਨਾਲ ਗਰੀਬ ਵਰਗ ਨੂੰ ਸਹੀ ਉਚਿਤ ਕੀਮਤ ਦੀਆਂ ਦੁਕਾਨਾਂ ਦੁਆਰਾ ਜੀਵਨ ਦੀਆਂ ਜ਼ਰੂਰੀ ਵਸਤੂਆਂ ਜਿਵੇਂ ਅਨਾਜ, ਖੰਡ, ਮਿੱਟੀ ਦਾ ਤੇਲ ਆਦਿ ਸਸਤੇ ਭਾਅ 'ਤੇ ਦੇਣਾ, ਉਹ ਇਸੇ ਚੀਜ਼ ਨੂੰ ਹੀ ਸਰਵਜਨਕ ਵੰਡ ਪ੍ਰਣਾਲੀ ਕਿਹਾ ਜਾਂਦਾ ਹੈ। ਸੋ ਇੱਥੇ ਫਿਰ ਅਸੀਂ ਚੀਜ਼ਾਂ ਨੂੰ ਸਮਝਣਾ ਹੈ ਕਿ ਪੂੰਜੀ ਉਪਭੋਗਤਾ ਸੇਵਾਵਾਂ ਕਿਹਨਾਂ ਨੂੰ ਕਹਿੰਦੇ ਆ। ਬੇਸਿਕਲੀ ਸਿੱਖਿਆ ਸੰਬੰਧੀ ਸੇਵਾਵਾਂ, ਸਿਹਤ ਅਤੇ ਆਵਾਜਾਈ ਸੰਬੰਧੀ ਸੇਵਾਵਾਂ ਨੂੰ ਪੂੰਜੀਗਤ ਉਪਭੋਗਤਾ ਸੇਵਾ ਕਿਹਾ ਜਾਂਦਾ ਹੈ।
ਉਤਪਾਦਕ ਸੇਵਾ ਕਿਸ ਨੂੰ ਕਹਿੰਦੇ? ਜਿਵੇਂ ਆਵਾਜਾਈ ਸੇਵਾ, ਬਿਜਲੀ, ਸਿੰਜਾਈ, ਮਜ਼ਦੂਰਾਂ ਦੀ ਕੁਸ਼ਲਤਾ ਵਧਾਉਣ ਵਾਲੀਆਂ ਸੇਵਾਵਾਂ ਬੇਸਿਕਲੀ ਉਤਪਾਦਕ ਸੇਵਾਵਾਂ ਹੁੰਦੀਆਂ। ਠੀਕ ਹੈ ਜੀ। ਪੂੰਜੀ ਸਟਾਕ ਕਿੰਨੇ ਪ੍ਰਕਾਰ ਦਾ ਹੁੰਦਾ? ਪੂੰਜੀ ਸਟਾਕ ਦੋ ਪ੍ਰਕਾਰ ਦਾ ਹੁੰਦਾ। ਇੱਕ ਤਾਂ ਉਹ ਜਿਹੜਾ ਵਸਤੂਆਂ ਦਾ ਉਤਪਾਦਨ ਕਰਦਾ, ਜਿਵੇਂ ਫੈਕਟਰੀਆਂ ਜਾਂ ਮਸ਼ੀਨਾਂ। ਦੂਸਰਾ ਉਹ ਜਿਹੜਾ ਸੇਵਾਵਾਂ ਦਾ ਉਤਪਾਦਨ ਕਰਦਾ ਹੈ, ਜਿਵੇਂ ਸੜਕਾਂ, ਬਿਜਲੀ, ਘਰ, ਨਹਿਰਾਂ, ਹਸਪਤਾਲ ਜਾਂ ਸਕੂਲ। ਠੀਕ ਹੈ ਜੀ। ਨੈਕਸਟ ਕਹਿੰਦੇ ਨੇ ਇੱਕ ਚੰਗਾ ਇਨਫਰਾਸਟਰਕਚਰ ਦਾ ਮੁੱਖ ਲਾਭ ਕੀ ਹੋ ਜਾਂਦਾ ਹੈ? ਸੋ ਇੱਕ ਚੰਗਾ ਇਨਫਰਾਸਟਰਕਚਰ, ਜਦੋਂ ਕਿਸੇ ਦੇਸ਼ ਕੋਲ ਚੰਗਾ ਇਨਫਰਾਸਟਰਕਚਰ ਹੁੰਦਾ ਹੈ, ਸੋ ਉਹਦੇ ਨਾਲ ਸਾਡਾ ਉਤਪਾਦਨ ਜ਼ਿਆਦਾ ਵੱਧਦਾ, ਯਾਨੀ ਕਿ ਸਾਡੀ ਪ੍ਰੋਡਿਊਸ ਕਰਨ ਦੀ ਜਿਹੜੀ ਐਬਿਲਿਟੀ ਹੈ ਜ਼ਿਆਦਾ ਹੋ ਜਾਂਦੀ ਹੈ ਅਤੇ ਸਾਡੀ ਕੋਸਟ ਘਟਣੀ ਸ਼ੁਰੂ ਹੋ ਜਾਂਦੀ, ਕਿਉਂਕਿ ਹੁਣ ਸਾਡੇ ਕੋਲ ਇਨਫਰਾਸਟਰਕਚਰ ਜਿਹੜਾ ਉਹ ਤਿਆਰ ਹੋ ਚੁੱਕਿਆ ਹੈ। ਠੀਕ ਹੈ ਜੀ। ਆਵਾਜਾਈ ਦੇ ਸਾਧਨਾਂ ਦੀ ਲੋੜ ਕਿਉਂ ਹੁੰਦੀ ਹੈ? ਬੇਸਿਕ ਸਿੰਪਲ ਕੁਐਸਚਨ, ਕਿ ਲੋਕਾਂ ਨੂੰ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਲੈ ਕੇ ਜਾਣਾ ਜਾਂ ਵਸਤੂਆਂ ਨੂੰ। ਠੀਕ ਹੈ ਜੀ। ਭਾਰਤ ਵਿੱਚ ਪਹਿਲੀ ਰੇਲ ਲਾਈਨ ਕਦੋਂ ਸ਼ੁਰੂ ਹੋਈ ਸੀ? 16 ਅਪ੍ਰੈਲ 1853 ਨੂੰ ਮੁੰਬਈ ਤੋਂ ਥਾਣਾ ਦੇ ਵਿਚਕਾਰ। ਉਸ ਤੋਂ ਬਾਅਦ ਭਾਰਤੀ ਖੇਤੀ ਮਾਨਸੂਨ ਦਾ ਜੂਆ ਹੈ ਕਿਵੇਂ? ਦੇਖੋ ਇਹ ਤਾਂ ਚੀਜ਼ ਨੋਰਮਲ ਹੈ, ਭਾਰਤੀ ਖੇਤੀ ਜੋ ਮਾਨਸੂਨ ਦਾ ਜੂਆ ਹੈ, ਕਿਉਂਕਿ ਇੱਥੇ ਵਰਖਾ ਬਹੁਤ ਜ਼ਿਆਦਾ ਹੋ ਜਾਂਦੀ ਹੈ, ਕਈ ਵਾਰੀ ਬਹੁਤ ਘੱਟ ਹੋ ਜਾਂਦੀ ਹੈ। ਸੋ ਫਸਲਾਂ ਜੋ ਨੇ ਉਹ ਜਿਹੜੀ ਮਾਨਸੂਨ ਦੇ ਉੱਪਰ ਡਿਪੈਂਡ ਕਰਦੀਆਂ, ਸੋ ਇਸੇ ਕਰਕੇ ਮਾਨਸੂਨ ਦਾ ਜੂਆ ਹੈ। ਬੇਸਿਕਲੀ ਇੰਨਾ ਇੰਪੋਰਟੈਂਟ ਵੀ ਨਹੀਂ ਹੈ, ਸਾਨੂੰ ਬਸ ਇਹ ਪਤਾ ਹੋਣਾ ਚਾਹੀਦਾ ਕਿ ਭਾਰਤੀ ਖੇਤੀ ਮਾਨਸੂਨ ਦਾ ਜੂਆ ਹੈ, ਬਸ ਇੰਨਾ ਹੀ। ਇੰਪੋਰਟੈਂਟ ਜੋ ਇਹ ਹੈ ਕਿ ਉਪਭੋਗਤਾ ਹਫ਼ਤਾ ਸਾਡੇ ਲਈ ਇੰਪੋਰਟੈਂਟ ਚੀਜ਼ ਹੈ। ਉਪਭੋਗਤਾ ਹਫ਼ਤਾ ਕਦੋਂ ਮਨਾਇਆ ਜਾਂਦਾ? 15 ਤੋਂ 21 ਮਾਰਚ ਦੇ ਵਿੱਚ। ਅਤੇ ਇਹਦੇ ਵਿੱਚ ਕੀ ਹੁੰਦਾ, ਜੋ ਉਪਭੋਗਤਾ ਸੰਰਖਣ ਅਸੀਂ ਪੜ੍ਹ ਕੇ ਹਟੇ ਹਾਂ ਉੱਪਰ, ਸੋ ਉਪਭੋਗਤਾ ਸੰਰਖਣ ਦੇ ਨਿਯਮ ਬਾਰੇ ਜਿਹੜੇ ਹੀ ਉਪਭੋਗਤਾਵਾਂ ਨੂੰ ਐਜੂਕੇਟ ਕਰਨਾ। ਸੋ ਉਸ ਹਫ਼ਤੇ ਦੇ ਵਿੱਚ ਉਪਭੋਗਤਾਵਾਂ ਨੂੰ ਇਸ ਦੇ ਬਾਰੇ 'ਚ ਜਿਹੜਾ ਹੈ ਉਹ ਦੱਸਿਆ ਜਾਂਦਾ ਹੈ, ਇਸ ਨੂੰ ਉਪਭੋਗਤਾ ਹਫ਼ਤਾ ਵੀ ਕਿਹਾ ਜਾਂਦਾ ਹੈ। ਠੀਕ ਹੈ ਜੀ। ਇਸੇ ਕਰਕੇ ਇਸ ਨੂੰ ਉਪਭੋਗਤਾ ਹਫ਼ਤਾ ਕਿਹਾ ਜਾਂਦਾ ਹੈ। ਉਸ ਤੋਂ ਬਾਅਦ ਆ ਗਿਆ ਜੀ ਇੰਪੋਰਟੈਂਟ ਫਿਰ ਕੁਐਸਚਨ, ਭਾਰਤ ਨੇ 4 ਵਿਸ਼ੇਸ਼ ਬੈਂਕਿੰਗ ਸੰਸਥਾਵਾਂ: ਭਾਰਤੀ ਉਦਯੋਗਿਕ ਵਿਕਾਸ ਨਿਗਮ, ਭਾਰਤੀ ਉਦਯੋਗਿਕ ਵਿੱਤ ਨਿਗਮ, ਭੂਮੀ ਵਿਕਾਸ ਬੈਂਕ, ਆਯਾਤ ਨਿਰਯਾਤ ਬੈਂਕ ਭਾਰਤ ਦੀਆਂ ਵਿਸ਼ੇਸ਼ ਬੈਂਕਿੰਗ ਸੰਸਥਾਵਾਂ ਨੇ। ਉਸ ਤੋਂ ਬਾਅਦ ਮੇਨ ਗੈਰ ਬੈਂਕਿੰਗ ਵਿੱਤੀ ਸੰਸਥਾਵਾਂ, ਜਿਵੇਂ ਅੱਜ ਕੱਲ੍ਹ ਫਾਈਨਾਂਸ ਦੇ ਜਿਹੜੇ ਉਹ ਚੱਲਦੇ ਨੇ, ਜਿਹੜੇ ਫਾਈਨਾਂਸ 'ਤੇ ਪੈਸੇ ਦਿੰਦੇ ਨੇ ਬਟ ਉਹ ਬੈਂਕ ਨਹੀਂ ਹੁੰਦੇ। ਸੋ ਇਹ ਉਹੀ ਹੈ ਜੀ। ਗੈਰ ਬੈਂਕਿੰਗ ਵਿੱਤੀ ਸੰਸਥਾਵਾਂ ਉਹ ਸੰਸਥਾਵਾਂ ਨੇ ਜੋ ਜਨਤਾ ਅਤੇ ਹੋਰਨਾਂ ਖੇਤਰਾਂ ਤੋਂ ਧਨ ਪ੍ਰਾਪਤ ਕਰਦੀਆਂ ਅਤੇ ਉਸ ਧਨ ਨੂੰ ਉਧਾਰ ਦੇ ਦਿੰਦੀਆਂ ਜਾਂ ਉਹਨਾਂ ਦਾ ਨਿਵੇਸ਼ ਕਰਦੀਆਂ। ਜਿਵੇਂ ਅਲੱਗ-ਅਲੱਗ ਕੰਪਨੀਜ਼ ਤੁਸੀਂ ਦੇਖ ਸਕਦੇ ਹੋ, ਨੇਚਰਵੇ ਦੀ ਕੰਪਨੀ ਹੋ ਗਈ, ਪਰਲ ਹੋ ਗਈ। ਸੋ ਇਹ ਬੇਸਿਕਲੀ ਉਹੀ ਚੀਜ਼ਾਂ ਨੇ, ਖਾਸ ਕਰਕੇ ਪਰਲ ਜੋ ਹੈ। ਪਰ ਇਹ ਸੰਸਥਾਵਾਂ ਬੈਂਕ ਦੇ ਹੋਰਨਾਂ ਕੰਮ, ਜਿਵੇਂ ਚੈੱਕਾਂ ਰਾਹੀਂ ਰੁਪਇਆ ਕਢਾਉਣ ਦੀਆਂ ਸਹੂਲਤਾਂ ਦੇਣੀਆਂ, ਡਰਾਫਟ ਜਾਰੀ ਕਰਨੇ, ਇੱਦਾਂ ਦੇ ਕੰਮ ਨਹੀਂ ਹੁੰਦੇ। ਸੋ ਇਹ ਮੁੱਖ ਗੈਰ ਬੈਂਕਿੰਗ ਸੰਸਥਾਵਾਂ ਯੂਨਿਟ ਟਰੱਸਟ ਅਤੇ ਜੀਵਨ ਬੀਮਾ ਨਿਗਮ, ਯਾਨੀ ਕਿ ਜੋ LIC ਟਾਈਪ ਕੁਛ ਇੱਦਾਂ ਦੇ ਜਿਹੜੇ ਪ੍ਰਾਈਵੇਟ ਹੁੰਦੇ ਨੇ ਬੀਮਾ ਨਿਗਮ। ਸੋ ਬੇਸਿਕਲੀ ਇਹ ਜਿਹੜੇ ਗੈਰ ਬੈਂਕਿੰਗ ਵਿੱਤੀ ਸੰਸਥਾਵਾਂ ਦੇ ਵਿੱਚ ਆਉਂਦੇ ਹੈ। ਉਸ ਤੋਂ ਬਾਅਦ ਆ ਜੀ ਸਟਾਕ ਐਕਸਚੇਂਜ ਕੀ ਹੁੰਦੀ ਹੈ? ਸਟਾਕ ਐਕਸਚੇਂਜ ਉਹ ਹੁੰਦੀ ਜਿੱਥੇ ਕੰਪਨੀਆਂ ਦੇ ਸ਼ੇਅਰ ਖਰੀਦੇ ਅਤੇ ਵੇਚੇ ਜਾਂਦੇ ਹੈ, ਬਸ ਇਹ ਸ਼ੇਅਰ ਮਾਰਕੀਟ ਹੈ ਜੀ। ਉਪਭੋਗਤਾ ਸਿੱਖਿਆ ਦਾ ਮਤਲਬ ਉਹੀ ਹੈ ਜੀ ਕਿ ਉਪਭੋਗਤਾਵਾਂ ਦੇ ਹਿੱਤਾਂ ਦੇ ਸੰਰਖਣ ਦੇ ਲਈ ਉਹਨਾਂ ਨੂੰ ਸਿੱਖਿਅਤ ਕਰਨਾ। ਸੋ ਇਸ ਉਦੇਸ਼ ਲਈ 15 ਤੋਂ 21 ਮਾਰਚ ਹਰ ਸਾਲ ਕੰਜ਼ਿਊਮਰ ਵੀਕ ਮਨਾਇਆ ਜਾਂਦਾ ਹੈ। ਇਹਦੇ 'ਚ ਉਹਨਾਂ ਨੂੰ ਉਹਨਾਂ ਦੇ ਅਧਿਕਾਰਾਂ ਬਾਰੇ ਜਾਗਰੂਕ ਕਰਨ 'ਤੇ ਜ਼ੋਰ ਦਿੱਤਾ ਜਾਂਦਾ ਹੈ ਅਤੇ ਤਾਂ ਕਿ ਉਤਪਾਦਕਾਂ ਅਤੇ ਵਪਾਰੀਆਂ ਦੀ ਲੁੱਟ ਖਸੁੱਟ ਤੋਂ ਬਚਣ ਲਈ ਜਿਹੜਾ ਹੈ ਸਿੱਖਿਅਤ ਉਹਨਾਂ ਨੂੰ ਕੀਤਾ ਜਾਂਦਾ ਹੈ। ਸੋ ਇਸੇ ਨੂੰ ਹੀ ਉਪਭੋਗਤਾ ਸਿੱਖਿਆ ਕਿਹਾ ਜਾਂਦਾ ਹੈ। ਆਧਾਰਿਕ ਸੰਰਚਨਾ ਫਿਰ ਉਹੀ ਡੈਫੀਨੇਸ਼ਨ ਆ ਗਈ ਸਾਡੇ ਕੋਲ, ਸੋ ਇਹਨੂੰ ਕੋਈ ਖਾਸ ਨਹੀਂ ਹੈ, ਤੁਸੀਂ ਪੜ੍ਹ ਸਕਦੇ ਹੋ। ਭਾਰਤ ਦੀਆਂ ਮੁੱਖ ਆਰਥਿਕ ਆਧਾਰਿਕ ਸੰਰਚਨਾਵਾਂ ਕਿਹੜੀਆਂ? ਮਤਲਬ ਆਰਥਿਕ ਆਧਾਰਿਕ ਸੰਰਚਨਾਵਾਂ। ਠੀਕ ਹੈ ਜੀ। ਸੋ ਆਰਥਿਕ ਤੌਰ 'ਤੇ ਕਿਵੇਂ ਸਾਡਾ ਇਨਫਰਾਸਟਰਕਚਰ ਜਿਹੜਾ ਹੈ ਹੋ ਸਕਦਾ? ਸੋ ਉਹਦੇ ਲਈ 4 ਹੀ ਚੀਜ਼ਾਂ ਨੇ: ਆਵਾਜਾਈ ਅਤੇ ਸੰਚਾਰ, ਬਿਜਲੀ ਸ਼ਕਤੀ, ਸਿੰਜਾਈ ਯਾਨੀ ਕਿ ਪਾਣੀ ਦੀ ਸਹੂਲਤ, ਅਤੇ ਬੈਂਕਿੰਗ ਅਤੇ ਵਿੱਤੀ ਸੰਸਥਾਵਾਂ। ਇਹ ਚਾਰੋਂ ਹੀ ਹੋਣੀਆਂ ਜ਼ਰੂਰੀ ਨੇ। ਭਾਰਤ ਵਿੱਚ ਯਾਤਾਯਾਤ ਦੇ ਮੁੱਖ ਸਾਧਨ ਕਿਹੜੇ? ਆਵਾਜਾਈ ਦੇ। ਇਹ ਇੰਪੋਰਟੈਂਟ, ਇਹ ਸਾਨੂੰ ਬਸ ਪਤਾ ਜ਼ਰੂਰ ਹੋਣਾ ਚਾਹੀਦਾ। ਕਈ ਵਾਰੀ ਸੌਖੇ ਕੁਐਸਚਨਸ ਹੀ ਐਵੇਂ ਲਿਖੇ ਹੁੰਦੇ ਨੇ ਨੀਚੇ ਪੁਆਇੰਟਾਂ 'ਚ, ਇਹ ਅਸੀਂ ਪੇਪਰ 'ਚ ਵੀ ਕਰ ਸਕਦੇ ਹਾਂ, ਨੋਰਮਲੀ ਹੋ ਜਾਂਦੇ ਨੇ। ਸਿੰਜਾਈ ਤੋਂ ਕੀ ਭਾਵ ਹੈ? ਸਿੰਜਾਈ ਦੀ ਲੋੜ ਕਿਉਂ ਹੈ? ਸਿੰਜਾਈ ਸਾਨੂੰ ਪਤਾ ਜ਼ਮੀਨ ਨੂੰ ਬਨਾਵਟੀ ਸਾਧਨਾਂ ਦੁਆਰਾ ਪਾਣੀ ਦੇਣ ਨੂੰ ਸਿੰਜਾਈ ਕਹਿੰਦੇ ਹੈ। ਵਰਖਾ ਦੀ ਅਨਿਯਮਿਤਤਾ, ਵਰਖਾ ਦੀ ਅਸਮਾਨ ਵੰਡ ਅਤੇ ਵਰਖਾ ਕਾਲ ਦੀ ਅਨਿਸ਼ਚਿਤਤਾ ਦੇ ਕਾਰਨ ਹੀ ਭੂਮੀ ਨੂੰ ਸਿੰਜਾਈ ਦੀ ਜ਼ਰੂਰਤ ਹੁੰਦੀ ਹੈ। ਯਾਨੀ ਕਿ ਅੱਜ ਦੇ ਸਮੇਂ 'ਚ ਸਾਨੂੰ ਨਹਿਰਾਂ ਦੀ ਜਾਂ ਜ਼ਮੀਨ ਦੇ ਨੀਚੋਂ ਪਾਣੀ ਕੱਢਣ ਦੀ ਇੰਨੀ ਜ਼ਿਆਦਾ ਫੈਸਿਲਿਟੀ ਉਹ ਇਸ ਕਰਕੇ ਸਾਨੂੰ ਲੈਣੀ ਪੈ ਰਹੀ ਹੈ ਕਿਉਂਕਿ ਜਿਹੜੇ ਮੀਂਹਾਂ 'ਤੇ ਸਾਨੂੰ ਜਿਹੜਾ ਹੈ ਹੁਣ ਉਹ ਡਿਪੈਂਡ ਨਹੀਂ ਰਹਿਣਾ ਪੈ ਰਿਹਾ। ਅਤੇ ਸਿੰਜਾਈ ਦੇ ਮੁੱਖ ਸਾਧਨ ਕਿਹੜੇ ਹੋ ਗਏ ਸਾਡੇ ਕੋਲ? ਫਿਰ ਨਹਿਰਾਂ, ਖੂਹ, ਟਿਊਬਵੈੱਲ ਅਤੇ ਤਲਾਬ। ਇਹੀ ਸਿੰਜਾਈ ਦੇ ਜਿਹੜੇ ਮੁੱਖ ਸਾਧਨ ਜਿਹੜੇ ਹੋ ਗਏ ਨੇ। ਭਾਰਤੀ ਰਿਜ਼ਰਵ ਬੈਂਕ 'ਤੇ ਇੱਕ ਟਿੱਪਣੀ ਲਿਖੋ। ਭਾਰਤੀ ਰਿਜ਼ਰਵ ਬੈਂਕ ਦੇ ਉੱਪਰ ਬਹੁਤ ਵਾਰ ਇਕਨੋਮਿਕਸ ਦੇ ਪੇਪਰ ਕੁਐਸਚਨ ਪੁੱਛ ਲਏ ਜਾਂਦੇ ਨੇ। ਪਹਿਲੀ ਚੀਜ਼ ਜੋ ਹੈ, ਰਿਜ਼ਰਵ ਬੈਂਕ ਜੋ ਭਾਰਤ ਦਾ ਕੇਂਦਰੀ ਬੈਂਕ ਹੈ, ਮਤਲਬ ਸੈਂਟਰਲ ਬੈਂਕ ਆਫ ਇੰਡੀਆ ਹੈ ਇਹ। ਠੀਕ ਹੈ ਜੀ। ਮਤਲਬ ਸੈਂਟਰ ਬੈਂਕ ਹੈ ਇਹ, ਮਤਲਬ ਇੱਕ ਧੁਰਾ ਹੈ ਜਿਹਦੇ ਨਾਲ ਸਾਰੇ ਬੈਂਕ ਕੰਟਰੋਲਿੰਗ 'ਚ ਚੱਲਦੇ ਹੈ। ਇੱਦਾਂ ਨਹੀਂ ਕਿ ਜੋ ਸੈਂਟਰਲ ਬੈਂਕ ਆਫ ਇੰਡੀਆ ਹੈ ਉਹ ਰਿਜ਼ਰਵ ਬੈਂਕ ਹੈ, ਨਹੀਂ।
ਇਸ ਦੀ ਸਥਾਪਨਾ ਜੋ 1935 'ਚ ਹੋਈ ਸੀ। ਇਸ ਦਾ ਮੁੱਖ ਕੰਮ ਹੈ ਇੱਕ ਤਾਂ ਜੀ ਨੋਟ ਜਾਰੀ ਕਰਨਾ, ਦੂਜਾ ਸਰਕਾਰ ਦੇ ਬੈਂਕਰ ਦੇ ਰੂਪ 'ਚ ਕੰਮ ਕਰਨਾ, ਯਾਨੀ ਕਿ ਸਰਕਾਰ ਦਾ ਸਾਰਾ ਪੈਸਾ ਰਿਜ਼ਰਵ ਬੈਂਕ ਸਾਂਭ ਕੇ ਰੱਖਦਾ, ਅਤੇ ਬੈਂਕਿੰਗ ਪ੍ਰਣਾਲੀ ਨੂੰ ਨਿਯਮਿਤ ਕਰਨਾ, ਯਾਨੀ ਕਿ ਪੂਰੇ ਦੇਸ਼ ਦੇ ਜਿੰਨੇ ਵੀ ਬੈਂਕ ਨੇ ਉਹਨਾਂ ਨੂੰ ਨਿਯਮਿਤ ਢੰਗ ਨਾਲ ਚਲਾਉਂਦਾ ਇਹ। ਚੌਥਾ, ਸਾਖ ਦਾ ਨਿਯੰਤਰਣ। ਮੈਂ ਇੱਥੇ ਦੱਸ ਦੇਣਾ ਚਾਹੁੰਦਾ, ਜੋ ਸਾਖ ਹੈ ਇਸ ਨੂੰ ਲੋਨ ਕਿਹਾ ਜਾਂਦਾ ਹੈ, ਕਰਜ਼ਾ। ਸੋ ਸਾਖ ਦਾ ਨਿਯੰਤਰਣ ਕਰਨਾ, ਠੀਕ ਹੈ ਜੀ। ਇਹ ਕੰਮ ਜਿਹੜੇ ਆ ਉਹ ਰਿਜ਼ਰਵ ਬੈਂਕ ਆਫ ਇੰਡੀਆ ਕਰਦਾ ਹੈ। ਸੋ ਕਿੰਨੀ ਇੰਪੋਰਟੈਂਟ ਜਾਣਕਾਰੀ ਇਹ ਦੋ ਲਾਈਨਾਂ 'ਚ ਹੈ। ਇੱਕ ਤਾਂ ਇਹ ਕੇਂਦਰੀ ਬੈਂਕ ਹੈ, ਦੂਜਾ 1935 'ਚ ਬਣਿਆ ਸੀ, ਅਤੇ ਉਸ ਤੋਂ ਬਾਅਦ ਇਹਦੇ ਜੋ ਕੰਮ ਨੇ, ਨੋਟ ਜਾਰੀ ਕਰਨਾ, ਸਰਕਾਰ ਦੇ ਬੈਂਕਰ ਦੇ ਰੂਪ 'ਚ ਕੰਮ ਕਰਨਾ, ਬੈਂਕਿੰਗ ਪ੍ਰਣਾਲੀ ਨੂੰ ਨਿਯਮਿਤ ਕਰਨਾ, ਅਤੇ ਸਾਖ ਦਾ ਨਿਯੰਤਰਣ ਕਰਨਾ। ਮਤਲਬ ਜੋ ਲੋਨ ਹੈ ਉਹਦੇ ਜੋ ਰੇਟ ਨੇ, ਰੈਪੋ ਰੇਟ, ਉਸ ਨੂੰ ਸੰਤੁਲਨ 'ਚ ਰੱਖਦੇ ਹੈ ਕਿ ਇਹ ਤੋਂ ਜ਼ਿਆਦਾ ਨਹੀਂ ਲੈ ਸਕਦੇ, ਇਸ ਤੋਂ ਘੱਟ ਨਹੀਂ ਲੈਣਾ, ਠੀਕ ਹੈ ਜੀ। ਉਸ ਤੋਂ ਬਾਅਦ ਹੈ ਜੀ ਭਾਰਤ ਦੇ ਵਪਾਰਕ ਬੈਂਕ ਅਤੇ ਨੋਟ। ਵਪਾਰਕ ਬੈਂਕ, ਸੋ ਵਪਾਰਕ ਬੈਂਕ ਵੀ ਬਹੁਤ ਨੇ। ਸੋ ਉਹ ਕਹਿੰਦੇ ਨੇ ਵਪਾਰਕ ਬੈਂਕਾਂ ਦਾ ਇੱਕ ਵੱਡਾ ਹਿੱਸਾ ਸਰਕਾਰ ਦੀ ਸੰਪਤੀ ਹੁੰਦਾ। ਸਰਕਾਰ ਨੇ ਜਦੋਂ ਸਟਾਰਟ ਕੀਤਾ ਸੀ ਕੰਮ, ਸੋ 1969 ਦੇ ਵਿੱਚ ਸਰਕਾਰ ਨੇ 14 ਬੈਂਕਾਂ ਦਾ ਰਾਸ਼ਟਰੀਕਰਨ ਕੀਤਾ ਸੀ, ਜਿਵੇਂ ਸਟੇਟ ਬੈਂਕ ਆਫ ਇੰਡੀਆ ਰਾਸ਼ਟਰੀ ਬੈਂਕ ਹੈ ਨਾ, ਸੋ ਇਸ ਤਰੀਕੇ ਨਾਲ। ਸੋ 1980 'ਚ ਹੋਰ 6 ਬੈਂਕਾਂ ਨੂੰ ਸਰਕਾਰ ਨੇ ਆਪਦੇ ਕੰਟਰੋਲ 'ਚ ਲੈ ਲਿਆ। ਸੋ ਰਾਸ਼ਟਰੀਕ੍ਰਿਤ ਬੈਂਕਾਂ ਸ਼ਹਿਰਾਂ ਦੇ ਨਾਲ ਨਾਲ ਪੇਂਡੂ ਖੇਤਰ ਦੇ ਲੋਕਾਂ ਨੂੰ ਵੀ ਕਰਜ਼ੇ ਦਿੰਦੇ ਨੇ। ਗ੍ਰਾਮੀਣ ਬੈਂਕ ਬਣਾਏ ਗਏ ਤਾਂ ਕਿ ਪਿੰਡ ਵਾਲਿਆਂ ਨੂੰ ਪਿੰਡਾਂ ਦੀਆਂ ਜ਼ਮੀਨਾਂ 'ਤੇ ਉਹਨਾਂ ਨੂੰ ਜਿਹੜੇ ਲੋਨ ਮਿਲ ਸਕਣ। ਸੋ ਇਸ ਤਰੀਕੇ ਨਾਲ ਇਹ ਚੀਜ਼ਾਂ ਹੋਈਆਂ। ਵਿਸ਼ਿਸ਼ਟ ਬੈਂਕਿੰਗ ਸੰਸਥਾਵਾਂ ਕਿਹੜੀਆਂ ਨੇ ਭਾਰਤ ਦੀਆਂ ਖਾਸ? ਸੋ ਉਹਦੇ ਵਿੱਚ ਕੁਛ ਨਾਮ ਜੋ ਅਸੀਂ ਪਹਿਲਾਂ ਵੀ ਕਰ ਚੁੱਕੇ ਹਾਂ ਅਤੇ ਕੁਝ ਕੁ ਨਵੇਂ, ਜਿਵੇਂ ਭਾਰਤੀ ਉਦਯੋਗਿਕ ਵਿਕਾਸ ਬੈਂਕ, ਉਦਯੋਗਿਕ ਵਿੱਤ ਨਿਗਮ, ਛੋਟੇ ਉਦਯੋਗ ਵਿਕਾਸ ਬੈਂਕ, ਸਹਿਕਾਰੀ ਸਮਿਤੀਆਂ, ਪੇਂਡੂ ਖੇਤਰੀ ਬੈਂਕ, ਰਾਸ਼ਟਰੀ ਖੇਤੀ ਅਤੇ ਪੇਂਡੂ ਵਿਕਾਸ ਬੈਂਕ, ਨਿਰਯਾਤ ਆਯਾਤ ਬੈਂਕ ਆਦਿ। ਸੋ ਇਹ ਤੁਸੀਂ ਨਾਮ ਜਿਹੜੇ ਆ ਸਾਰੇ ਦੇ ਸਾਰੇ ਯਾਦ ਕਰ ਲੈਣੇ ਨੇ, ਇਹ ਸਾਰੇ ਹੀ ਇੰਪੋਰਟੈਂਟ ਨੇ। ਉਪਭੋਗਤਾ ਸੰਰਖਣ ਤੋਂ ਕੀ ਭਾਵ ਹੈ? ਉਪਭੋਗਤਾ ਸੰਰਖਣ ਤੁਸੀਂ ਸਮਝ ਹੀ ਚੁੱਕੇ ਹੋ, ਪਹਿਲਾਂ ਹੀ ਆਪਾਂ ਕਰ ਚੁੱਕੇ ਹਾਂ ਕਿ ਉਪਭੋਗਤਾ ਸੰਰਖਣ ਕੀ ਹੁੰਦਾ, ਕਿ ਉਪਭੋਗਤਾਵਾਂ ਨਾਲ ਜੋ ਉਤਪਾਦਕ ਨੇ ਉਹ ਅਨੁਚਿਤ ਵਪਾਰ ਵਿਵਹਾਰ ਨਾ ਕਰ ਪਾਉਣ, ਉਹਨਾਂ ਦਾ ਸ਼ੋਸ਼ਣ ਹੋਣ ਤੋਂ ਬਚ ਸਕਣ, ਉਹ ਇਹ ਹੈ। ਉਸ ਦੇ ਵਿੱਚ 2 ਲਾਅ ਨੇ ਜੋ ਸਾਡੇ ਸੰਵਿਧਾਨ ਦੇ ਵਿੱਚ ਨੇ, ਕਿ ਏਕਾਧਿਕਾਰ ਅਤੇ ਪ੍ਰਤੀਬੰਧਾਤਮਕ ਵਪਾਰ ਵਿਵਹਾਰ ਐਕਟ ਸਾਲ 1969 ਦਾ, ਉਪਭੋਗਤਾ ਸੰਰਖਣ ਐਕਟ ਸਾਲ 1986 ਦਾ। ਸੋ ਇਹ ਜੋ ਇੰਪੋਰਟੈਂਟ ਹੈ 1986 ਵਾਲਾ। ਪੇਪਰ ਦੇ ਵਿੱਚ ਜਸਟ ਕੁਐਸਚਨ ਪੁੱਛਿਆ ਜਾ ਸਕਦਾ ਕਿ ਉਪਭੋਗਤਾ ਸੰਰਖਣ ਐਕਟ ਕਦੋਂ ਆਇਆ ਸੀ? ਸੋ 1986 ਵਿੱਚ, ਠੀਕ ਹੈ ਜੀ। ਉਸ ਤੋਂ ਬਾਅਦ ਅਜੇ ਸਰਵਜਨਕ ਵਿਤਰਣ ਪ੍ਰਣਾਲੀ ਤੇ ਇੱਕ ਨੋਟ ਲਿਖੋ। ਸਰਵਜਨਕ ਵਿਤਰਣ ਪ੍ਰਣਾਲੀ ਕੀ ਹੁੰਦੀ ਹੈ? ਕਿ ਸਰਕਾਰ ਦੇਸ਼ ਦੇ ਗਰੀਬ ਅਤੇ ਕਮਜ਼ੋਰ ਵਰਗਾਂ ਨੂੰ ਉਚਿਤ ਕੀਮਤ 'ਤੇ ਦੁਕਾਨਾਂ ਦੁਆਰਾ ਜੀਵਨ ਲਈ ਉਪਭੋਗੀ ਵਸਤੂਆਂ ਨੇ ਜਿਹੜੀਆਂ ਚੀਨੀ, ਚਾਵਲ, ਕੱਪੜਾ, ਅਨਾਜ, ਮਿੱਟੀ ਦਾ ਤੇਲ ਰਿਆਇਤੀ ਕੀਮਤਾਂ 'ਤੇ ਜਿਹੜੀ ਉਹ ਮੁਹੱਈਆ ਕਰਵਾਉਂਦੀ ਹੈ ਸਰਕਾਰ। ਸਰਵਜਨਕ ਮਾਨੇ ਸਰਕਾਰੀ, ਵਿਤਰਣ ਮਾਨੇ ਵੰਡ ਪ੍ਰਣਾਲੀ, ਸਿੰਪਲ ਹੀ ਹੈ। ਤਾਂ ਸਰਕਾਰੀ ਵੰਡ ਪ੍ਰਣਾਲੀ ਬੇਸਿਕਲੀ ਕੀ ਹੁੰਦੀ, ਉਹ ਇਹੀ ਜੋ ਅਸੀਂ ਪਹਿਲਾਂ ਵੀ ਡੈਫੀਨੇਸ਼ਨ ਇਹਦੀ ਕਰ ਚੁੱਕੇ ਹਾਂ। ਸੋ ਨੈਕਸਟ ਜਿਹੜਾ ਹੈ ਉਹ ਅਸੀਂ ਭਾਰਤ ਵਿੱਚ ਖੇਤੀਬਾੜੀ ਦਾ ਜੋ ਵਿਕਾਸ ਹੈ ਇਹਦੇ ਬਾਰੇ ਵਿੱਚ ਪੜ੍ਹਦੇ ਹਾਂ। ਹਾਂਜੀ, ਭਾਰਤ ਵਿੱਚ ਖੇਤੀਬਾੜੀ ਦਾ ਵਿਕਾਸ, ਇਹਦੀ ਵੀ ਅਸੀਂ ਸਭ ਤੋਂ ਪਹਿਲਾਂ ਇੰਟਰੋਡਕਸ਼ਨ ਪੜ੍ਹ ਲੈਂਦੇ ਹਾਂ ਕਿ ਭਾਰਤ ਇੱਕ ਖੇਤੀ ਪ੍ਰਧਾਨ ਦੇਸ਼ ਹੈ। ਇਹਦੇ ਵਿੱਚ 68% ਜਨਸੰਖਿਆ। ਦੇਖੋ ਇਹ ਆંકੜੇ ਤੁਸੀਂ ਯਾਦ ਨਾ ਹੀ ਕਰੋ ਤਾਂ ਜ਼ਿਆਦਾ ਅੱਛੀ ਗੱਲ ਹੈ, ਕਿਉਂਕਿ ਪਹਿਲੀ ਗੱਲ ਆંકੜੇ ਪੁੱਛੇ ਨਹੀਂ ਜਾਂਦੇ, ਅਤੇ ਦੂਸਰਾ ਜੇਕਰ ਆંકੜੇ ਪੁੱਛੇ ਵੀ ਜਾਂਦੇ ਨੇ ਸੋ ਲੇਟੈਸਟ ਪੁੱਛੇ ਜਾਂਦੇ ਨੇ। ਸੋ ਲੇਟੈਸਟ ਆંકੜੇ ਹੀ ਯਾਦ ਕਰੋ। ਇਸ ਕਰਕੇ ਇਹ ਬੁੱਕ ਦੇ ਵਿੱਚ ਹੋ ਸਕਦਾ ਅਗਰ ਕੁਛ ਡਾਟਾ ਪੁਰਾਣਾ ਹੋਏ, ਸੋ ਅਸੀਂ ਤੁਹਾਨੂੰ ਕੁਛ ਵੀ ਇਨਕਰੈਕਟ ਡਿਟੇਲ ਜਿਹੜੀ ਉਹ ਨਹੀਂ ਦੇਣਾ ਚਾਹੁੰਦੇ। ਸੋ ਜਾਂ ਤਾਂ ਇਸ ਨੂੰ ਯਾਦ ਹੀ ਨਾ ਕਰੋ, ਅਤੇ ਜਾਂ ਜੋ ਵੀ ਕਰਨਾ ਹੈ ਉਸ ਨੂੰ ਤੁਸੀਂ ਇੰਟਰਨੈਟ ਤੋਂ ਬਿਲਕੁਲ ਕਰੈਕਟ ਅਤੇ ਨਿਊ ਡਾਟਾ ਹੋਏ ਉਹ ਹੀ ਕਰੋ ਹਮੇਸ਼ਾ। ਸੋ ਕੁੱਲ ਮਿਲਾ ਕੇ ਕਹਿ ਸਕਦੇ ਬਹੁਤ ਜ਼ਿਆਦਾ ਜਨਸੰਖਿਆ ਜਿਹੜੀ ਉਹ ਖੇਤੀ ਖੇਤਰ 'ਚੋਂ ਰੁਜ਼ਗਾਰ ਪ੍ਰਾਪਤ ਕਰ ਰਹੀ ਹੈ। ਆਜ਼ਾਦੀ ਤੋਂ ਪਿੱਛੋਂ ਭਾਰਤ ਵਾਸੀਆਂ ਨੂੰ ਅੰਗਰੇਜ਼ਾਂ ਕੋਲੋਂ ਪਿਛੜੀ ਹੋਈ ਖੇਤੀ ਅਰਥ ਵਿਵਸਥਾ ਦੀ ਵਿਰਾਸਤ 'ਚ ਮਿਲੀ ਸੀ, ਅਤੇ ਮਹਾਤਮਾ ਗਾਂਧੀ ਨੇ ਖੇਤੀ ਨੂੰ ਭਾਰਤ ਦੀ ਆਤਮਾ ਕਿਹਾ। ਚੀਜ਼ਾਂ ਨੂੰ, ਡੈਫੀਨੇਸ਼ਨ ਨੂੰ ਬੜੇ ਧਿਆਨ ਨਾਲ ਸਮਝਣਾ ਹੈ। ਭਾਰਤ ਦੀ ਆਤਮਾ ਖੇਤੀ ਨੂੰ ਕਿਸ ਨੇ ਕਿਹਾ? ਮਹਾਤਮਾ ਗਾਂਧੀ ਨੇ। ਨਹਿਰੂ ਜੀ ਨੇ ਵੀ ਕਿਹਾ ਸੀ ਕਿ ਖੇਤੀ ਨੂੰ ਸਭ ਤੋਂ ਵੱਧ ਪਹਿਲ ਦੇਣ ਦੀ ਲੋੜ ਹੈ। ਸੋ ਇਹ ਪੰਡਿਤ ਜਵਾਹਰ ਲਾਲ ਨਹਿਰੂ ਨੇ ਕਿਹਾ ਸੀ। ਡਾਕਟਰ VKRV ਰਾਓ ਨੇ ਖੇਤੀ ਦੇ ਮਹੱਤਵ ਦੇ ਲਈ ਕਿਹਾ ਸੀ ਕਿ ਜੇਕਰ 5 ਸਾਲਾਂ ਯੋਜਨਾਵਾਂ, ਇੰਡੀਆ 'ਚ ਜੀ ਹਰੇਕ ਕੰਮ ਦੇ ਲਈ 5 ਸਾਲ ਯੋਜਨਾ ਚੱਲਦੀ ਹੈ। ਸੋ ਉਹਦੇ ਵਿਕਾਸ ਦੇ ਵਿਸ਼ਾਲ ਪਹਾੜ ਨੂੰ ਜੇਕਰ ਲੰਘਣਾ ਹੈ ਦੇਸ਼ ਨੇ, ਸੋ ਖੇਤੀ ਲਈ ਨਿਰਧਾਰਿਤ ਟੀਚਿਆਂ ਨੂੰ ਪੂਰਾ ਕਰਨਾ ਜਿਹੜਾ ਹੈ ਬਹੁਤ ਜ਼ਰੂਰੀ ਹੈ, ਠੀਕ ਹੈ ਜੀ। ਦਾਂਤੇਵਾਲਾ ਜੋ ਨੇ ਉਹ ਸਪੈਸ਼ਲੀ ਕਹਿੰਦੇ ਨੇ ਕਿ ਭਾਰਤੀ ਅਰਥ ਵਿਵਸਥਾ ਦੇ ਆਰਥਿਕ ਵਿਕਾਸ ਵਿੱਚ ਖੇਤੀ ਖੇਤਰ ਦੀ ਸਫਲਤਾ ਦੇਸ਼ ਨੂੰ ਆਰਥਿਕ ਉੱਨਤੀ ਦੇ ਮਾਰਗ 'ਤੇ ਲੈ ਕੇ ਜਾਂਦੀ ਹੈ। ਪਰਿਭਾਸ਼ਾ ਜਿਹੜੀ ਅਸੀਂ ਜੇਕਰ ਕਰਨੀ ਹੈ, ਸੋ ਪਰਿਭਾਸ਼ਾ ਇਹ ਨੇ ਖੇਤੀ। ਸਭ ਤੋਂ ਪਹਿਲਾਂ ਖੇਤੀ ਕੀ ਹੈ? ਤਾਂ ਉਹ ਕਹਿੰਦੇ ਖੇਤ ਵਿੱਚ ਪਸ਼ੂਆਂ ਅਤੇ ਫਸਲਾਂ ਦੇ ਉਤਪਾਦਨ ਸੰਬੰਧੀ ਕਲਾ ਜਾਂ ਵਿਗਿਆਨ ਨੂੰ ਖੇਤੀ ਕਿਹਾ ਜਾਂਦਾ ਹੈ। ਪਸ਼ੂਆਂ ਅਤੇ ਫਸਲਾਂ ਦੇ
ਮੈਂ ਫਿਰ ਇੱਥੇ ਰਿਪੀਟ ਕਰ ਰਿਹਾ, ਪਸ਼ੂਆਂ ਅਤੇ ਫਸਲਾਂ ਦੇ ਉਤਪਾਦਨ ਸੰਬੰਧੀ ਜੋ ਵਿਗਿਆਨ ਹੈ ਜਾਂ ਜੋ ਕਲਾ ਹੈ ਉਸ ਨੂੰ ਖੇਤੀ ਕਿਹਾ ਜਾਂਦਾ। ਖੇਤੀ ਦਾ ਮਤਲਬ ਸਿਰਫ ਫਸਲਾਂ ਉਗਾਉਣਾ ਨਹੀਂ ਹੁੰਦਾ, ਖੇਤੀ ਦਾ ਮਤਲਬ ਪਸ਼ੂ ਪਾਲਣ ਵੀ ਹੁੰਦਾ ਹੈ। ਠੀਕ ਹੈ ਜੀ। ਭਾਰਤੀ ਖੇਤੀ ਦੀਆਂ ਸਮੱਸਿਆਵਾਂ। ਭਾਰਤੀ ਖੇਤੀ ਦੀਆਂ ਸਮੱਸਿਆਵਾਂ ਤਿੰਨੋਂ ਹੀ ਤਰ੍ਹਾਂ ਦੀਆਂ ਨੇ, ਮਨੁੱਖੀ ਵੀ ਨੇ, ਸੰਸਥਾਗਤ ਵੀ ਨੇ ਅਤੇ ਤਕਨੀਕੀ ਵੀ ਨੇ। ਠੀਕ ਹੈ ਜੀ, ਤਿੰਨ ਤਰ੍ਹਾਂ ਦੀਆਂ। ਉਸ ਤੋਂ ਬਾਅਦ ਜੀ ਚੱਕਬੰਦੀ। ਚੱਕਬੰਦੀ ਕੀ ਹੈ? ਚੱਕਬੰਦੀ ਇਹ ਹੁੰਦਾ ਜੀ, ਜੇਕਰ ਕਿਸਾਨਾਂ ਨੂੰ ਇਸ ਗੱਲ ਲਈ ਮਨਾਉਣਾ ਕਿ ਜਿਵੇਂ ਕਿਸੇ ਕੋਲ 2 ਕਿੱਲੇ ਕਿਸੇ ਜਗ੍ਹਾ ਨੇ, 2 ਕਿੱਲੇ ਕਿਸੇ ਜਗ੍ਹਾ ਨੇ, ਸੋ ਬੇਸਿਕਲੀ ਇਹ ਹੁੰਦਾ ਕਿ ਤੁਸੀਂ 2 ਜਗ੍ਹਾ 'ਤੇ ਅਲੱਗ-ਅਲੱਗ ਟਿਊਬਵੈੱਲ ਲਗਾ ਕੇ ਕਿਉਂ ਪਾਣੀ ਦੀ ਜਿਹੜੀ ਹੈ ਨਿਖੇਧੀ ਕਰ ਰਹੇ ਹੋ, ਕਿ ਉਹਨਾਂ ਨੂੰ ਉਹੀ ਸੇਮ ਉਪਜਾਊ ਜ਼ਮੀਨ, ਉਨੀ ਹੀ ਜ਼ਮੀਨ ਜਾਂ ਉਸੇ ਦੇ ਲੈਵਲ ਦੀ ਬਣਦੀ ਜ਼ਮੀਨ ਜਿਹੜੀ ਆ ਉਹਨਾਂ ਨੂੰ ਇੱਕੋ ਜਗ੍ਹਾ 'ਤੇ ਮੁਹੱਈਆ ਕਰਵਾਉਣੀ। ਬੇਸਿਕਲੀ ਇਹ ਚੱਕਬੰਦੀ ਹੁੰਦੀ ਹੈ। ਭਾਰਤੀ ਖੇਤੀ ਅਨੁਸੰਧਾਨ ਪਰਿਸ਼ਦ, ਇਹ ਯਾਦ ਕਰ ਲਓ ਜੀ। ਦੇਸ਼ ਦੀ ਖੇਤੀ ਅਨੁਸੰਧਾਨ ਪਰਿਸ਼ਦ ਖੇਤੀ ਸੰਬੰਧੀ ਸਰਵ ਉੱਚ ਸੰਸਥਾ ਹੈ ਦੇਸ਼ ਦੀ। ਇਸ ਸੰਸਥਾ ਨੇ ਕਣਕ, ਚੌਲ ਅਤੇ ਕਈ ਤਰ੍ਹਾਂ ਦੀਆਂ ਦੂਜੀਆਂ ਫਸਲਾਂ ਦੇ ਉੱਨਤ ਬੀਜਾਂ ਦੀ ਖੋਜ ਵੀ ਕੀਤੀ ਹੈ। ਇਹ ਸੰਸਥਾ ਕਿਸਾਨਾਂ ਨੂੰ ਖੇਤੀ ਦੀਆਂ ਉੱਨਤ ਵਿਧੀਆਂ ਬਾਰੇ ਸਿੱਖਿਆ ਦਿੰਦੀ ਹੈ। ਬੇਸਿਕਲੀ ਤਾਂ ਹੀ ਬਣਾਇਆ ਗਿਆ ਸੀਗਾ ਕਿ ਸਾਨੂੰ ਨਵੇਂ ਜਿਹੜੇ ਬੀਜਾਂ ਦੀ ਜਿਹੜੀ ਹੈ ਉਹ ਚੀਜ਼ ਜਿਹੜੀ ਉਹ ਖੋਜ ਹੋ ਸਕੇ, ਉਹਨਾਂ ਬਾਰੇ ਪਤਾ ਲੱਗ ਸਕੇ, ਕਿਸਾਨ ਉੱਨਤੀ ਕਰ ਸਕੇ। ਬੇਸਿਕਲੀ ਉਸੇ ਦੇ ਲਈ ਹੀ ਹੈ। ਨੈਕਸਟ ਜੋ ਚੀਜ਼ ਹੈ ਸਾਡੇ ਕੋਲ ਉਹ ਹੈ ਜੀ ਹਰੀ ਕ੍ਰਾਂਤੀ। ਹਰੀ ਕ੍ਰਾਂਤੀ ਤੋਂ ਭਾਵ ਜੋ ਹੈ ਉਹ ਹੈ ਅਨਾਜ ਦੇ ਉਤਪਾਦਨ 'ਚ ਹੋਣ ਵਾਲਾ ਜੋ ਵਾਧਾ ਹੈ ਉਸ ਨੂੰ ਹੀ ਇਹਨਾਂ ਨੇ ਹਰੀ ਕ੍ਰਾਂਤੀ ਜਿਹੜਾ ਉਹ ਕਿਹਾ ਹੈ। ਨੈਕਸਟ ਫਿਰ ਅਸੀਂ ਉਸੇ ਚੀਜ਼ 'ਤੇ ਆਪਣਾ ਜਾਣਦੇ ਹਾਂ ਜੀ ਕਿ ਖੇਤੀ ਤੋਂ ਕੀ ਭਾਵ ਹੈ। ਖੇਤੀ ਦੀ ਅਸੀਂ ਡੈਫੀਨੇਸ਼ਨ ਕਰ ਚੁੱਕੇ ਹਾਂ। ਪੰਜਾਬ ਵਿੱਚ ਘਰੇਲੂ ਉਤਪਾਦਨ ਵਿੱਚ ਖੇਤੀ ਖੇਤਰ ਦਾ ਯੋਗਦਾਨ ਕਿੰਨਾ ਹੈ, ਇਹੋ ਜਿਹੇ ਕੁਐਸਚਨ ਤੁਸੀਂ ਜਿਹੜੇ ਉਹ ਯਾਦ ਨਹੀਂ ਕਰਨੇ। ਉਦਯੋਗਿਕ ਵਿਕਾਸ ਵਿੱਚ ਖੇਤੀ ਖੇਤਰ ਦਾ ਕੀ ਯੋਗਦਾਨ ਹੈ। ਦੇਖੋ ਜੀ, ਉਦਯੋਗਿਕ ਵਿਕਾਸ ਵਿੱਚ ਖੇਤੀ ਖੇਤਰ ਦਾ ਯੋਗਦਾਨ, ਦੇਖੋ ਚਾਹੇ ਛੋਟਾ ਉਦਯੋਗ ਹੋਏ ਚਾਹੇ ਵੱਡਾ ਹੋਏ ਜੋ ਵੀ ਹੋਏ, ਪਰ ਉਹਦੇ ਵਿੱਚ ਜੋ ਖੇਤੀ ਹੈ ਉਸਦਾ ਜੋ ਗਲਿਆ ਸੜਿਆ ਪਦਾਰਥ ਹੈ ਜਾਂ ਜੋ ਸਾਨੂੰ ਕੱਚਾ ਮਾਲ ਵੀ ਚਾਹੀਦਾ ਹੁੰਦਾ ਉਹ ਸਭ ਕੁਝ ਖੇਤੀ ਤੋਂ ਹੀ ਪ੍ਰਾਪਤ ਹੁੰਦਾ ਹੈ। ਸੋ ਇਹਦਾ ਬਹੁਤ ਜ਼ਿਆਦਾ ਜਿਹੜਾ ਇੰਪੋਰਟੈਂਟ ਹੈ। ਪਰ ਤੁਸੀਂ ਜੋ ਪੁਆਇੰਟ ਯਾਦ ਕਰਨਾ ਉਹ ਇਹ ਹੈ ਕਿ ਕੱਚੇ ਮਾਲ ਵੀ ਖੇਤੀ ਤੋਂ ਹੀ ਬਣਦੇ ਨੇ, ਛੋਟੇ ਹੋਣ, ਕੁਟੀਰ ਉਦਯੋਗ ਹੋਣ, ਜੋ ਵੀ ਹੋਣ, ਉਹ ਸਾਰੇ ਹੀ ਕੱਚੇ ਮਾਲ ਦੇ ਲਈ ਖੇਤੀ 'ਤੇ ਨਿਰਭਰ ਕਰਦੇ ਨੇ। ਇਸ ਲਈ ਇਹਦਾ ਬਹੁਤ ਜ਼ਿਆਦਾ ਯੋਗਦਾਨ ਹੈ। ਪ੍ਰਤੀ ਵਿਅਕਤੀ ਅਨਾਜ ਦੀ ਪ੍ਰਾਪਤੀ ਕੀ ਹੈ, ਇਹ ਆંકੜੇ ਤੁਸੀਂ ਜਿਹੜੇ ਯਾਦ ਨਹੀਂ ਕਰਨੇ ਕਿਉਂਕਿ ਪੇਪਰ 'ਚ ਕਦੇ ਨਹੀਂ ਪੁੱਛਿਆ ਜਾਂਦਾ ਕਿ 1956 'ਚ ਕਿੰਨਾ ਸੀ, 1997 'ਚ ਕਿੰਨਾ ਸੀ। ਸੋ ਇੱਦਾਂ ਦੀ ਕੋਈ ਵੀ ਚੀਜ਼ ਮਾਇਨੇ ਨਹੀਂ ਰੱਖਦੀ। ਉਸ ਤੋਂ ਬਾਅਦ ਹੈ ਜੀ ਭੂਮੀ ਉੱਤੇ ਜਨਸੰਖਿਆ ਦੇ ਵੱਧਦੇ ਦਬਾਅ ਤੋਂ ਕੀ ਭਾਵ ਹੈ। ਜਨਸੰਖਿਆ ਦੇ ਵੱਧਦੇ ਦਬਾਅ ਦਾ ਮਤਲਬ ਇਹ ਨਹੀਂ ਹੁੰਦਾ ਕਿ ਪੋਪੂਲੇਸ਼ਨ ਵੱਧ ਰਹੀ ਹੈ। ਅਸਲ ਵਿੱਚ ਇਹ ਹੁੰਦਾ ਕਿ ਭੂਮੀ ਉੱਤੇ ਜਨਸੰਖਿਆ ਦੇ ਵੱਧਦੇ ਦਬਾਅ ਤੋਂ ਭਾਵ ਇਹ ਲਿਆ ਜਾਂਦਾ ਕਿ ਹਰ ਸਾਲ ਆਉਣ ਵਾਲੇ ਨਵੇਂ ਮਜ਼ਦੂਰਾਂ ਨੂੰ ਰੁਜ਼ਗਾਰ ਪ੍ਰਾਪਤ ਨਹੀਂ ਹੁੰਦਾ, ਜਿਸ ਨਾਲ ਉਹ ਖੇਤੀ 'ਤੇ ਨਿਰਭਰ ਹੋ ਜਾਂਦੇ। ਇਹ ਜਿਹਾ ਹੋਣ ਕਰਕੇ ਪ੍ਰਤੀ ਵਿਅਕਤੀ ਭੂਮੀ ਦੀ ਉਪਲਬਧਤਾ ਦੇ ਵਿੱਚ ਕਮੀ ਆਈ ਹੈ। ਮਤਲਬ ਕਿ ਇੱਕ ਜ਼ਮੀਨ ਦੇ ਉੱਪਰ 20 ਜਾਣੇ ਕੰਮ ਕਰ ਰਹੇ ਹੋਣ ਅਤੇ ਭਾਵੇਂ ਉੱਥੇ 5 ਜਾਣੇ ਕੰਮ ਕਰ ਰਹੇ ਹੋਣ, ਸੋ ਫਸਲ ਓਨੀ ਹੀ ਹੋ ਰਹੀ ਹੈ ਪਰ ਬੰਦੇ ਜ਼ਿਆਦਾ ਲੱਗੇ ਹੋਏ ਨੇ। ਸੋ ਬੇਸਿਕਲੀ ਇਹ ਚੀਜ਼ ਹੋ ਗਈ ਹੈ ਕਿ ਬੇਰੁਜ਼ਗਾਰੀ ਦੇ ਕਰਕੇ ਇੱਕੋ ਹੀ ਜ਼ਮੀਨ ਦੇ ਉੱਪਰ ਬਹੁਤ ਸਾਰੇ ਲੋਕ ਜਿਹੜੇ ਉਹ ਲੱਗੇ ਹੋਏ ਨੇ। ਸੋ ਉਹਦੇ ਕਰਕੇ ਜੋ ਜਨਸੰਖਿਆ ਦਾ ਵੱਧਦਾ ਦਬਾਅ ਜਿਹੜਾ ਬੇਸਿਕਲੀ ਇਹ ਕਿਹਾ ਗਿਆ ਇਹਦੇ ਵਿੱਚ। ਪੰਜਾਬ ਵਿੱਚ ਖੇਤੀ ਦੇ ਕੰਮਾਂ 'ਚ ਕਿੰਨੇ ਲੋਕ ਲੱਗੇ ਹੋਏ ਨੇ। ਫਿਰ ਮੈਂ ਇੱਥੇ ਕਹਿ ਰਿਹਾ ਕਿ ਤੁਸੀਂ ਇਹ ਨਾ ਯਾਦ ਕਰੋ ਇਹ ਚੀਜ਼ਾਂ ਨੂੰ ਕਿ ਕਿਹੜੀ ਜਨਗਣਨਾ ਦੇ ਵਿੱਚ ਕਿੰਨੇ ਕੁ ਲੋਕ ਹੈਗੇ ਸੀ। ਅਗਰ ਤੁਸੀਂ ਫਿਰ ਵੀ ਕਰਨਾ ਚਾਹੁੰਦੇ ਹੋ ਥੋੜ੍ਹਾ ਬਹੁਤ ਤੁਸੀਂ ਧਿਆਨ ਰੱਖ ਸਕਦੇ ਹੋ। ਠੀਕ ਹੈ ਜੀ। ਆਧੁਨਿਕ ਖੇਤੀ ਤਕਨੀਕ ਤੋਂ ਕੀ ਭਾਵ ਹੈ। ਆਧੁਨਿਕ ਖੇਤੀ ਤਕਨੀਕ ਤੋਂ ਭਾਵ ਇਹ ਹੁੰਦਾ ਕਿ ਤੁਸੀਂ ਰਸਾਇਣਿਕ ਖਾਦਾਂ ਯੂਜ਼ ਕਰੋ, ਕੀੜੇ ਮਾਰ ਦਵਾਈਆਂ, ਉੱਤਮ ਬੀਜ, ਸਮੇਂ 'ਤੇ ਸਿੰਜਾਈ ਦੇ ਉਪਯੋਗ ਤੁਸੀਂ ਜਿਹੜੇ ਉਹ ਕਰੋ। ਇਹ ਸਾਰੀਆਂ ਚੀਜ਼ਾਂ ਦਾ ਉਪਯੋਗ ਕਰਨਾ ਹੀ ਆਧੁਨਿਕ ਖੇਤੀ ਤਕਨੀਕ ਜੋ ਹੈ ਇਹ ਹੈਗਾ ਹੈ। ਠੀਕ ਹੈ ਜੀ। 8ਵੀਂ 5 ਸਾਲਾ ਯੋਜਨਾ 'ਚ ਖੇਤੀ ਦੇ ਵਿਕਾਸ 'ਤੇ ਕਿੰਨਾ ਧਨ ਜਿਹੜਾ ਉਹ ਖਰਚ ਹੋਇਆ। ਸੋ 22,280 ਕਰੋੜ ਰੁਪਏ। ਸੋ ਇਹ ਵੀ ਨਹੀਂ ਪੁੱਛੇ ਜਾਂਦੇ ਕਿਉਂਕਿ ਹੁਣ ਯੋਜਨਾ ਜਿਹੜੀ ਚੱਲ ਰਹੀ ਹੈ ਨਾ ਅਲੱਗ ਤਰੀਕੇ ਦੀ, ਉਹ 8ਵੀਂ 5 ਸਾਲਾ ਯੋਜਨਾ ਦਾ ਕੁਐਸਚਨ ਜੋ ਨਹੀਂ ਪੁੱਛਣਗੇ। ਉਸ ਤੋਂ ਬਾਅਦ ਫਿਰ ਕੁਐਸਚਨ ਜੋ ਹੈ ਪੰਜਾਬ ਵਿੱਚ ਕਿੰਨੇ ਹੈਕਟਰ ਭੂਮੀ 'ਤੇ ਨਵੇਂ ਬੀਜਾਂ ਨਾਲ ਖੇਤੀ ਕੀਤੀ ਜਾਂਦੀ ਹੈ। ਸੋ 55 ਲੱਖ ਹੈਕਟੇਅਰ ਭੂਮੀ 'ਤੇ। ਇਹ ਆંકੜੇ ਸਭ ਪੁਰਾਣੇ ਹੁੰਦੇ ਨੇ। ਕੀਮਤ ਪ੍ਰੇਰਨਾ ਤੋਂ ਕੀ ਭਾਵ ਹੈ। ਇਹ ਕੁਐਸਚਨ ਨੂੰ ਤੁਸੀਂ ਜਿਹੜਾ ਹੈ ਜ਼ਰੂਰ ਸਮਝੋ। ACPC ਜਾਂ ਠੀਕ ਹੈ ਜੀ ACPC। ਕੀਮਤ ਪ੍ਰੇਰਨਾ ਤੋਂ ਕੀ ਭਾਵ ਹੈ। ਜਿਹੜੀ ਅੱਜ ਦੇ ਸਮੇਂ ਵਿੱਚ ਵੀ ਜੋ ਕਿਸਾਨਾਂ ਦੇ ਧਰਨੇ ਚੱਲ ਰਹੇ ਨੇ ਉਹਦੇ ਵਿੱਚ ਵੀ ਇਸੇ ਚੀਜ਼ ਦਾ ਹੀ ਰੋਲ ਹੈ ACPC। ਕਹਿੰਦੇ ਨੇ ਖੇਤੀ ਦਾ ਉਤਪਾਦਨ ਬਹੁਤ ਵੱਧ ਜਾਣ ਕਾਰਨ ਖੇਤੀ ਉਪਜ ਦੇ ਮੁੱਲ ਘੱਟ ਜਾਣ ਦਾ ਡਰ ਪੈਦਾ ਹੋ ਜਾਂਦਾ ਸੀ। ਇਸ ਲਈ ਸਰਕਾਰ ਨੇ ਨਿਊਨਤਮ ਕੀਮਤ ਨਿਰਧਾਰਿਤ ਕੀਤੀ, ਮਤਲਬ MSP ਲੈ ਕੇ ਆਈ ਸਰਕਾਰ। ਸੋ ਉਹਦੇ ਨਾਲ ਖੇਤੀ ਲਾਗਤ ਅਤੇ ਮੁੱਲ ਆਯੋਗ ਇਹਦੀ ਸਥਾਪਨਾ ਕੀਤੀ ਗਈ, ਯਾਨੀ ਕਿ ACPC ਜਿਹਨੂੰ ਅਸੀਂ ਕਹਿੰਦੇ ਸੀ ਐਗਰੀਕਲਚਰ ਕੋਸਟ ਐਂਡ ਪ੍ਰਾਈਸ ਕਮਿਸ਼ਨ ਦੀ ਸਥਾਪਨਾ ਕੀਤੀ। ਇਹਨਾਂ ਕੀਮਤਾਂ 'ਤੇ ਸਰਕਾਰ ਖੁਦ ਫਸਲ ਦੀ ਖਰੀਦ ਕਰਦੀ ਸੀ ਤਾਂ ਕਿ ਕਿਸਾਨਾਂ ਨੂੰ ਉਹਨਾਂ ਦੀ ਫਸਲ ਦੀ ਜੋ ਹੈ ਸਹੀ ਕੀਮਤ ਮਿਲ ਸਕੇ। ਸੋ ਬੇਸਿਕਲੀ ਹੁਣ ਜੋ ਹੋਇਆ ਉਹ ACPC ਨੂੰ ਖਤਮ ਕੀਤਾ ਜਾ ਰਿਹਾ। ਬਸ ਇਹ ਚੀਜ਼ਾਂ ਜਿਹੜੀਆਂ ਨੇ ਜੋ ਕਿਸਾਨੀ ਕਾਨੂੰਨੀ ਜੋ ਐਕਟ ਹੁਣ ਨਵੇਂ ਆਏ ਨੇ ਇਹ ਚੀਜ਼ਾਂ ਉਹਨਾਂ ਦੇ ਵਿੱਚ ਹੈਗੀਆਂ ਨੇ।
ਜੋਤਾਂ ਦੀ ਉੱਚਤਮ ਸੀਮਾ ਤੋਂ ਕੀ ਭਾਵ ਹੈ? ਸੋ ਕਹਿੰਦੇ ਨੇ ਜੋਤਾਂ ਦੀ ਉੱਚਤਮ ਸੀਮਾ ਜਿਹੜੀ ਨਿਯਤ ਕਰਨ ਤੋਂ ਭਾਵ ਇਹ ਸੀਗੀ ਕਿ ਭੂਮੀ ਖੇਤਰ ਦੀ ਇੱਕ ਅਜਿਹੀ ਸੀਮਾ ਨਿਸ਼ਚਿਤ ਕਰ ਦੇਣਾ ਕਿ ਜਿਸ ਤੋਂ ਵੱਧ ਭੂਮੀ 'ਤੇ ਕਿਸੇ ਵਿਅਕਤੀ ਜਾਂ ਪਰਿਵਾਰ ਦਾ ਅਧਿਕਾਰ ਨਾ ਰਹੇ, ਕਿ ਮਤਲਬ ਤੁਸੀਂ ਵੱਧ ਤੋਂ ਵੱਧ ਇੰਨੀ ਹੀ ਜ਼ਮੀਨ ਰੱਖ ਸਕਦੇ ਹੋ। ਅਗਰ ਤੁਹਾਡੇ ਕੋਲ ਇਸ ਤੋਂ ਵੱਧ ਜ਼ਮੀਨ ਹੈ ਤਾਂ ਉਹਦੇ 'ਤੇ ਸਰਕਾਰ ਕਬਜ਼ਾ ਕਰ ਲਏਗੀ। ਇਸੇ ਕਰਕੇ ਇੱਕ ਬੰਦੇ ਦੇ ਨਾਮ 'ਤੇ ਬਹੁਤ ਜ਼ਿਆਦਾ ਜਿਹੜੀ ਉਹ ਜ਼ਮੀਨਾਂ ਨਹੀਂ ਕਰਵਾਈਆਂ ਜਾਂਦੀਆਂ। ਠੀਕ ਹੈ ਜੀ। ਸੋ ਉਹ ਜ਼ਮੀਨ ਨੂੰ ਲੈ ਕੇ ਇਹ ਨਹੀਂ ਕਿ ਸਰਕਾਰ ਖੁਦ ਰੱਖੇਗੀ, ਉਹ ਭੂਮੀ ਨੂੰ ਮੁਜ਼ਾਹਰਾ ਭੂਮੀਹੀਨਾਂ ਜਾਂ ਅਨਾਰਥਿਕ ਜੋਤਾਂ ਵਾਲੇ ਕਿਸਾਨਾਂ ਦੇ ਵਿੱਚ ਜਿਹੜਾ ਉਹ ਵੰਡ ਦੇਗੀ। ਚੱਕਬੰਦੀ ਤੁਸੀਂ ਸਮਝ ਚੁੱਕੇ ਹੋ ਕਿ ਅਗਰ ਤੁਹਾਡੀ ਜ਼ਮੀਨ ਖਿਲਰੀ ਹੋਈ ਹੈ, ਉਹ ਇੱਧਰ ਉੱਧਰ ਹੈਗੀ ਹੈ, ਸੋ ਉਸਨੂੰ ਇੱਕੋ ਹੀ ਜਗ੍ਹਾ 'ਤੇ ਜਿਹੜੇ ਹੈ ਉਹ ਲੋਕਾਂ ਨੂੰ ਦੇ ਦੇਣਾ। ਸੋ ਇਹ ਹੁੰਦੀ ਹੈ ਚੱਕਬੰਦੀ। ਉਸ ਤੋਂ ਬਾਅਦ ਜੀ ਖੇਤੀ ਖੇਤਰ ਨੂੰ ਕਾਫੀ ਸਾਖ ਸਹੂਲਤ ਯਾਨੀ ਕਿ ਲੋਨ ਜਿਹੜਾ ਹੈ ਪ੍ਰਬੰਧ ਕਰਵਾਉਣ ਲਈ ਭਾਰਤ ਸਰਕਾਰ ਨੇ ਕੀ ਭੂਮਿਕਾ ਆਪਦੀ ਕੀਤੀ ਹੈ। ਇਹ ਪੁਆਇੰਟਾਂ 'ਚ ਕੁਐਸਚਨ ਆ ਸਕਦਾ, ਤੁਸੀਂ ਇਸ ਕੁਐਸਚਨ ਵਿੱਚੋਂ ਪੁਆਇੰਟ ਚੱਕਣੇ ਨੇ ਕਿ ਸਰਕਾਰ ਨੇ ਕੀ ਕੁਛ ਕੀਤਾ ਸੀ। ਪਹਿਲਾ, ਖੇਤੀ ਖੇਤਰ ਦੇ ਵਿਕਾਸ ਲਈ ਕਿਸਾਨਾਂ ਨੂੰ ਘੱਟ ਵਿਆਜ ਤੇ ਉਚਿਤ ਮਾਤਰਾ 'ਚ ਕਰਜ਼ਾ ਦਿਵਾਉਣ ਲਈ ਸਹਿਕਾਰੀ ਸਾਖ ਸਮਤੀਆਂ ਦਾ ਵਿਕਾਸ ਕੀਤਾ ਗਿਆ, ਮਤਲਬ ਲੋਨ ਬਣਾਉਣ ਵਾਲੀਆਂ ਕਮੇਟੀਆਂ ਬਣਾਈਆਂ ਗਈਆਂ। ਭੂਮੀ ਵਿਕਾਸ ਬੈਂਕਾਂ ਦੀ ਸੰਖਿਆ 'ਚ ਵਾਧਾ ਕੀਤਾ ਗਿਆ, ਮਤਲਬ ਭੂਮੀ ਵਿਕਾਸ ਬੈਂਕ ਜਿਹੜੇ ਸੀ ਉਹਨਾਂ ਦੀ ਸੰਖਿਆ 'ਚ ਵਾਧਾ ਕੀਤਾ। ਰਾਸ਼ਟਰੀਕਰਨ ਤੋਂ ਬਾਅਦ, ਮਤਲਬ ਜਦੋਂ ਬੈਂਕਾਂ ਨੂੰ ਦਾ ਰਾਸ਼ਟਰੀਕਰਨ ਕੀਤਾ ਗਿਆ ਤਾਂ ਉਹਦੇ ਨਾਲ ਵਪਾਰਕ ਬੈਂਕ ਵੀ ਖੇਤੀ ਲਈ ਬਹੁਤ ਜ਼ਿਆਦਾ ਕਰਜ਼ੇ ਦੇਣ ਲੱਗ ਪਏ ਸੀ, ਕਿਉਂਕਿ ਉਹਨਾਂ ਕੋਲ ਰਾਸ਼ਟਰੀਕਰਨ ਹੋ ਗਿਆ ਸੀ ਉਹਨਾਂ ਬੈਂਕਾਂ ਦਾ। ਫਿਰ ਵੀ ਜੇ ਗੱਲ ਕੀਤੀ ਜਾਏ ਪੇਂਡੂ ਗ੍ਰਾਮੀਣ ਬੈਂਕ, ਜਿਵੇਂ ਪੇਂਡੂ ਖੇਤਰੀ ਬੈਂਕਾਂ ਦੀ ਸਥਾਪਨਾ ਹੋਈ, ਉਹ ਵੀ ਲੋਨ ਦੇਣੇ ਸ਼ੁਰੂ ਕਰ ਦਿੱਤੇ। ਸੋ ਖੇਤੀ ਵਿਕਾਸ ਸੰਬੰਧੀ ਵਾਧੂ ਕਰਜ਼ਿਆਂ ਲਈ ਰਾਸ਼ਟਰੀ ਖੇਤੀ ਅਤੇ ਪੇਂਡੂ ਖੇਤੀ ਵਿਕਾਸ ਜਿਹੜੀ ਬੈਂਕ ਦੀ ਵੀ ਸਥਾਪਨਾ ਕੀਤੀ ਗਈ। ਇਹਦੇ 'ਤੇ ਲੋਕਾਂ ਨੂੰ ਜਿਹੜੇ ਹੈ ਲੋਨ ਮਿਲਣੇ ਕਾਫੀ ਆਸਾਨ ਹੋ ਗਏ। ਸੋ ਇਹ ਭਾਰਤ ਸਰਕਾਰ ਦੀ ਬੇਸਿਕਲੀ ਭੂਮਿਕਾ ਰਹੀ ਹੈ। ਭਾਰਤ ਵਿੱਚ ਹਰੀ ਕ੍ਰਾਂਤੀ ਦਾ ਸਿਹਰਾ ਕਿਸ ਨੂੰ ਜਾਂਦਾ ਹੈ? ਸੋ ਦੇਖੋ ਦੋ ਨਾਮ ਨੇ, ਪਰ ਸਾਨੂੰ ਇੱਕ ਨਾਮ ਪੂਰਾ ਯਾਦ ਰਹਿੰਦਾ, MN ਸਵਾਮੀਨਾਥਨ। ਇਹ ਤਾਂ ਸਾਨੂੰ ਯਾਦ ਰਹਿੰਦਾ ਹੈ ਕਿਉਂਕਿ ਨੋਰਮਲ ਯੂਜ਼ ਹੁੰਦਾ ਰਹਿੰਦਾ, ਕਿਉਂਕਿ ਸਵਾਮੀਨਾਥਨ ਰਿਪੋਰਟ ਜਿਹੜੀ ਕਈ ਗੱਲ ਕੀਤੀ ਜਾਂਦੀ। ਇੱਕ ਹੈ ਜੀ ਨਾਰਮਨ ਵਾਰਲੋਕ। ਇਹ ਦੋਨਾਂ ਦਾ ਹੀ ਜਿਹੜਾ ਹੈ ਪੂਰਾ ਕੰਮ ਰਿਹਾ ਹੈ ਹਰੀ ਕ੍ਰਾਂਤੀ ਦੇ ਵਿੱਚ। ਉਸ ਤੋਂ ਬਾਅਦ ਜੀ ਹਰੀ ਕ੍ਰਾਂਤੀ ਦੇ 4 ਦੋਸ਼ ਲਿਖੋ। ਇਹਦੇ 4 ਦੋਸ਼ ਵੀ ਸੀ। ਇੱਕ ਤਾਂ ਖੇਤਰ ਅਸਮਾਨਤਾਵਾਂ ਵਿੱਚ ਵਾਧਾ ਹੋ ਗਿਆ, ਕਿ ਕਿਸੇ ਖੇਤਰ 'ਚ ਕੋਈ ਚੀਜ਼ ਜ਼ਿਆਦਾ ਹੋ ਗਈ, ਕਿਸੇ 'ਚ ਕੁਛ ਘੱਟ ਹੋਈ। ਸੋ ਹਰੀ ਕ੍ਰਾਂਤੀ ਦੇ ਇਹ ਦੋਸ਼ ਵੀ ਸੀ, ਜਿਵੇਂ UP 'ਚ ਘੱਟ ਹੋਈ, ਪੰਜਾਬ 'ਚ ਬਹੁਤ ਜ਼ਿਆਦਾ ਇਹਦਾ ਹੋ ਗਿਆ। ਸੋ ਖੇਤਰੀ ਅਸਮਾਨਤਾਵਾਂ 'ਚ ਦੇ ਵਿੱਚ ਵਾਧਾ ਹੋਇਆ। ਇਹਦਾ ਜ਼ਿਆਦਾਤਰ ਫਾਇਦਾ ਵੱਡੇ ਕਿਸਾਨਾਂ ਨੂੰ ਹੋਇਆ, ਕਿਉਂਕਿ ਜਿਸ ਦੇ ਕੋਲ ਜ਼ਮੀਨ ਹੀ ਘੱਟ ਹੈ, ਸੋ ਉਸਦੇ ਕੋਲ ਅਗਰ ਫਸਲ ਜ਼ਿਆਦਾ ਹੋਈ ਤਾਂ ਵੀ ਉਸਦੇ ਨਾਲ ਉਸਦਾ ਹੀ ਘਰ ਦਾ ਗੁਜ਼ਾਰਾ ਚੱਲਿਆ ਜਾਂ ਥੋੜ੍ਹਾ ਬਹੁਤ ਉਸਦੇ ਬਾਹਰ ਦਾ ਗੁਜ਼ਾਰਾ ਚੱਲ ਗਿਆ। ਤੀਸਰਾ, ਯੰਤਰਾਂ ਦਾ ਪ੍ਰਯੋਗ ਵਧਣ ਨਾਲ ਪਿੰਡਾਂ ਵਿੱਚ ਬੇਰੁਜ਼ਗਾਰੀ ਦਾ ਡਰ ਪੈਦਾ ਹੋ ਗਿਆ, ਕਿਉਂਕਿ ਕਿੱਥੇ ਕੁਝ ਲੋਕਾਂ ਨੂੰ ਕੰਮ ਮਿਲਿਆ ਹੋਇਆ ਸੀ, ਕਿੱਥੇ ਮਸ਼ੀਨਾਂ ਨੇ ਆ ਕੇ, ਟਰੈਕਟਰਾਂ ਨੇ ਆ ਕੇ ਉਹ ਕੰਮ ਜਿਹੜਾ ਹੈ ਖ਼ਤਮ ਕਰ ਦਿੱਤਾ। ਕੇਵਲ ਕੁਝ ਹੀ ਫਸਲਾਂ ਤੱਕ ਸੀਮਿਤ ਹੈ, ਮਤਲਬ ਤੁਸੀਂ ਇਹਦੇ ਨਾਲ ਬਹੁਤ ਜ਼ਿਆਦਾ ਫਸਲਾਂ ਨਹੀਂ ਉਗਾ ਸਕਦੇ। ਠੀਕ ਹੈ ਜੀ। ਭਾਰਤ ਦੀ ਰਾਸ਼ਟਰੀ ਆਮਦਨ 'ਚ ਖੇਤੀ ਦਾ ਕੀ ਯੋਗਦਾਨ ਹੈ? ਮੈਂ ਫਿਰ ਇਹ ਕਹਿ ਰਿਹਾ ਕਿ ਬੇਸਿਕਲੀ ਤੁਸੀਂ ਇੱਦਾਂ ਦੇ ਕੁਐਸਚਨ ਜਿਹੜੇ ਉਹ ਯਾਦ ਨਾ ਕਰੋ। ਭਾਰਤ ਵਿੱਚ ਖੇਤੀ ਰੁਜ਼ਗਾਰ ਦਾ ਮੁੱਖ ਸਾਧਨ ਹੈ, ਬਸ ਤੁਸੀਂ ਇਹ ਥੋੜ੍ਹਾ ਜਿਹਾ ਧਿਆਨ ਰੱਖ ਸਕਦੇ ਹੋ। ਹਾਲਾਂਕਿ ਫਿਰ ਵੀ ਤੁਸੀਂ ਇਸ ਦੀ ਪਰਸੈਂਟੇਜ ਵਾਲੇ ਕੁਐਸਚਨ ਜਿਹੜੇ ਉਹ ਨਾ ਕਰੋ। ਨੈਕਸਟ ਹੈ ਜੀ, ਭਾਰਤੀ ਖੇਤੀ ਦੀ ਉਤਪਾਦਕਤਾ ਵਧਾਉਣ ਲਈ ਸਰਕਾਰ ਦਾ ਕੀ ਯੋਗਦਾਨ ਹੈ? ਸੋ ਸਰਕਾਰ ਨੇ ਬੇਸਿਕਲੀ ਕੀ ਕੀਤਾ ਸੀ, ਭੂਮੀ ਦੇ ਸੁਧਾਰ ਕੀਤੇ, ਸਿੰਜਾਈ ਸਹੂਲਤਾਂ ਦਾ ਵਿਸਥਾਰ ਕੀਤਾ, ਮਤਲਬ ਜੋ ਪਾਣੀ ਦੇਣ ਦੀਆਂ ਸਹੂਲਤਾਂ ਸੀ ਉਹਨਾਂ ਦੇ ਵਿੱਚ ਵਾਧਾ ਕੀਤਾ। ਵਿਤਰਨ ਪ੍ਰਣਾਲੀ 'ਚ ਸੁਧਾਰ ਕੀਤਾ, ਮਤਲਬ ਲੋਕਾਂ ਤੱਕ ਚੀਜ਼ਾਂ ਨੂੰ ਪਹੁੰਚਾਉਣਾ, ਵੰਡਣਾ, ਉਹਦੇ 'ਚ ਸੁਧਾਰ ਕੀਤਾ। ਖੇਤੀ ਸੰਬੰਧੀ ਖੋਜਾਂ ਹੋ ਸਕਣ, ਵਿਕਾਸ ਹੋ ਸਕੇ, ਉਹਦੇ ਲਈ ਭਾਰਤੀ ਖੇਤੀ ਅਨੁਸੰਧਾਨ ਪਰਿਸ਼ਦ ਬਣਾਇਆ। ਬੰਜਰ ਅਤੇ ਬੇਕਾਰ ਭੂਮੀ ਨੂੰ ਖੇਤੀਯੋਗ ਬਣਾਉਣ ਦੇ ਲਈ ਹੋਰ ਅਲੱਗ-ਅਲੱਗ ਚੀਜ਼ਾਂ ਕੀਤੀਆਂ, ਨਹਿਰਾਂ ਲੈ ਕੇ ਆਏ, ਹੋਰ ਬਹੁਤ ਸਾਰੀਆਂ ਚੀਜ਼ਾਂ। ਸਾਖ ਸਹੂਲਤਾਂ ਦਾ ਵਿਸਥਾਰ ਕੀਤਾ, ਯਾਨੀ ਕਿ ਲੋਨ ਮੁਹੱਈਆ ਹੋ ਸਕੇ ਲੋਕਾਂ ਨੂੰ, ਉਹਦਾ ਵਿਸਥਾਰ ਕੀਤਾ ਗਿਆ। ਅਤੇ ਬੇਸਿਕਲੀ ਇਹਦੇ ਵਿੱਚ ਜੋ ਪਹਿਲੀ ਚੀਜ਼ ਅਸੀਂ ਭੂਮੀ ਸੁਧਾਰ ਵਰਡ ਯੂਜ਼ ਕੀਤਾ, ਭੂਮੀ ਸੁਧਾਰ ਬੇਸਿਕਲੀ ਹੁੰਦਾ ਕੀ ਹੈ, ਭੂਮੀ ਸੁਧਾਰ ਕਿਵੇਂ ਕੀਤੇ ਜਾਂਦੇ, ਉਹਦੇ ਵਿੱਚ ਕੀ ਕੁਛ ਚੀਜ਼ਾਂ ਹੁੰਦੀਆਂ, ਬੇਸਿਕ ਉਹ ਸੀ। ਜਿਵੇਂ ਜ਼ਿਮੀਂਦਾਰੀ ਪ੍ਰਥਾ ਦਾ ਖਾਤਮਾ ਕੀਤਾ ਗਿਆ, ਭੂਮੀ ਦੀਆਂ ਜੋਤਾਂ 'ਤੇ ਉਚਿਤ ਸੀਮਾ ਜਿਹੜੀ ਉਹ ਕਰ ਦਿੱਤੀ ਗਈ ਕਿ ਇੰਨੀ ਹੀ ਜ਼ਮੀਨ ਇੱਕ ਬੰਦੇ ਦੇ ਨਾਮ 'ਤੇ ਹੋ ਸਕਦੀ ਹੈ। ਸਰਕਾਰੀ ਖੇਤੀ ਦਾ ਵਿਕਾਸ ਕੀਤਾ ਗਿਆ, ਚੱਕਬੰਦੀ ਜਿਹੜੀ ਅਸੀਂ ਪਹਿਲਾਂ ਹੀ ਕਰ ਚੁੱਕੇ ਹਾਂ। ਕਿਸਾਨਾਂ ਦੇ ਭੂਮੀ ਦੇ ਉੱਤੇ ਮਲਕੀਅਤ ਸੰਬੰਧੀ ਕਾਨੂੰਨਾਂ ਦਾ ਨਿਰਮਾਣ ਜਿਹੜਾ ਕੀਤਾ ਗਿਆ। ਇਹ ਸਾਰੇ ਦੇ ਸਾਰੇ ਹੀ ਫੈਕਟ ਜਿਹੜੇ ਨੇ ਉਹ ਭੂਮੀ ਸੁਧਾਰ ਦੇ ਵਿੱਚ ਆਉਂਦੇ ਨੇ, ਜਿਹੜੇ ਅਸੀਂ ਸਮਝਣੇ ਨੇ। ਕਲੀਅਰ ਹੈ ਜੀ। ਨੈਕਸਟ ਹੈ ਜੀ, ਭਾਰਤ ਵਿੱਚ ਉਦਯੋਗਿਕ ਵਿਕਾਸ। ਇਹ ਲਾਸਟ ਹੈ ਜੀ ਸਾਡਾ 4th ਚੈਪਟਰ, ਅਤੇ ਇਸ ਤੋਂ ਬਾਅਦ ਸਾਡੀ ਜਿਹੜੀ ਹੈ ਪ੍ਰੋਪਰ ਇਕਨੋਮਿਕਸ ਜਿਹੜੀ ਹੈ ਉਹ ਕਵਰ ਹੋ ਜਾਏਗੀ। ਸੋ ਸਾਡੀ ਇੱਕ ਹੀ ਲੈਕਚਰ ਦੇ ਵਿੱਚ ਜਿਹੜਾ ਹੈ ਉਹ ਸਾਰੇ ਦਾ ਸਾਰਾ ਜਿਹੜਾ ਕੰਮ ਹੈ ਉਹ ਕਵਰ ਹੋ ਜਾਏਗਾ। ਕਲੀਅਰ ਹੈ ਜੀ। ਇੰਡਸਟਰੀਅਲ ਡਿਵੈਲਪਮੈਂਟ ਇਨ ਇੰਡੀਆ। ਤੁਸੀਂ ਵੀ ਰੁਕ ਸਕਦੇ ਹੋ, ਮੈਂ ਵੀ ਥੋੜ੍ਹਾ ਜਿਹਾ ਰੁਕ ਕੇ ਆਪਣਾ ਪਾਣੀ ਪੀ ਸਕਦਾ। ਜੀ, ਭਾਰਤ ਵਿੱਚ ਉਦਯੋਗਿਕ ਵਿਕਾਸ। ਕਿ ਭਾਰਤ ਅਜਿਹੇ ਅਲਪ ਵਿਕਸਿਤ ਦੇਸ਼ਾਂ ਦੀ ਆਰਥਿਕ ਪ੍ਰਗਤੀ ਲਈ ਉਦਯੋਗੀਕਰਨ ਇੱਕ ਮਹੱਤਵਪੂਰਨ ਸਥਾਨ ਰੱਖਦਾ ਹੈ।
ਉਦਯੋਗਾਂ ਦੇ ਵਿਕਾਸ ਰਾਹੀਂ ਆਮਦਨ, ਉਤਪਾਦਨ ਤੇ ਰੁਜ਼ਗਾਰ। ਮਤਲਬ ਉਦਯੋਗ ਜਦੋਂ ਲੱਗਦੇ ਨੇ ਤਾਂ ਆਮਦਨ, ਉਤਪਾਦਨ ਅਤੇ ਰੁਜ਼ਗਾਰ ਦੀ ਮਾਤਰਾ ਜਿਹੜੀ ਹੈ ਉਹ ਵੱਧ ਕੇ ਮਤਲਬ ਹੋਰ ਵੀ ਦੇਸ਼ ਦੀ ਜਿਹੜੀ ਅਰਥ ਵਿਵਸਥਾ ਦੀ ਵਿਕਾਸ ਦਰ ਹੈ ਉਹਦੇ ਵਿੱਚ ਵਾਧਾ ਹੋ ਜਾਂਦਾ ਹੈ। ਸਾਨੂੰ ਵੀ ਪਤਾ ਕਿ ਆਜ਼ਾਦੀ ਤੋਂ ਪਹਿਲਾਂ ਜਿਹੜਾ ਹੈ ਉਦਯੋਗਾਂ ਦਾ ਬਹੁਤ ਘੱਟ ਵਿਕਾਸ ਸੀ। ਦੇਸ਼ ਵਿੱਚ ਧਿਆਨ ਨਹੀਂ ਸੀ ਕਿਉਂਕਿ ਅੰਗਰੇਜ਼ਾਂ ਵੱਲੋਂ ਦੇਸ਼ ਨੂੰ ਸਿਰਫ ਲੁੱਟਣ ਵੱਲ ਹੀ ਧਿਆਨ ਸੀ। ਸੋ ਬੇਸਿਕਲੀ ਜਦੋਂ ਸੰਵਿਧਾਨ ਬਣਿਆ, ਸਾਡਾ ਦੇਸ਼ ਬਣਿਆ, ਦੇਸ਼ ਆਜ਼ਾਦ ਹੋਇਆ, ਸੋ ਉਸਨੇ ਉਦਯੋਗ ਲਗਾਉਣ ਦੇ ਲਈ ਆਪਣਾ ਜਿਹੜਾ ਹੈ ਉਹ ਦਿਮਾਗ ਜਿਹੜਾ ਹੈ ਲਗਾਇਆ। ਪਰਿਭਾਸ਼ਾ ਤੇ ਜਾਂਦੇ ਆਪਾਂ ਸਿੱਧਾ। ਪਹਿਲੀ ਪਰਿਭਾਸ਼ਾ ਉਦਯੋਗਿਕ। ਸੋ ਕਹਿੰਦੇ ਉਦਯੋਗਾਂ ਦੇ ਵਿਕਾਸ ਦੁਆਰਾ ਕੀ ਹੋਇਆ, ਆਮਦਨ ਹੋਈ, ਉਤਪਾਦਨ ਅਤੇ ਰੁਜ਼ਗਾਰ ਦੀ ਮਾਤਰਾ ਵਧਾ ਕੇ ਅਰਥ ਵਿਵਸਥਾ ਦੀ ਕੀ ਹੋਇਆ, ਵਿਕਾਸ ਦਰ 'ਚ ਜੋ ਵਾਧਾ ਹੋਇਆ। ਬੇਸਿਕਲੀ ਉਦਯੋਗ ਵਰਡ ਉਹਦੇ ਲਈ ਯੂਜ਼ ਕੀਤਾ ਜਾਂਦਾ ਹੈ। ਕੁਟੀਰ ਉਦਯੋਗ ਤੇ ਛੋਟੇ ਉਦਯੋਗ ਤੇ ਆਧਾਰਭੂਤ ਉਦਯੋਗ, ਤਿੰਨੋਂ ਡੈਫੀਨੇਸ਼ਨਾਂ ਨੂੰ ਚੰਗੀ ਤਰ੍ਹਾਂ ਕੋਟੇ ਲਾ ਲਓ। ਕੁਟੀਰ ਉਦਯੋਗ ਕੀ ਹੁੰਦਾ ਹੈ, ਉਹ ਉਦਯੋਗ ਜੋ ਪੂਰਨ ਰੂਪ ਨਾਲ ਜਾਂ ਅੰਸ਼ਿਕ ਰੂਪ ਨਾਲ ਪਰਿਵਾਰ ਦੇ ਮੈਂਬਰਾਂ ਦੀ ਸਹਾਇਤਾ ਨਾਲ ਕੀਤਾ ਜਾਂਦਾ ਹੈ, ਬਸ ਉਸ ਨੂੰ ਕੁਟੀਰ ਉਦਯੋਗ ਕਹਿੰਦੇ ਆ। ਛੋਟੇ ਉਦਯੋਗ ਜਿਨ੍ਹਾਂ ਵਿੱਚ 3 ਕਰੋੜ ਰੁਪਏ ਤੱਕ ਦੀ ਫਿਕਸਡ ਮਤਲਬ ਨਿਵੇਸ਼ ਹੋਇਆ ਹੋਵੇ, ਛੋਟੇ ਉਦਯੋਗ। ਆਧਾਰਭੂਤ ਉਦਯੋਗ ਜਿਹੜੇ ਸਾਡੀ ਜ਼ਿੰਦਗੀ ਦੀਆਂ ਛੋਟੀਆਂ ਛੋਟੀਆਂ ਚੀਜ਼ਾਂ ਨੂੰ ਬਣਾਉਣ ਦੇ ਲਈ ਲਗਾਏ ਜਾਂਦੇ, ਉਹਨਾਂ ਨੂੰ ਆਧਾਰਭੂਤ ਉਦਯੋਗ ਕਿਹਾ ਜਾਂਦਾ। ਛੋਟੀ ਛੋਟੀ ਜ਼ਿੰਦਗੀ ਦੀਆਂ ਜ਼ਰੂਰੀ ਇਨਪੁਟਸ ਸਾਨੂੰ ਦਿੰਦੇ ਨੇ, ਜਿਵੇਂ ਲੋਹਾ, ਇਸਪਾਤ, ਕੋਇਲਾ, ਖਾਦ, ਬਿਜਲੀ, ਇਹ ਹੁੰਦੇ ਨੇ ਆਧਾਰਭੂਤ ਉਦਯੋਗ। ਠੀਕ ਹੈ ਜੀ। ਆਜ਼ਾਦੀ ਤੋਂ ਪਹਿਲਾਂ ਭਾਰਤ ਵਿੱਚ ਉਦਯੋਗਾਂ ਦੀ ਕੀ ਸਥਿਤੀ ਸੀ? ਸੋ ਬੇਸਿਕਲੀ ਇਹੀ ਸੀ ਕਿ ਦੇਸ਼ ਵਿੱਚ ਆਜ਼ਾਦੀ ਤੋਂ ਪਹਿਲਾਂ ਬਹੁਤ ਘੱਟ ਵਿਕਾਸ ਸੀ। ਦੇਸ਼ 'ਚ ਸ਼ੁਰੂ ਤੋਂ ਹੀ ਵੱਡੇ ਉਦਯੋਗ ਜਿਵੇਂ ਮਸ਼ੀਨਾਂ, ਲੋਹਾ, ਇਸਪਾਤ, ਬਿਜਲੀ ਦਾ ਸਮਾਨ, ਇਹ ਸਾਰਾ ਕੁਛ ਸਾਧਨ ਜਿਹੜੇ ਸੀ ਨਾਮਾਤਰ ਸੀ। ਪਰ ਪਹਿਲਾਂ ਜੋ ਕੱਪੜਾ, ਪਟਸਨ, ਖੰਡ, ਇਹੀ ਸਾਰਾ ਕੁਛ ਹੀ ਦੇਸ਼ ਵਿੱਚ ਹੁੰਦਾ ਸੀ। ਭਾਰਤ ਵਿੱਚ ਤੇਜ਼ ਉਦਯੋਗੀਕਰਨ ਦੀ ਕੀ ਲੋੜ ਹੈ? ਇਹ ਸਭ ਨੂੰ ਸਿੰਪਲ ਪਤਾ, ਤਾਂ ਕਿ ਦੇਸ਼ ਦੀ ਅਰਥ ਵਿਵਸਥਾ ਦੀ ਜਿਹੜੀ ਦਰ ਜਿਹੜੀ ਉਹ ਵੱਧ ਸਕੇ। ਠੀਕ ਹੈ ਜੀ। ਸਰਵਜਨਕ ਉੱਦਮ, ਸੰਯੁਕਤ ਉੱਦਮ ਤੇ ਨਿੱਜੀ ਉੱਦਮ ਤੋਂ ਕੀ ਭਾਵ ਹੈ? ਦੇਖੋ, ਸਰਵਜਨਕ ਮਾਨੇ ਸਰਕਾਰੀ। ਸਰਕਾਰੀ ਉੱਦਮ ਉਹ ਹੁੰਦਾ ਹੈ ਜਿੱਥੇ ਮਾਲਕ ਜੋ ਸਰਕਾਰ ਆਪ ਹੁੰਦੀ ਹੈ। ਸੰਯੁਕਤ ਉੱਦਮ ਯਾਨੀ ਕਿ ਮਿਸ਼ਰਤ ਉੱਦਮ, ਜਿਹਦੇ ਵਿੱਚ ਸਰਕਾਰ ਅਤੇ ਪ੍ਰਾਈਵੇਟ ਬੰਦੇ ਦੋਨੋਂ ਹੀ ਜਿਹੜੇ ਨੇ ਉਹ ਮਾਲਕ ਹੁੰਦੇ ਨੇ। ਅਤੇ ਤੀਸਰਾ ਹੈਗਾ ਨਿੱਜੀ ਉੱਦਮ ਯਾਨੀ ਕਿ ਪ੍ਰਾਈਵੇਟ, ਯਾਨੀ ਕਿ ਜਿਹਦੇ ਮਾਲਕ ਬੰਦੇ ਆਪ ਹੀ ਹੁੰਦੇ ਨੇ। ਠੀਕ ਹੈ ਜੀ। ਨਿੱਜੀ ਵਿਅਕਤੀ ਜਿਵੇਂ ਕਿ ਤੁਸੀਂ ਆਪ ਹੀ ਮਾਲਕ ਹੋਵੋਗੇ। ਨੈਕਸਟ ਹੈ ਜੀ, ਕੁਟੀਰ ਉਦਯੋਗਾਂ ਦਾ ਪਤਨ ਕਿਵੇਂ ਹੋਇਆ, ਯਾਨੀ ਕਿ ਕੁਟੀਰ ਉਦਯੋਗ ਖਤਮ ਕਿਵੇਂ ਹੋਏ, ਉਹਨਾਂ ਦੇ ਖਤਮ ਹੋਣ ਦੇ ਕਾਰਨ ਕੀ ਸੀ? ਦੇਖੋ, ਕੁਟੀਰ ਉਦਯੋਗ ਹੈ ਜਿਹੜੇ ਘਰਾਂ 'ਚ ਚੱਲਦੇ ਸੀ। ਹੁਣ ਘਰਾਂ 'ਚ ਚੱਲਣ ਵਾਲੇ ਉਦਯੋਗਾਂ ਦਾ ਖਾਤਮਾ ਕਿਵੇਂ ਹੋਇਆ? ਪਹਿਲੀ ਚੀਜ਼, ਆਧੁਨਿਕ ਉਦਯੋਗਾਂ ਦੇ ਸਸਤੇ ਅਤੇ ਵਧੀਆ ਉਤਪਾਦਨ ਹੁੰਦਾ ਸੀ, ਕਿਉਂਕਿ ਜ਼ਿਆਦਾ ਜਦੋਂ ਅਸੀਂ ਚੀਜ਼ਾਂ ਬਣਾਉਂਦੇ ਹਾਂ ਵੱਡੀ ਫੈਕਟਰੀ 'ਚੋਂ ਸਸਤੀਆਂ ਬਣ ਕੇ ਨਿਕਲਦੀਆਂ ਨੇ। ਜੋ ਘਰੇ ਬਣਨਗੀਆਂ ਉਹ ਓਬਵੀਅਸਲੀ ਮਹਿੰਗੀ ਬਣੇਗੀ, ਉਹਦੀ ਲੇਬਰ ਜ਼ਿਆਦਾ ਹੋਏਗੀ ਅਤੇ ਵਧੀਆ ਉਤਪਾਦਨ ਦਾ ਮੁਕਾਬਲਾ ਕਰਨ ਵਿੱਚ ਅਸਮਰੱਥ ਹੋ ਜਾਂਦੇ ਨੇ, ਕੈਪੇਬਲ ਨਹੀਂ ਹੋ ਪਾਉਂਦੇ ਕਿ ਉਨੀ ਸਸਤੀ ਅਤੇ ਓਨਾ ਵਧੀਆ ਉਤਪਾਦਨ ਕਰਕੇ ਦੇ ਸਕਣ। ਇਸ ਕਰਕੇ ਉਹ ਖਤਮ ਹੋ ਗਏ। ਕਾਫੀ ਮਾਤਰਾ ਵਿੱਚ ਧਨ ਅਤੇ ਸਸਤੇ ਮਾਲ ਦੀ ਘਾਟ ਰਹਿੰਦੀ ਹੈ, ਇਸੇ ਕਰਕੇ ਉਹ ਖਤਮ ਹੋ ਗਏ। ਤੀਸਰੀ ਚੀਜ਼, ਘਰੇ ਬੈਠੇ ਲੋਕਾਂ ਕੋਲ ਡਿਜ਼ਾਈਨ ਨਹੀਂ ਹੁੰਦੇ, ਵਿਕਰੀ ਦੇ ਵਿਗਿਆਪਨ ਕਿਵੇਂ ਦੇਣ, ਤਕਨੀਕੀ ਗਿਆਨ ਨਹੀਂ ਹੁੰਦਾ, ਉਹਦੀ ਘਾਟ ਹੁੰਦੀ ਹੈ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਸਾਰਾ ਕੁਛ ਰਲਾ ਮਿਲਾ ਕੇ ਜਿਹੜਾ ਹੈ ਕੁਟੀਰ ਉਦਯੋਗ ਜਿਹੜੇ ਖਤਮ ਹੋ ਗਏ। ਸੋ ਪੇਪਰ 'ਚ ਪੁਆਇੰਟਾਂ 'ਚ ਤੁਹਾਡੇ ਤੋਂ ਇਹ ਓਪਸ਼ਨਸ ਪੁੱਛੇ ਜਾ ਸਕਦੇ ਨੇ, ਸੋ ਤੁਸੀਂ ਉੱਥੋਂ ਜਿਹੜਾ ਟਿਕ ਕਰ ਸਕਦੇ ਹੋ। ਕੁਟੀਰ ਉਦਯੋਗਾਂ ਦੇ ਵਿਕਾਸ ਦੇ ਲਈ ਸਰਕਾਰ ਨੇ ਕਿਹੜੀਆਂ ਸੰਸਥਾਵਾਂ ਦੀ ਸਥਾਪਨਾ ਕੀਤੀ ਹੋਈ ਹੈ? ਸੋ ਕੁਟੀਰ ਉਦਯੋਗਾਂ ਦੇ ਵਿਕਾਸ ਲਈ ਸਰਕਾਰ ਨੇ ਖਾਦੀ ਅਤੇ ਗ੍ਰਾਮ ਉਦਯੋਗ ਕਮਿਸ਼ਨ ਦੀ ਜਿਹੜੀ ਹੈ ਸਥਾਪਨਾ ਕੀਤੀ ਹੈ। ਇਹਨਾਂ ਉਦਯੋਗਾਂ ਦੇ ਡਿਜ਼ਾਈਨ, ਉਤਪਾਦਨ ਅਤੇ ਵਿਕਰੀ ਸੰਬੰਧੀ ਸਲਾਹ ਦੇਣ ਲਈ ਵੀ ਕਈ ਸੰਸਥਾਵਾਂ ਦੀ ਸਥਾਪਨਾ ਜਿਹੜੀ ਉਹ ਕੀਤੀ ਗਈ ਹੈ, ਤਾਂ ਕਿ ਕੁਟੀਰ ਉਦਯੋਗ ਜਿਹੜੇ ਬੰਦ ਨਾ ਹੋਣ। ਪਰ ਫਿਰ ਵੀ ਬਹੁਤ ਜ਼ਿਆਦਾ ਮਾਤਰਾ ਵਿੱਚ ਕੁਟੀਰ ਉਦਯੋਗ ਜਿਹੜੇ ਉਹ ਬੰਦ ਹੋ ਚੁੱਕੇ ਨੇ। ਦੇਸ਼ ਦੇ ਨਿਰਯਾਤ ਵਪਾਰ ਵਿੱਚ ਲਘੂ ਉਦਯੋਗਾਂ ਦਾ ਕੀ ਯੋਗਦਾਨ ਹੈ? ਦੇਖੋ, ਪਰਸੈਂਟੇਜ ਤੁਸੀਂ ਗੱਲ ਕਰਨੀ ਨਹੀਂ, ਬਟ ਸਿੰਪਲ ਹੈ ਕਿ ਮਹੱਤਵਪੂਰਨ ਯੋਗਦਾਨ ਹੈ। ਮੁੱਢਲੇ ਉਦਯੋਗਾਂ ਤੋਂ ਕੀ ਭਾਵ ਹੈ? ਉਹ ਉਦਯੋਗ ਜਿਹੜੇ ਖੇਤੀਬਾੜੀ ਅਤੇ ਉਦਯੋਗਾਂ ਨੂੰ ਜ਼ਰੂਰੀ ਇਨਪੁਟਸ ਦਿੰਦੇ ਨੇ। ਇਸਪਾਤ, ਲੋਹਾ, ਕੋਇਲਾ, ਖਾਦ ਅਤੇ ਬਿਜਲੀ, ਇਹ ਮੁੱਢਲੇ ਉਦਯੋਗ ਹੋ ਗਏ ਸਾਡੇ ਕੋਲ। ਠੀਕ ਹੈ ਜੀ। ਪੂੰਜੀਗਤ ਉਦਯੋਗ ਦੇ ਵਿੱਚ ਉਹ ਹੁੰਦੇ ਨੇ ਜਿਵੇਂ ਮਸ਼ੀਨਾਂ, ਮਸ਼ੀਨੀ ਔਜ਼ਾਰ, ਟਰੱਕ, ਟਰੈਕਟਰ, ਇਹ ਚੀਜ਼ਾਂ ਬਣਨੀਆਂ, ਮਸ਼ੀਨੀ ਅਤੇ ਯੰਤਰ ਜਿੱਥੋਂ ਬਣਨੇ, ਉਹਨੂੰ ਅਸੀਂ ਕਹਿੰਦੇ ਪੂੰਜੀਗਤ ਉਦਯੋਗ। ਪਿਛਲੀ 8 ਸਾਲਾਂ ਯੋਜਨਾਵਾਂ ਦੇ ਵਿੱਚ ਉਦਯੋਗਿਕ ਵਾਧਾ ਕਿਵੇਂ ਹੋਇਆ? ਇਹ ਫਿਰ ਉਹੀ ਚੀਜ਼ ਸਾਡੇ ਲਈ ਕੋਈ ਖਾਸ ਇੰਪੋਰਟੈਂਟ ਨਹੀਂ ਰੱਖਦੀ, ਪਰ ਫਿਰ ਵੀ ਸਾਡੀ ਨੌਲੇਜ ਲਈ ਹੈ ਕਿ ਉਦਯੋਗ ਪਹਿਲਾਂ ਨਾਮਾਤਰ ਸੀ। ਜਦੋਂ ਦੇਸ਼ ਨੇ ਆਪਣੀਆਂ ਯੋਜਨਾਵਾਂ ਬਣਾ ਕੇ ਕੰਮ ਕਰਨਾ ਸ਼ੁਰੂ ਕੀਤਾ ਤਾਂ ਉਸਦੇ ਸਿੱਟੇ ਵਜੋਂ ਕੀ ਹੋਇਆ, ਜੋ ਇੰਡੀਆ ਸੀ ਉਹ 10ਵਾਂ ਦੇਸ਼ ਬਣ ਗਿਆ ਸੰਸਾਰ ਦੇ ਵਿੱਚ ਉਦਯੋਗੀਕਰਨ 'ਚ। ਭਾਰਤ ਦੇ 4 ਵੱਡੇ ਉਦਯੋਗਾਂ ਦੇ ਨਾਮ। ਪਹਿਲਾ, ਲੋਹਾ ਅਤੇ ਇਸਪਾਤ ਉਦਯੋਗ, ਸੀਮੈਂਟ ਉਦਯੋਗ, ਕੱਪੜਾ ਉਦਯੋਗ ਅਤੇ ਪਟਸਨ ਉਦਯੋਗ, ਇਹ 4 ਨੇ। ਫਿਰ ਆ ਗਿਆ ਜੀ ਬਾਅਦ ਵਿੱਚ ਕਿ ਪੰਜਾਬ ਵਿੱਚ ਉਦਯੋਗਾਂ ਦੀ ਸਥਿਤੀ ਕਿਹੋ ਜਿਹੀ ਹੈ। ਫਿਰ ਤੁਸੀਂ ਇਸ ਨੂੰ ਨਹੀਂ ਕਰਨਾ। ਭਾਰਤ ਵਿੱਚ ਵੱਡੇ ਉਦਯੋਗ 'ਚ ਕਿੰਨੇ ਲੋਕ ਲੱਗੇ ਹੋਏ ਆ ਕੰਮ 'ਚ? ਇਹ ਵੀ ਆਂਕੜਾ ਹੈ, ਤੁਸੀਂ ਨਹੀਂ ਯਾਦ ਰੱਖਣਾ, ਬਟ ਕਈ ਵਾਰ ਕੁਛ ਕੁ ਰਾਊਂਡ ਫਿਗਰ ਹੁੰਦੀ ਹੈ, ਤੁਸੀਂ ਪੇਪਰ 'ਚ
ਮਤਲਬ ਕਿ ਥੋੜ੍ਹੇ ਬਹੁਤ ਤੁੱਕੇ ਵੀ ਲਗਾਉਣੇ ਤੁਸੀਂ ਲਗਾ ਸਕਦੇ ਹੋ ਕਿ ਜੋ ਸਰਕਾਰੀ ਖੇਤਰ 'ਚ 80 ਲੱਖ ਲੋਕ ਅਤੇ ਪ੍ਰਾਈਵੇਟ ਵਿੱਚ 75 ਲੱਖ ਲੋਕ ਜਿਹੜੇ ਕੰਮ ਕਰਦੇ ਆ, ਇਹ ਬੇਸਿਕਲੀ ਉਦਯੋਗ ਪੁੱਛੇ ਗਏ ਹੈ, ਨਾ ਕਿ ਡਿਪਾਰਟਮੈਂਟਸ ਪੁੱਛੇ ਗਏ ਨੇ। ਠੀਕ ਹੈ ਜੀ, ਸਰਕਾਰੀ ਉਦਯੋਗ। ਠੀਕ ਹੈ ਜੀ। ਭਾਰਤ ਵਿੱਚ ਵੱਡੇ ਉਦਯੋਗਾਂ ਦਾ ਕੀ ਯੋਗਦਾਨ ਹੈ? ਬੇਸਿਕਲੀ ਇਹਦਾ ਆਮਦਨ ਦਾ ਬਹੁਤ ਵੱਡਾ ਹਿੱਸਾ ਜਿਹੜਾ ਉਹ ਯੋਗਦਾਨ ਹੁੰਦਾ। ਤੁਸੀਂ ਕਿੰਨਾ ਹਿੱਸਾ ਉਹ ਯਾਦ ਨਹੀਂ ਕਰਨਾ। ਭਾਰਤ ਵਿੱਚ ਵੱਡੇ ਉਦਯੋਗਾਂ ਦੀ 4 ਸਮੱਸਿਆਵਾਂ। ਦੇਖੋ, ਵੱਡੇ ਉਦਯੋਗ ਲੱਗੇ ਨੇ ਤਾਂ ਉਹਦੀਆਂ ਸਮੱਸਿਆਵਾਂ ਵੀ ਆਪਦੀਆਂ ਹੋਣਗੀਆਂ। ਪਹਿਲੀ ਗੱਲ, ਉਦਯੋਗਿਕ ਅਸ਼ਾਂਤੀ, ਕਿਉਂਕਿ ਕੰਪੀਟੀਸ਼ਨ ਹੋਣਾ ਸ਼ੁਰੂ ਹੋ ਜਾਂਦਾ, ਸੋ ਉਦਯੋਗਿਕ ਅਸ਼ਾਂਤੀ ਵੀ ਆਉਂਦੀ ਹੈ। ਦੂਸਰਾ, ਪ੍ਰਤੀਸਥਾਪਨ, ਯਾਨੀ ਕਿ ਸਬਸਟੀਟਿਊਸ਼ਨ ਦੀ ਜੋ ਉਹਨਾਂ ਦੀ ਆਪਣੀ ਸਮਰੱਥਾ ਹੁੰਦੀ ਹੈ, ਉਹਦਾ ਪੂਰਨ ਉਪਯੋਗ ਨਹੀਂ ਹੋ ਪਾਉਂਦਾ, ਕਿਉਂਕਿ ਜਿਹੜੀ ਚੀਜ਼ ਚੱਲਣ 'ਚ ਹੁੰਦੀ ਹੈ ਸਾਰੇ ਉਸ ਨੂੰ ਬਣਾਉਣ 'ਚ ਲੱਗ ਪੈਂਦੇ ਨੇ। ਕਿਸੇ ਨੂੰ ਇਹ ਨਹੀਂ ਹੁੰਦਾ ਕਿ ਅਸੀਂ ਇਹਦੀ ਜਗ੍ਹਾ 'ਤੇ ਹੋਰ ਕੋਈ ਚੀਜ਼ ਬਣਾ ਦਈਏ, ਤਾਂ ਕਿ ਹੋ ਸਕਦਾ ਕਿ ਉਹ ਜਿਹੜਾ ਪ੍ਰਤੀਸਥਾਪਨ ਇਫੈਕਟ ਹੈ ਉਹ ਪੈਣਾ ਸ਼ੁਰੂ ਹੋ ਜਾਏ, ਪਰ ਉਹ ਇਸਦਾ ਅਪੂਰਨ ਪ੍ਰਯੋਗ ਯਾਨੀ ਕਿ ਸਹੀ ਢੰਗ ਨਾਲ ਪ੍ਰਯੋਗ ਨਹੀਂ ਕਰ ਪਾਉਂਦੇ ਜਾਂ ਕਰ ਪਾਉਂਦੇ, ਕਿਉਂਕਿ ਦੇਸ਼ ਦਾ ਜੋ ਟੇਸਟ ਹੋ ਜਾਂਦਾ, ਰੁਚੀਆਂ ਹੋ ਜਾਂਦੀਆਂ, ਉਹ ਇੱਕੋ ਪਾਸੇ ਹੋ ਜਾਂਦੀਆਂ। ਸ਼ਕਤੀ ਅਤੇ ਊਰਜਾ ਦੇ ਸਾਧਨਾਂ ਦੀ ਕਮੀ ਹੁੰਦੀ ਹੈ, ਦੇਸ਼ ਉਹ ਚੀਜ਼ਾਂ ਨਹੀਂ ਦੇ ਪਾਉਂਦਾ। ਸੰਸਥਾਗਤ ਵਿੱਤੀ ਸਹੂਲਤਾਂ, ਜੋ ਸਰਕਾਰ ਨੇ ਵਿੱਤੀ ਸਹੂਲਤਾਂ ਦੇਣੀਆਂ ਹੁੰਦੀਆਂ ਉਹਦੀ ਘਾਟ ਹੁੰਦੀ ਹੈ, ਸਰਕਾਰ ਪੈਸਾ ਨਹੀਂ ਦੇ ਪਾਉਂਦੀ, ਉਹਨਾਂ ਦੀ ਹੈਲਪ ਨਹੀਂ ਕਰ ਪਾਉਂਦੀ। ਦੂਸਰਾ ਜੀ, 2 ਕਾਰਨ ਦੱਸੋ ਕਿ ਛੋਟੇ ਉਦਯੋਗ ਨਾਲ ਖਾਸ ਵਿਵਹਾਰ ਕਿਉਂ ਕੀਤਾ ਜਾਏ। ਸੋ ਇੱਕ ਹੁੰਦਾ ਜੀ, ਛੋਟੇ ਉਦਯੋਗਾਂ ਨਾਲ ਖਾਸ ਵਿਵਹਾਰ ਇਸ ਕਰਕੇ ਕੀਤਾ ਜਾਏ ਕਿਉਂਕਿ ਉਹਦੇ ਤੋਂ ਰੁਜ਼ਗਾਰ ਮਿਲਦਾ। ਅਗਰ ਲੋਕਾਂ ਨੂੰ ਘਰੇ ਬੈਠੇ ਹੀ ਰੁਜ਼ਗਾਰ ਮਿਲਦਾ ਰਹੇਗਾ, 2-4 ਕਰੋੜ ਦੀ ਇਨਵੈਸਟਮੈਂਟ ਕਰਕੇ ਜੋ ਉਦਯੋਗ ਲੱਗਦੇ ਨੇ ਉਹਦੇ ਤੋਂ ਕਿੰਨੇ ਲੋਕਾਂ ਨੂੰ ਰੁਜ਼ਗਾਰ ਜਿਹੜਾ ਉਹ ਮਿਲ ਸਕਦਾ, ਅਤੇ ਕਿਸੇ ਨੂੰ ਬਾਹਰ ਵੀ ਨਹੀਂ ਜਾਣਾ ਪਏਗਾ ਆਪਣੇ ਦੇਸ਼ ਤੋਂ, ਆਪਣੀ ਸਿਟੀ ਤੋਂ, ਆਪਣੀ ਸਟੇਟ ਤੋਂ। ਸੋ ਇਹਦੇ ਨਾਲ ਰੁਜ਼ਗਾਰ ਮਿਲ ਸਕਦਾ। ਖੇਤਰੀ ਸੰਤੁਲਨ ਬਣਿਆ ਰਹਿੰਦਾ ਹੈ, ਲੋਕ ਆਪਣੇ ਖੇਤਰ 'ਚ ਹੀ ਰਹਿੰਦੇ ਨੇ। ਉਸ ਤੋਂ ਬਾਅਦ ਧਨ ਦੀ ਸਮਾਨ ਵੰਡ, ਅਗਰ ਹਰ ਇੱਕ ਛੋਟੀ ਛੋਟੀ ਜਗ੍ਹਾ 'ਤੇ ਲੋਕ ਲੱਗੇ ਰਹਿਣਗੇ ਔਰ ਇਨਕਮ ਹੁੰਦੀ ਰਹੇਗੀ, ਸੋ ਧਨ ਵੀ ਜਿਹੜਾ ਹੈ, ਜੋ ਇਨਕਮ ਹੈ, ਜੋ ਪੈਸਾ ਹੈ, ਉਹ ਸਹੀ ਢੰਗ ਨਾਲ ਸਮਾਨ ਮਾਤਰਾ ਵਿੱਚ ਲੋਕਾਂ ਵਿੱਚ ਵੰਡਿਆ ਜਾ ਸਕੇਗਾ। ਉਸ ਤੋਂ ਬਾਅਦ ਹੈ ਜੀ, ਲਘੂ ਅਤੇ ਕੁਟੀਰ ਉਦਯੋਗ ਤੋਂ ਕੀ ਭਾਵ ਹੈ। ਇਸ ਨੂੰ ਵੀ ਤੁਸੀਂ ਸਮਝ ਸਕਦੇ ਹੋ। ਲਘੂ ਅਤੇ ਕੁਟੀਰ ਉਦਯੋਗ ਦੀ ਅਸੀਂ ਡੈਫੀਨੇਸ਼ਨ ਜਿਹੜੀ ਕਰ ਚੁੱਕੇ ਹਾਂ, ਸੋ ਮੈਨੂੰ ਨਹੀਂ ਲੱਗਦਾ ਕਿ ਇਸ ਨੂੰ ਅਸੀਂ ਸਮਝਣਾ ਹੋਏਗਾ ਕੋਈ ਖਾਸ। ਤੁਸੀਂ ਫਿਰ ਵੀ ਇਸਦਾ ਸਕਰੀਨਸ਼ਾਟ ਲੈ ਕੇ ਇਸ ਨੂੰ ਸਮਝ ਸਕਦੇ ਹੋ। ਭਾਰਤੀ ਅਰਥ ਵਿਵਸਥਾ ਵਿੱਚ ਪੇਂਡੂ ਉਦਯੋਗਾਂ 'ਤੇ ਇੱਕ ਨੋਟ। ਸੋ ਭਾਰਤੀ ਅਰਥ ਵਿਵਸਥਾ 'ਚ ਪੇਂਡੂ ਉਦਯੋਗ ਵਾਧੂ ਮਤਲਬ ਇੰਪੋਰਟੈਂਟ ਹੁੰਦੇ ਨੇ, ਲੋਕਾਂ ਨੂੰ ਰੁਜ਼ਗਾਰ ਮਿਲਦੇ ਨੇ। ਬੇਸਿਕਲੀ ਪੇਂਡੂ ਉਦਯੋਗ ਹੁੰਦੇ ਕਿਹੜੇ ਸੀ? ਤੇਲੀ, ਘੁਮਿਆਰ, ਤਰਖਾਣ, ਲੁਹਾਰ, ਸੁਨਿਆਰ, ਇਹ ਸਾਰੇ ਪੇਂਡੂ ਅਰਥ ਵਿਵਸਥਾ ਦੇ ਹੀ ਅੰਗ ਜਿਹੜੇ ਉਹ ਮੰਨੇ ਜਾਂਦੇ ਰਹੇ ਹੈ। ਲਘੂ ਉਦਯੋਗਾਂ ਦੀ ਸਮੱਸਿਆਵਾਂ ਕੀ ਨੇ? ਲਘੂ ਉਦਯੋਗ ਜਿਹੜੇ, ਠੀਕ ਹੈ ਜੀ, ਛੋਟੇ ਉਦਯੋਗ ਅਸੀਂ ਕਹਿ ਦਿੰਦੇ ਹਾਂ। ਕੱਚੇ ਮਾਲ ਅਤੇ ਬਿਜਲੀ ਦੀ ਸਮੱਸਿਆ ਰਹਿੰਦੀ ਹੈ। ਵਿੱਤ ਮਾਨੇ ਪੈਸੇ ਦੀ ਸਮੱਸਿਆ ਰਹਿੰਦੀ ਹੈ। ਉਤਪਾਦਨ ਦੇ ਉਹਨਾਂ ਕੋਲ ਤਰੀਕੇ ਨਵੇਂ ਨਹੀਂ ਹੈਗੇ। ਵੱਡੇ ਉਦਯੋਗਾਂ ਨਾਲ ਮੁਕਾਬਲਾ ਕਰਨਾ ਪੈਂਦਾ। ਉਚਿਤ ਵਿਕਰੀ ਵਿਵਸਥਾ ਦੀ ਘਾਟ, ਮਤਲਬ ਚੀਜ਼ਾਂ ਵੇਚਣ ਕਿਵੇਂ, ਉਹਨਾਂ ਨੂੰ ਵਿਗਿਆਪਨ ਨਹੀਂ ਦੇਣੇ ਆਉਂਦੇ। ਤੀਸਰਾ ਅੱਗੇ ਲਾਸਟ, ਉਤਪਾਦਿਤ ਵਸਤੂਆਂ ਦਾ ਸੀਮਿਤ ਬਾਜ਼ਾਰ, ਕਿ ਜੋ ਚੀਜ਼ਾਂ ਉਹ ਬਣਾਉਂਦੇ ਨੇ ਉਹਨਾਂ ਦਾ ਇੱਕ ਸੀਮਿਤ ਬਾਜ਼ਾਰ ਹੈ। ਯਾਨੀ ਕਿ ਕੁਛ ਚੀਜ਼ਾਂ ਇੱਦਾਂ ਦੀਆਂ ਹੁੰਦੀਆਂ ਨੇ ਜੋ ਘਰਾਂ 'ਚ ਬੈਠ ਕੇ ਬਣਾਈਆਂ ਤਾਂ ਜਾ ਸਕਦੀਆਂ ਨੇ, ਪਰ ਉਹਨਾਂ ਨੂੰ ਲੋਕ ਖਰੀਦਦੇ ਨਹੀਂ ਨੇ। ਉਹ ਇੱਕ ਟਾਈਮ ਪੀਰੀਅਡ 'ਤੇ ਹੀ ਵਿਕਦੀਆਂ ਨੇ ਕਿ ਕੁਛ ਸੀਜ਼ਨ ਹੁੰਦਾ ਉਹਦੇ ਵਿੱਚ ਹੀ ਵਿਕਦੀਆਂ ਨੇ, ਸੋ ਉਹਨਾਂ ਨੂੰ ਵੇਚਣਾ ਔਖਾ ਹੋ ਜਾਂਦਾ। ਉਸ ਤੋਂ ਬਾਅਦ ਹੈ ਜੀ, ਲਘੂ ਅਤੇ ਕੁਟੀਰ ਉਦਯੋਗਾਂ ਵਿੱਚ ਅੰਤਰ ਦੱਸੋ। ਸੋ ਬੇਸਿਕਲੀ ਇਹ ਤੁਹਾਨੂੰ ਪਤਾ ਹੀ ਹੈ, ਕੁਟੀਰ ਉਦਯੋਗ ਆਮ ਤੌਰ 'ਤੇ ਪੇਂਡੂ ਖੇਤਰ 'ਚ ਖੇਤੀਬਾੜੀ ਨਾਲ ਸੰਬੰਧਿਤ ਨੇ, ਪਰਿਵਾਰ ਦੇ ਮੈਂਬਰਾਂ ਦੁਆਰਾ ਹੀ ਚਲਾਏ ਜਾਂਦੇ ਨੇ। ਅਤੇ ਲਘੂ ਉਦਯੋਗ ਸ਼ਹਿਰੀ ਅਤੇ ਅਰਧ ਸ਼ਹਿਰੀ ਖੇਤਰਾਂ 'ਚ ਹੁੰਦੇ ਨੇ, ਮਜ਼ਦੂਰਾਂ ਨੂੰ ਪੂਰਨ ਕਾਲ ਰੁਜ਼ਗਾਰ ਜਿਹੜਾ ਉਹ ਮਿਲ ਜਾਂਦਾ। ਸੋ ਬੇਸਿਕਲੀ ਇਹਦੇ ਨਾਲ ਜਿਹੜੀ ਸਾਡੀ ਇਕਨੋਮਿਕਸ ਹੈ ਉਹ ਪੂਰਨ ਤੌਰ 'ਤੇ ਜਿਹੜੀ ਉਹ ਕਵਰ ਹੁੰਦੀ ਹੈ। ਮੈਂ ਉਮੀਦ ਕਰਦਾ ਕਿ ਤੁਹਾਨੂੰ ਸਾਰੀ ਦੀ ਸਾਰੀ ਜਿਹੜੀ ਹੈ ਇਕਨੋਮਿਕਸ ਸਮਝ ਆਈ ਹੋਊਗੀ, ਅਤੇ ਤੁਸੀਂ ਬਹੁਤ ਸਾਰਾ ਸਮਾਂ ਲਗਾਇਆ ਵੀ, ਅਤੇ ਹੋ ਸਕਦਾ ਤੁਹਾਡੇ ਲਈ ਇਹ ਸਮਾਂ ਜਿਹੜਾ ਹੈ ਬਹੁਤ ਅੱਛਾ ਨਿਕਲੇ, ਪੇਪਰ ਵਿੱਚ ਤੁਹਾਡੇ ਕੁਛ ਕੰਮ ਆਉਣ। ਇਹ ਡੈਫੀਨੇਸ਼ਨਾਂ, ਇਹ ਸਾਰਾ ਕੁਛ ਸਮਝਿਆ। ਅਤੇ ਜ਼ਰੂਰ ਜੇਕਰ ਤੁਹਾਨੂੰ ਇਹ ਚੰਗਾ ਲੱਗਿਆ, ਇਸ ਚੈਨਲ ਨੂੰ ਸਬਸਕ੍ਰਾਈਬ ਕਰੋ, ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਅਤੇ ਲਾਈਕ ਜ਼ਰੂਰ ਕਰੋ। ਅਤੇ ਨੈਕਸਟ ਅਸੀਂ ਦੇਖਦੇ ਹਾਂ ਹਿਸਟਰੀ ਦੇ ਲੈਕਚਰਸ ਅਸੀਂ ਲੈ ਕੇ ਇਸੇ ਤਰੀਕੇ ਨਾਲ ਅਸੀਂ ਪੂਰੀ ਥਿਊਰੀ ਕਵਰ ਕਰੀਏ। 1 ਜਾਂ 2 ਲੈਕਚਰਸ ਵਿੱਚ ਸਾਰੀ ਹੀ ਹਿਸਟਰੀ ਨੂੰ ਜਿਹੜਾ ਉਹ ਕਵਰ ਕਰੀਏ। ਸੋ ਮਿਲਦੇ ਹਾਂ ਜੀ ਨੈਕਸਟ ਵੀਡੀਓ ਕਿਸੇ ਨਵੀਂ ਟੌਪਿਕ ਦੇ ਨਾਲ, ਕਿਸੇ ਨਵੇਂ ਵੀਡੀਓਜ਼ ਲੈ ਕੇ। ਸੋ ਜ਼ਰੂਰ ਸਬਸਕ੍ਰਾਈਬ ਕਰੋ। ਧੰਨਵਾਦ, ਥੈਂਕ ਯੂ ਵੈਰੀ ਮੱਚ। ਮਿਲਦੇ ਹਾਂ ਜੀ ਨਵੀਂ ਵੀਡੀਓ ਦੇ ਨਾਲ।